Hello everyone, welcome to Raj Malhotra's YouTube channel. I am Amandeep Kaur and I am here for another series for specifically Punjab PCS, and I am here covering the science and technology current affairs. ठीक है, तो जिवें आपको पता ही है कि PCS ਲਈ साइंस बेसिक साइंस बहुत ही ज़्यादा इंपॉर्टेंट है एंड बेसिक साइंस नाल ਜਿਹੜੇ करंट अफेयर्स ने मेनली टैक्नोलॉजी है ਉਹ ਵੀ ਆਪਾਂ ਨੇ ਕੰਪਲੀਟ ਕਰਨੀ ਹੈ। ਸੋ ਇਹਦੇ ਵਿੱਚ ਆਪਾਂ ਕੀ ਧਿਆਨ ਰੱਖਣਾ ਹੈ ਕਿ ਜਿਹੜੇ ਵੀ ਸਪੇਸ ਡਿਫੈਂਸ ਨਿਊਕਲੀਅਰ ਮਤਲਬ ਜਿੰਨੇ ਵੀ ਆਪਾਂ ਸਾਇੰਸ ਵਿੱਚ ਕੰਪੋਨੈਂਟਸ ਪੜ੍ਹਦੇ ਹਾਂ ਉਹਦੇ ਰਿਲੇਟਡ ਜਿਹੜੇ ਵੀ ਇੰਪੋਰਟੈਂਟ ਕਰੰਟ ਅਫੇਅਰਸ ਨੇ ਉਹਨਾਂ ਨੂੰ ਆਪਾਂ 1 ਬਾਏ 1 ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਸੋ ਥੋੜ੍ਹੀ ਜਿਹੀ ਲੈਂਥ ਜ਼ਿਆਦਾ ਰਹਿ ਸਕਦੀ ਹੈ ਵੀਡੀਓਜ਼ ਦੀ, ਬਟ ਆਪਣਾ ਜਿਹੜਾ ਮੇਨ ਮੋਟਿਵ ਕੀ ਹੈ ਕਿ ਹਰ ਇੱਕ ਕੰਪੋਨੈਂਟ ਨੂੰ ਆਪਾਂ ਕਵਰ ਕਰ ਪਾਈਏ। राइट, सो ये तो बहुत हेल्पफुल रहेगा एज फार एज योर एग्जामिनेशन इज कंसर्नड। सो बेसिक साइंस तो आप करनी ही करनी है, एग्जाम बहुत टाइम बाद हो रहा है तो आप कह नहीं सकते कि बेसिक साइंस से ज़्यादा जोड़ा जोर देंगे या टैक्नोलॉजी से, तो टैक्नोलॉजी को अपने कवर करना। आज जो अपना पहला सैशन रहेगा दैट इज़ रिलेटेड टू स्पेस टैक्नोलॉजी। ठीक है, उम्मीद करती हैं कि जो बेसिक स्पेस से रिलेटेड जो कंपोनेंट्स ने वो तुहानूं पता होणगे, बाकी जिथे जिथे जरूरत पेगी करंट अफेयर्स ਨੂੰ ਆਪਾਂ ਬੇਸਿਕਸ ਦੇ ਨਾਲ ਜਿਹੜਾ ਹੈਗਾ ਉਹਨੂੰ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਇੱਥੇ ਕਰਾਂਗੇ। ਰਾਈਟ, ਸੋ ਸ਼ੁਰੂ ਕਰਦੇ ਹਾਂ। ਦ ਵੈਰੀ ਫਸਟ ਟੌਪਿਕ ਇਨ ਫਰੰਟ ਆਫ ਅਸ ਇਜ਼ ਨੈਸ਼ਨਲ ਸਪੇਸ ਪੋਲਿਸੀ 2023। ਠੀਕ ਹੈ, ਤਾਂ ਆਪਾਂ ਨੂੰ ਪਤਾ ਹੀ ਹੈ ਕੋਈ ਵੀ ਡਿਪਾਰਟਮੈਂਟ ਹੋਵੇ ਕੋਈ ਵੀ ਮਿਨਿਸਟਰੀ ਹੋਵੇ ਉਹ ਆਪਣੀ ਪੋਲਿਸੀਜ਼ ਤੋਂ ਲਾਂਚ ਕਰਦੀ ਆ, ਅਤੇ ਆਪਣਾ ਜਿਹੜਾ ਡਿਪਾਰਟਮੈਂਟ ਆਫ ਸਪੇਸ ਆ ਉਹਦੇ ਥਰੂ ਇੱਕ ਪਰਟੀਕੂਲਰ ਜਿਹੜੀ ਪੋਲਿਸੀ ਸੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਉਹ ਲਾਂਚ ਕਰੀ ਗਈ ਸੀ 2023 ਦੇ ਵਿੱਚ। ਜਿਹੜੀ ਲੇਟੈਸਟ ਸਪੇਸ ਪੋਲਿਸੀ ਆ ਇੰਡੀਅਨ ਸਪੇਸ ਪੋਲਿਸੀ। ਠੀਕ ਹੈ, ਇਹ ਸਮਝਣ ਤੋਂ ਪਹਿਲਾਂ ਥੋੜ੍ਹਾ ਜਿਹਾ ਬਰੀਫ ਦੇ ਦੂੰਗੀ, ਜਲਦੀ ਸਮਝ ਆ ਜਾਏਗਾ ਟੌਪਿਕ ਆਪਾਂ ਨੂੰ। ਦੇਖੋ, ਜਿਹੜੇ ਕੁਝ ਸਟ੍ਰੈਟੇਜਿਕ ਸੈਕਟਰਸ ਨੇ ਆਪਣੇ ਦੇਸ਼ ਦੇ, ਚਾਹੇ ਐਟੋਮਿਕਸ ਐਨਰਜੀ ਲਗਾ ਲਓ, ਨਿਊਕਲੀਅਰ ਐਨਰਜੀ, ਚਾਹੇ ਤੁਸੀਂ ਸਪੇਸ ਸੈਕਟਰ ਲਗਾ ਲਓ, ਇਹ ਜ਼ਿਆਦਾਤਰ ਪਬਲਿਕ ਸੈਕਟਰ ਮਤਲਬ ਸਰਕਾਰ ਦੇ ਕੰਟਰੋਲ ਦੇ ਅੰਡਰ ਹੀ ਰਹੇ ਨੇ। ਰਾਈਟ, ਇਹਦੇ ਵਿੱਚ ਪ੍ਰਾਈਵੇਟ ਪਾਰਟੀਸਪੇਸ਼ਨ ਬਹੁਤ ਘੱਟ ਰਹੀ ਆ। ठीक है, हुण ਉਹਦੇ ਲਈ मतलब स्टार्टिंग तो बहुत रीजनस हो सकते हैं। वन ऑफ दैट वॉज कि स्ट्रैटेजिक ने डुअल नेचर हो सकता, गलत यूज़ हो सकता, तो सेफ हैंड्स में रहना चाहिए। बट टाइम चेंज हो रहा, प्राइवेट सैक्टर अगर आएगा तो पैसा लेके आएगा, राइट, इन्वेस्टमेंट्स लेके आएगा, प्रॉफिट लेके आएगा, एफिशिएंसी लेके आएगा। सो ਜਿਹੜੇ ਆਪਣੇ ਸੈਕਟਰਸ ਨੇ, ਚਾਹੇ ਨਿਊਕਲੀਅਰ ਸੈਕਟਰ ਆ, ਐਟੋਮਿਕ ਸੈਕਟਰ ਆ, ਚਾਹੇ ਸਪੇਸ ਸੈਕਟਰ ਆ, ਉਹ ਪ੍ਰਾਈਵੇਟ ਸੈਕਟਰ ਲਈ ਵੀ ਓਪਨ ਹੋ ਰਿਹਾ ਹੈ। ठीक है जी। सो ये बहुत ही इंपॉर्टेंट क्वेश्चन बन सकता है प्रीलिम्स दे विच भी ते मेन्स दे विच भी। सो हियर द मेन क्रक्स ऑफ दैट पर्टिकुलर पॉलिसी इज वी वांट टू ओपन स्पेस फॉर बोथ प्राइवेट एज वेल एज पब्लिक सैक्टर। ठीक है, तुसीं अजकल सुनिया होगा स्टार्टअप्स ने अपने इक्को ही नाम सुनिया स्पेस दे विच, अपनी पब्लिक सैक्टर जिहड़ी यूनिट आ किहड़ी ईसरो। ईसरो इज़ रिस्पॉन्सिबल फॉर एवरीथिंग, चाहे कोई सैटेलाइट लॉन्च करना है, कोई लॉन्च व्हीकल बनाना है, किसी भी तरीके का स्पेस रिलेटेड काम है कौन करता है? ईसरो करता है ना। ईसरो ऑब्वियसली सरकारी है। ਹੁਣ ਆਪਾਂ ਗੱਲ ਕਰ ਰਹੇ ਹਾਂ ਪ੍ਰਾਈਵੇਟ ਸੈਕਟਰ ਦੀ। ਤੁਸੀਂ ਪਿਕਸਲ ਸੁਣਿਆ ਹੋਏਗਾ ਹੈ ਨਾ, ਐਰੋਸਪੇਸ ਰਿਲੇਟਡ ਜਿਹੜੇ ਵਿਕਰਮ ਐਰੋਸਪੇਸ। ਮਤਲਬ ਪੁਆਇੰਟ ਕੀ ਹੈ ਕਿ ਆਪਣੇ ਅੱਜ ਕੱਲ੍ਹ ਇੱਦਾਂ ਦੇ ਜਿਹੜੇ ਸਟਾਰਟਅਪਸ ਨੇ ਆਪਾਂ ਓਪਨ ਕਰ ਰਹੇ ਹਾਂ, ਸਟਾਰਟਅਪਸ ਇੰਟਰਸਟ ਲੈ ਰਹੇ ਨੇ ਸਪੇਸ ਦੇ ਵਿੱਚ, ਅਤੇ ਗਵਰਨਮੈਂਟ ਇਸ ਚੀਜ਼ ਵਾਸਤੇ ਰੈਡੀ ਆ। ठीक है, गवर्नमेंट इस चीज़ वास्ते रेडी है कि नाउ वी जस्ट वांट टू ओपन दिस प्लेटफॉर्म फॉर द प्राइवेट सैक्टर ऑल्सो। हुण इहदा पिछे एक रीजन की आ, कहते ਜਿਹੜੇ ਵੀ ਲਾਂਚ ਵਹੀਕਲ ਬਣਾਉਣੇ ਸੀ, ਸੈਟਲਾਈਟ ਲਾਂਚ ਕਰਨੇ ਸੀ, ਈਸਰੋ ਨੇ ਉਹ ਪ੍ਰੋਪਰਲੀ ਅਚੀਵ ਕਰ ਲਿਆ। ਹੁਣ ਉਹ ਜਿਹੜਾ ਕੰਮ ਹੈ ਉਹ ਕਿਹਨੂੰ ਦੇ ਦਿਓ? ਆਪਾਂ ਪ੍ਰਾਈਵੇਟ ਸੈਕਟਰ ਨੂੰ ਦੇ ਦਿਓ, ਈਸਰੋ ਨੂੰ ਫ੍ਰੀ ਕਰ ਦਿਓ। ਕਿਉਂ? ਕਿਉਂਕਿ ਉਹ ਆਉਣ ਵਾਲੇ टाइम ਦੇ ਵਿੱਚ ਜਿਹੜੇ ਆਪਣੇ ਵੱਡੇ ਮਿਸ਼ਨਸ ਨੇ, ਜਿਵੇਂ ਆਪਾਂ ਆਪਣਾ ਸਪੇਸ ਸਟੇਸ਼ਨ ਬਣਾਉਣਾ, ਭਾਰਤੀ ਅੰਤਰਿਕਸ਼ ਸਪੇਸ ਸਟੇਸ਼ਨ ਹੈ ਨਾ, ਆਪਾਂ ਨੇ ਵੱਡੇ ਵੱਡੇ ਮਿਸ਼ਨ ਲਾਂਚ ਕਰਨੇ ਨੇ, ਆਪਾਂ ਨੇ ਵੀਨਸ 'ਤੇ ਜਾਣਾ, ਆਪਾਂ ਨੇ ਹਿਊਮਨ ਸਪੇਸ ਫਲਾਈਟ ਲੈ ਕੇ ਆਉਣੀ ਹੈ, ਗਗਨਯਾਨ। ਸੋ ਰਿਸਰਚ ਐਂਡ ਡਿਵੈਲਪਮੈਂਟ ਦਾ ਕੰਮ ਈਸਰੋ ਸੰਭਾਲੂਗਾ। ਬਾਕੀ ਜਿਹੜਾ ਕੰਮ ਜਿਹਦੇ ਵਿੱਚ ਪ੍ਰੋਪਰ ਆਪਾਂ ਨੇ ਮਹਾਰਤ ਹਾਸਿਲ ਕਰ ਲਈ ਹੈ ਉਹ ਆਪਾਂ ਕਿਹਨੂੰ ਦੇ ਦਈਏ? ਪ੍ਰਾਈਵੇਟ ਸੈਕਟਰ ਨੂੰ ਦੇ ਦਈਏ। ਸੋ ਪਲੀਜ਼ ਅੰਡਰਸਟੈਂਡ ਦ ਗਵਰਨਮੈਂਟ ਇਜ਼ ਟਰਾਈਂਗ ਟੂ ਗਿਵ ਅ ਇਕੁਅਲ ਪਲੇਟਫਾਰਮ ਟੂ ਬੋਥ, राइट, टू दी प्राइवेट सैक्टर ऑल्सो एंड दी पब्लिक सैक्टर ऑल्सो। सो उस चीज़ को ध्यान रखते हुए जी पॉलिसी अपने सामने एक बार गो थ्रू कर लें। पॉलिसी के गल सिंपल हुई है कि किहड़े किहड़े स्टेक होल्डर्स ने, किहड़े किहड़े एजेंसीज इनवॉल्व रहणगियां, ठीक है, एंड की क्यों दे काम ने। सो सब तो पहले गल करते हैं, कहते गवर्नमेंट ऑफ इंडिया का की काम है। गवर्नमेंट ऑफ इंडिया की ध्यान रखूगी? कहते वो एनकरेज करूगी रिसर्च एंड डेवलपमेंट एंड टैक्नोलॉजी डेवलपमेंट, मतलब पैसा है ना, कि सरकार चंगा पैसा एलोकेट करे कि आप R&D कर पाइए स्पेस रिलेटेड टैक्नोलॉजी के उपर, प्रॉपर स्टेबल तो रेगूलेटरी फ्रेमवर्क देगी। ठीक है, वाया इन स्पेस।
ਹੁਣ ਤੁਸੀਂ ਵੀ ਥੋੜ੍ਹਾ ਜਿਹਾ ਕੰਮ ਕਰਨਾ ਹੈ, ਠੀਕ ਹੈ, ਆਪਾਂ ਨੇ ਮਿਲ ਕੇ ਇਹ ਸੀਰੀਜ਼ ਕੰਪਲੀਟ ਕਰਨੀ ਆ। ਤੁਸੀਂ ਮੈਨੂੰ ਕਮਰਸ਼ੀਅਲ ਆਰਮਸ ਬਾਰੇ ਦੱਸਣਾ, ਜਿਵੇਂ ਕਿ ਈਸਰੋ ਦੀ ਪਹਿਲੀ ਕਮਰਸ਼ੀਅਲ ਆਰਮ ਜਿਹੜਾ ਸਾਰਾ ਕੰਮ ਸਾਂਭਦੀ ਹੈ, ਕਮਰਸ਼ੀਅਲ ਪਾਰਟ ਸਾਂਭਦੀ ਹੈ, ਕਮਰਸ਼ੀਅਲ ਐਕਟੀਵਿਟੀਜ਼ ਦੇਖਦੀ ਆ, ਉਹ ਹੈਗੀ ਅੰਤਰਿਕਸ਼ ਲਿਮਿਟਿਡ, ਠੀਕ ਹੈ। ਦੂਸਰੀ ਬਣੀ ਆ ਦੈਟ ਇਜ਼ ਨਿਊ ਸਪੇਸ ਇੰਡੀਆ ਲਿਮਿਟਿਡ, ਦੂਸਰੀ ਕਮਰਸ਼ੀਅਲ ਆਰਮ ਈਸਰੋ ਦੀ। ਕਿਉਂ ਬਣਾਈ ਗਈ ਆ? ਅਗੇਨ ਕਿਉਂਕਿ ਪ੍ਰਾਈਵੇਟ ਸੈਕਟਰ ਆ ਰਿਹਾ, ਕੰਮ ਵੱਧ ਰਿਹਾ। ਅੱਜ ਕੱਲ੍ਹ ਨਿਊਜ਼ਪੇਪਰਸ ਵਿੱਚ ਦੇਖੋਗੇ ਜਿਹੜੇ ਵੀ ਮਿਸ਼ਨ ਲਾਂਚ ਹੁੰਦੇ ਨੇ ਉਹ ਕਿਹਦੇ ਅੰਡਰ ਹੋ ਰਹੇ ਨੇ? NSIL ਦੇ ਅੰਡਰ, ਨੈਸ਼ਨਲ ਸਪੇਸ ਇੰਡੀਆ, ਨਿਊ ਸਪੇਸ ਇੰਡੀਆ ਲਿਮਿਟਿਡ। ਇੱਕ ਹੈ ਇਨਸਪੇਸ ਬਚੇ, ਇੱਕ ਇਨਸਪੇਸ ਕਰਕੇ ਕੰਪਨੀ ਆ, ਠੀਕ ਹੈ। ਇਨਸਪੇਸ ਵੀ ਬਣਾਈ ਕਿਉਂ ਗਈ ਆ? ਕਿ ਪ੍ਰਾਈਵੇਟ ਸੈਕਟਰ ਨੂੰ ਪ੍ਰੋਪਰਲੀ ਆਪਾਂ ਇਨਵੋਲਵ ਕਰ ਪਾਈਏ। ਤਾਂ ਇਨਸਪੇਸ ਬਾਰੇ ਵੀ ਤੁਸੀਂ ਥੋੜ੍ਹਾ ਜਿਹਾ ਪੜ੍ਹਨਾ, ਇਹ ਬੇਸਿਕ ਗੱਲਾਂ ਧਿਆਨ 'ਚ ਰੱਖਣੀਆਂ ਨੇ, ਠੀਕ ਹੈ। ਮੈਂ ਕੀ ਦੱਸਿਆ? ਈਸਰੋ ਦੀ ਪਹਿਲੀ ਕਮਰਸ਼ੀਅਲ ਆਰਮ ਕਿਹੜੀ ਸੀ? ਅੰਤਰਿਕਸ਼, ਹੁਣ ਵੀ ਕੰਮ ਕਰਦੀ ਆ। ਦੂਸਰੀ ਕਿਹੜੀ ਆ? ਨਿਊ ਸਪੇਸ ਇੰਡੀਆ ਲਿਮਿਟਿਡ, NSIL। ਤੇ ਇੱਕ ਹੋਰ ਸਪੈਸ਼ਲ ਆਪਣੇ ਕੋਲੇ ਆਰਗੇਨਾਈਜੇਸ਼ਨ ਆ ਇਨਸਪੇਸ, ਜਿਹੜੀ ਬਣਾਈ ਸਿਰਫ ਕਰਕੇ ਗਈ ਆ ਕਿ ਪ੍ਰਾਈਵੇਟ ਸੈਕਟਰ ਦੀ ਇਨਵੋਲਵਮੈਂਟ ਪ੍ਰੋਪਰਲੀ ਹੋ ਪਾਏ, ਠੀਕ ਹੈ। ਸੋ ਇੱਥੇ ਗੱਲ ਕਰ ਰਹੇ ਕਿ ਗਵਰਨਮੈਂਟ ਦੀ ਵੀ ਪਹਿਲਾਂ ਤਾਂ ਰਿਸਰਚ ਐਂਡ ਡਿਵੈਲਪਮੈਂਟ 'ਚ ਹੈਲਪ ਕਰੇ, ਪ੍ਰੋਪਰ ਫਰੇਮਵਰਕ ਦੇਵੇ ਕਿ ਇਨਸਪੇਸ ਕੰਮ ਕਿੱਦਾਂ ਕਰੂਗੀ, ਪ੍ਰਮੋਟ ਕਰੇ ਸਟਾਰਟਅਪਸ ਨੂੰ, ਠੀਕ ਹੈ। ਤੁਸੀਂ ਕਮੈਂਟਸ ਲਿਖ ਸਕਦੇ ਹੋ ਮੈਨੂੰ ਕੋਈ ਸਟਾਰਟਅਪਸ ਦੇ ਨਾਮ ਜਿਹੜੇ ਸਪੈਸੀਫਿਕਲੀ ਸਪੇਸ ਲਈ ਕੰਮ ਕਰ ਰਹੇ ਨੇ। ਐਂਡ ਯੂਜ਼ ਸਪੇਸ ਐਜ਼ ਅ ਡਰਾਈਵਰ ਫॉर ਓਵਰਆਲ ਟੈਕਨੋਲੋਜੀ ਗਰੋਥ, ਇੰਟਰਕਨੈਕਟਡਨੈਸ ਦੀ ਵੀ ਧਿਆਨ ਰੱਖਣ ਦੀ ਲੋੜ ਹੈਗੀ ਆ। ਇਹ ਕੰਮ ਨੇ ਸਰਕਾਰ ਦੇ। ਹੁਣ ਫਿਰ ਉਹ ਕਹਿੰਦੇ ਨੇ ਨਾਨ ਗਵਰਨਮੈਂਟਲ ਐਂਟੀਟੀਜ਼ ਦਾ ਕੀ ਕੰਮ ਹੋਊਗਾ? ਹੁਣ ਨਾਨ ਗਵਰਨਮੈਂਟਲ ਐਂਟੀਟੀਜ਼, NGE ਮਤਲਬ ਕਿਹਦੀ ਗੱਲ ਕਰ ਰਹੇ ਨੇ? ਪ੍ਰਾਈਵੇਟ ਸੈਕਟਰ ਦੀ, ਹੈ ਨਾ। ਵਰਡ ਬਸ ਡਿਫਰੈਂਟ ਹੈ, ਗੱਲ ਸੇਮ ਆ ਕਿ ਪ੍ਰਾਈਵੇਟ ਸੈਕਟਰ ਦੀ ਇਨਵੋਲਵਮੈਂਟ। NGEs ਇਹਨਾਂ ਦਾ ਕੀ ਕੰਮ ਆ? ਕਹਿੰਦੇ ਉਹਨਾਂ ਦਾ ਕੰਮ ਹੈ ਕਿ ਵੀ ਉਹ ਨੈਸ਼ਨਲੀ ਤੇ ਇੰਟਰਨੈਸ਼ਨਲੀ ਸਪੇਸ ਰਿਲੇਟਡ ਜਿਹੜੇ ਕਮਿਊਨੀਕੇਸ਼ਨ ਸਰਵਿਸਿਜ਼ ਨੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨ। ਦੇਖੋਗੇ ਤੁਸੀਂ ਅੱਜ ਕੱਲ੍ਹ ਕਿ ਜਿਹੜੇ ਸੈਟੇਲਾਈਟਸ ਨੇ ਜਿਹੜੇ ਬਣ ਰਹੇ ਨੇ ਉਹਨਾਂ ਨੂੰ ਲਾਂਚ ਕੌਣ ਕਰ ਰਹੇ ਨੇ? ਪ੍ਰਾਈਵੇਟ ਸੈਕਟਰ ਬਣਾ ਰਿਹਾ, ਸੈਟੇਲਾਈਟ ਵੀ ਤੇ ਲਾਂਚ ਵਹੀਕਲਸ ਵੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕਹਿੰਦੇ ਦੂਸਰਾ ਉਹਨਾਂ ਨੂੰ ਰਿਮੋਟ ਸੈਂਸਿੰਗ ਫੈਸਿਲਿਟੀਜ਼ 'ਤੇ ਵੀ ਕੰਮ ਕਰਨਾ ਚਾਹੀਦਾ। ਮਤਲਬ ਸੈਟੇਲਾਈਟਸ ਦੋ ਤਰੀਕੇ ਸੈਟੇਲਾਈਟਸ ਹੁੰਦੇ ਆ, ਕੁਝ ਕੰਮ ਕਰਦੇ ਨੇ ਕਮਿਊਨੀਕੇਸ਼ਨ ਵਾਸਤੇ, ਕੁਝ ਕਰਦੇ ਨੇ ਅਰਥ ਆਬਜ਼ਰਵੇਸ਼ਨ ਵਾਸਤੇ, ਉਹਨਾਂ ਨੂੰ ਰਿਮੋਟ ਸੈਂਸਿੰਗ ਵੀ ਬੋਲ ਦਿੰਦੇ ਨੇ, ਹੈ ਨਾ। ਸੋ ਇਹ ਸਾਰੇ ਮਤਲਬ ਜੋ ਕੰਮ ਪਹਿਲਾਂ ਈਸਰੋ ਕਰ ਰਿਹਾ ਸੀ, ਹੁਣ ਉਹ ਕਿਹਦਾ ਫਰਜ਼ ਬਣਦਾ? NGE ਸੰਭਾਲਣ, ਪ੍ਰਾਈਵੇਟ ਸੈਕਟਰ ਸੰਭਾਲੇ, ਕਮਰਸ਼ਲਾਈਜ਼ ਕਰਨ ਨੈਵੀਗੇਸ਼ਨ ਨੂੰ, ਕਮਿਊਨੀਕੇਸ਼ਨ ਨੂੰ, ਰਿਮੋਟ ਸੈਂਸਿੰਗ ਨੂੰ। ਜਿਵੇਂ ਪਹਿਲਾਂ ਕਰਕੇ ਗਈ ਹਾਂ ਵੀ ਜੋ ਸੈਟੇਲਾਈਟ ਕੰਮ ਕਰਦਾ ਹੈ, ਜੋ ਕਿਹਦੇ ਕੰਟਰੋਲ ਦੇ ਅੰਡਰ ਸੀਗਾ? ਈਸਰੋ ਦੇ ਅੰਡਰ। ਹੁਣ ਤੁਸੀਂ ਰੱਖੋ ਐਂਡ ਤੁਸੀਂ ਉਹਨੂੰ ਹੋਰ ਜ਼ਿਆਦਾ ਬੈਟਰ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਓ। ਚਾਹੇ ਨੈਵੀਗੇਸ਼ਨ ਆ, ਠੀਕ ਹੈ, ਜਿਵੇਂ GPS ਹੈ, ਨੈਵੀਗੇਸ਼ਨ ਸਿਸਟਮ ਹੈ ਕਿਹਦਾ ਆ? USA ਦਾ। ਇੰਡੀਆ ਦਾ ਨੈਵੀਗੇਸ਼ਨ ਸਿਸਟਮ ਕਿਹੜਾ? ਮੈਨੂੰ ਕਮੈਂਟਸ ਦੱਸਿਓ। ਇੰਡੀਆ ਦਾ ਖੁਦ ਦਾ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਕਿਹੜਾ ਬਈ? ਨਾਵਿਕ, IRNSS, ਨਾਵਿਕ, ਹੈ ਨਾ। ਤਾਂ ਉਹਨਾਂ ਨੂੰ ਹੋਰ ਵਧਾਓ, ਆਪਾਂ ਵੀ ਇੰਟਰਨੈਸ਼ਨਲ ਲੈ ਕੇ ਜਾਈਏ। ਅੱਛਾ ਜੀ, एक्सप्लोर और कमर्शलाइज एस्ट्रॉयड एंड स्पेस रिसोर्सिस। अगेन जो जिवें अगे एस्ट्रॉयड उन्हां बारे पढ़ांगे, जिहड़े एस्ट्रॉयड मिशनस ने उन्हां बारे पढ़ांगे। सो हर एक काम जो पहला संभाल रहा सीगा ईसरो, हुण काम वो फर्ज बनदा कि NGEs उत्थे जाके प्रॉपर अपनी पार्टिसिपेशन करन, ठीक है। डिपार्टमेंट ऑफ स्पेस का की काम आ? आह इंपॉर्टेंट आ एज फार एज प्रीलिम्स इज कंसर्नड। नोडल एजेंसी फॉर दी इंप्लीमेंटेशन ऑफ पॉलिसी किहड़ा आ? डिपार्टमेंट ऑफ स्पेस। मैं पहले स्टार्ट दस्सिया डिपार्टमेंट ऑफ स्पेस संभालूगा सारी ऑर्गेनाइजेशन मतलब पॉलिसी नू। इंश्योर कंटिन्यूस अर्थ ऑब्जर्वेशन डाटा फॉर नैशनल नीड्स, तुहानूं पता ही होगा डिजास्टर मैनेजमेंट है, जिन्ना भी डाटा जो लाइक चाहे ऑपरेशन सिंदूर की गल कर लो सॉरी नैशनल इन्फॉर्मेटिक सेंटर है हैदराबाद, भुवन ऐप है जिते सारा जो डाटा इकट्ठा करते हैं सैटेलाइट्स, उन्होंने देखा जा सकता। तो डाटा प्रोवाइड करे प्रॉपर डिपार्टमेंट ऑफ स्पेस कि नैशनल लैवल पर आप कितने भी लोड़ हैगी आ उत्थों वरत पाइए। सपोर्ट करे डिजास्टर मैनेजमेंट नू, सस्टेनेबल डेवलपमेंट्स गोल्स नू विद दी रिमोट सेंसिंग टैक्नोलॉजी जो सैटेलाइट्स ने। इस्टैबलिश सेफ एंड सस्टेनेबल स्पेस ऑपरेशंस ऑल्सो। सो सारे मुक्के मुकाउण दी रिस्पोंसिबिलिटी किहदे हत्थ है? डिपार्टमेंट ऑफ स्पेस दे हत्थ। ਈਸਰੋ ਦਾ ਕੀ ਕੰਮ ਆ? ਕਹਿੰਦੇ ਈਸਰੋ ਨੂੰ ਕਹੋ ਕਿ ਬਈ ਤੁਸੀਂ ਜਿਹੜਾ ਕੰਮ ਚੱਲ ਰਿਹਾ ਹੈ ਉਹਨੂੰ ਛੱਡ ਕੇ ਉਹ ਪ੍ਰਾਈਵੇਟ ਸੈਕਟਰ ਨੂੰ ਦੇ ਦਿਓ। ਤੁਹਾਡਾ ਮੇਨ ਫੋਕਸ ਕੀ ਰਹਿਣਾ ਚਾਹੀਦਾ? ਰਿਸਰਚ ਐਂਡ ਡਿਵੈਲਪਮੈਂਟ ਦਾ। ਨਵੀਆਂ ਟੈਕਨੋਲੋਜੀਜ਼ ਲੈ ਕੇ ਆਓ, ਠੀਕ ਹੈ। ਮਤਲਬ ਜੋ ਪੁਰਾਣਾ ਹੋ ਚੁੱਕਿਆ, ਜੋ ਤੁਸੀਂ ਸੈੱਟ ਕਰ ਦਿੱਤਾ ਉਹ ਪ੍ਰਾਈਵੇਟ ਸੈਕਟਰ ਸੰਭਾਲ ਲੂਗਾ। ਹੁਣ ਤੁਸੀਂ ਨਵੀਂ ਟੈਕਨੋਲੋਜੀ 'ਤੇ ਕੰਮ ਕਰੋ, ਰਿਸਰਚ ਐਂਡ ਡਿਵੈਲਪਮੈਂਟ 'ਤੇ ਕੰਮ ਕਰੋ, ਹਿਊਮਨ ਅੰਡਰਸਟੈਂਡਿੰਗ ਵਧਾਓ, ਆਊਟਰ ਸਪੇਸ ਦੀ ਓਪਨ ਐਕਸੈਸ ਦੇਵੋ। ਮਤਲਬ ਇੱਕ ਹੋਰ ਚੀਜ਼ ਜਿਹੜੀ ਧਿਆਨ ਰੱਖ ਸਕਦੇ ਹੋ, ਪਬਲਿਕ ਸੈਕਟਰ ਵੀ ਇੰਨਾ ਓਪਨ ਹੋਣਾ ਚਾਹੀਦਾ ਨਾ ਕਿ ਪ੍ਰਾਈਵੇਟ ਸੈਕਟਰ ਨੂੰ ਪ੍ਰੋਪਰਲੀ ਐਂਟਰ ਕਰਨ ਦੇਵੇ, ਠੀਕ ਹੈ। ਸੋ ਮਤਲਬ ਹਾਰਮੋਨੀਅਸ ਪ੍ਰੋਪਰ ਤਰੀਕੇ ਨਾਲ ਸੋ ਦੈਟ ਦੇ ਕੈਨ ਐਂਟਰ ਦੀ ਦਿਸ ਲੈਗੇਸੀ। ਸੋ ਉਹ ਈਸਰੋ ਨੂੰ ਧਿਆਨ ਰੱਖਣਾ ਪਊਗਾ, ਇਹ ਉਹਨਾਂ ਨੇ ਗੱਲ ਕਰੀ ਆ।
इन स्पेस का की काम आ जो मैं तुहानूं कहा स्पैशल जिहड़ी यूनिट ओपन करी गई आ फॉर दी प्राइवेट सैक्टर, इहदा की काम है कहंदे सिंगल विंडो ऑथराइजेशन फॉर दी स्पेस एक्टिविटीज़, इंश्योर लेवल प्लेइंग फील्ड फॉर यूज़ ऑफ पब्लिक फंडड फैसिलिटीज़। वेरी वेरी इंपॉर्टेंट पॉइंट, इत्थे गल खत्म आ। पब्लिक यूज़ फैसिलिटीज़ जिवें स्पेस पोर्ट्स ने, स्पेस स्टेशनस ने, जिहदे कंट्रोल ईसरो का सीगा वो हुण ओपन करना है सो दैट प्राइवेट सैक्टर भी इन्वॉल्व हो पाए। ध्यान च रखो इन स्पेस का नाम। फिर मैंने न्यू स्पेस इंडिया लिमिटेड की गल पहला भी की है, ठीक है। कमर्शलाइज करें ईसरो की टैक्नोलॉजीज़ नूं, जिवें मैं दस्सिया ही आ, ये ईसरो की सैकेंड कमर्शलाइजेशन आम है। ध्यान च रखियो पहली किहड़ी सीगी अंतरिक्ष, ये दो नाम आपको पता होने चाहिए ने, फिल्म्स वास्ते इंपॉर्टेंट ने, ठीक है। सो टेक ओवर ऑपरेशनल एस्पैक्ट्स ऑफ दी ईसरो मिशनस, ठीक है। सो मतलब जो भी कमर्शियल काम ने, सैटेलाइट लॉन्च करना है, किसी होर देश से सैटेलाइट लॉन्च करने, सारा काम कौन संभाल रहा हुण न्यू स्पेस इंडिया लिमिटेड। सो देखो घूम के सारी गल कित्थे आई, आपां कंटैक्सट तां पहले ही समझ लिया, जो पेपर 'च पूछा जा सकदा आपां ने वो भी देख लिया, पर एक आइडिया हो गया आपां नूं कि किहड़ियां यूनिट्स ने, किहड़ियां ऑर्गेनाइजेशनस ने जिहड़ियां काम कर रही ने, ठीक है। तो दिस इज़ द आइडिया ऑफ न्यू स्पेस पॉलिसी 2023। जे मैं एक लाइन कंप्लीट करना होवे सो एक इदां दी पॉलिसी आ जो ध्यान रख रही है गवर्नमेंट ने की काम करना, प्राइवेट सैक्टर ने की काम करना, पब्लिक सैक्टर ने की काम करना, न्यू स्पेस इंडिया लिमिटेड दियां की जिहड़ियां रिस्पॉन्सिबिलिटीज़ होणगियां, डिपार्टमेंट ऑफ स्पेस दियां की होणगियां, वो सारियां जिहड़े फीचर्स ने वो अपने इन्ना इंपॉर्टेंट नहीं है, बट द कंटैक्सट इज़ इंपॉर्टेंट, ठीक है। सो होप ये गल तुहानूं समझ आई होएगी। फिर आप अगे गल करते हैं जिहड़ा अपना दूसरा टॉपिक है FDI। वेरी वेरी इंपॉर्टेंट, इत्थे प्रीलिम्स बेस्ड क्वेश्चन बन सकदा। फॉरन डायरैक्ट इन्वेस्टमेंट, ये तुहानूं पता है ना, किसी भी कंपनी दे विच अगर 10% तो वध जिहड़े कोई भी बाहरों लोग चाहे कंपनी आके शेयर्स खरीददी आ या इन्वेस्टमेंट करदी आ ते ओहदी मैनेजरियल पावर नूं लैण दी कोशिश करदी, उन्हां पर FDI डिक्लेयर कर दिंदे आ। FDI तुहानूं ये चीज़ पता होएगी जिहड़े वेरी लाइक स्ट्रैटेजिक सैक्टर्स ने, है ना, उन्हां विच डायरैक्टली ਆਪਾਂ ਅਲਾਉ ਨਹੀਂ ਕਰਦੇ FDI, ਗਵਰਨਮੈਂਟ ਤੋਂ ਅਪਰੂਵਲ ਲੈਣੀ ਪੈਂਦੀ ਹੈ। ਪਹਿਲਾਂ ਇੱਦਾਂ ਸਪੇਸ ਸੈਕਟਰ ਦੇ ਵਿੱਚ ਵੀ ਹੈਗਾ ਸੀ, ਬਟ ਜਿਵੇਂ ਹੁਣ ਆਪਾਂ ਪ੍ਰਾਈਵੇਟ ਸੈਕਟਰ ਵਾਸਤੇ ਓਪਨ ਕਰ ਰਹੇ ਹਾਂ, ਨਾਲ ਨਾਲ ਆਪਾਂ FDI ਦੀ ਜਿਹੜੀ ਇਨਵੋਲਵਮੈਂਟ ਆ ਉਹਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਕੁਐਸਚਨ ਬਣ ਸਕਦਾ ਹੈ, ਧਿਆਨ 'ਚ ਰੱਖਣਾ ਕਿ ਸਪੇਸ ਸੈਕਟਰ ਦੇ ਵਿੱਚ ਜਿਹੜਾ FDI ਹੈ ਉਹਦਾ ਕੀ ਡਾਟਾ ਹੈ, ਕਿੰਨੀ ਅਵੇਲੇਬਲ ਆ ਅਤੇ ਕਿਸ ਸੈਕਟਰ 'ਚ ਕਿੰਨੀ ਆ। ਇਹ ਤੁਹਾਡੇ ਸਾਹਮਣੇ ਚਾਰਟ ਆ, ਡਾਇਰੈਕਟਲੀ ਆਪਣੇ PIB ਤੋਂ ਲਿਆ, ਬਹੁਤ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਕਰਨਾ। ਐਂਡ ਇਹਦਾ ਜਿਹੜਾ PDF ਹੈ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਮਿਲੇਗਾ, ठीक है। तो जोड़े बच्चे कोर्स से पार्ट भी है उन्होंने ग्रुप्स भी मिल जाएंगे। हाँ जी, कहते सैटेलाइट मैन्युफैक्चरिंग दे डाटा जोड़ा सैटेलाइट्स तो मिलता है, ग्राउंड सैगमेंट, यूजर सैगमेंट जो भी बनाना, सारे कासे दे विच किन्नी FDI इन्वॉल्व किन्नी अवेलेबल हैगी या किन्नी अलाउड आ 100%, ठीक है। 100% अलाउड आ, ऑटोमैटिक 74%, गवर्नमेंट रूट बियॉन्ड 74%, ठीक है। मतलब 74% तक तो विदाउट गवर्नमेंट अप्रूवल भी तुसी पैसा लेके आ सकते हो फॉरन एज अ फॉरन क्लाइंट। अगर 74% तो वध दी इन्वेस्टमेंट है फिर तो सरकार तो परमिशन लैनी पऊगी, बट ओवरऑल कितनी है 100%, ध्यान च रखना। अगर आप मतलब 100% तो सारे कितने लॉ कर दी, बट बस यही देखना कि गवर्नमेंट की अप्रूवल तो बिना किन्ने % तक तुसी ले सकते हो, उहदे तो बाद तुहानूं गवर्नमेंट की परमिशन लैनी पऊगी। कहने कि लॉन्च वहीकल्स या उहदे रिलेटेड सिस्टम्स वगैरह बनाने ने, या फिर ਜਿਹੜੇ स्पेस पोर्ट्स ने जिथों लॉन्च कर रहे सैटेलाइट्स वो बनाने ने, कहने ਉਹਦੇ अंडर ऑटोमैटिक रूट के थ्रू 49% तक तुसी इन्वेस्टमेंट कर सकते हो। जो 49% तो वध करनी है तो तुहानूं सरकार की परमिशन लैनी पऊगी। अगर तुसी मैन्युफैक्चरिंग करनी है कंपोनेंट्स की, सब सिस्टम्स की मैन्युफैक्चरिंग यूनिट्स ओपन करनियां ने समान बनाउण वास्ते, तां भी तुहाडे कोले कितनी है 100%, तो 100% ਦੇ ਵਿੱਚ ਆਟੋਮੈਟਿਕ 100% ਸਰਕਾਰ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਜੇ ਛੋਟੇ ਮੋਟੇ ਸੈਗਮੈਂਟਸ ਬਣਾਉਣੇ ਨੇ, ਮੈਨੂਫੈਕਚਰਿੰਗ ਆਫ ਕੰਪੋਨੈਂਟਸ ਐਂਡ ਸਿਸਟਮਸ ਔਰ ਸਿਸਟਮਸ ਆਫ ਸੈਟਲਾਈਟਸ, ਗਰਾਊਂਡ ਸੈਗਮੈਂਟ, ਯੂਜ਼ਰ ਸੈਗਮੈਂਟ, ਹੈ ਨਾ, ਮਤਲਬ ਜਿਹੜੇ ਸਪੇਅਰ ਪਾਰਟਸ ਕਹਿ ਦਿੰਦੇ ਆ ਉਹ ਬਣਾਉਣੇ ਆ, ਤਾਂ ਤੁਹਾਨੂੰ 100% ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ, ਤੁਹਾਨੂੰ ਗਵਰਨਮੈਂਟ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ। ਅਗੇਨ ਆਈ ਐਮ ਸੇਇੰਗ ਸਮਝਣ ਵਾਲਾ ਕੁਛ ਨਹੀਂ ਇਹਦੇ ਵਿੱਚ, ਪਰ ਇਹ ਪੇਪਰ ਵਾਸਤੇ ਇੰਪੋਰਟੈਂਟ ਹੋ ਸਕਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਚਲੋ ਹੁਣ ਅੱਗੇ, India's first indigenous commercial Earth observation satellite system, very very important। अर्थ ऑबजरवेशन सैटेलाइट्स का काम की होंगे कि बई वो की करते हैं कि जी अर्थ आ है ना, अर्थ की टोपोग्राफी, फिजिकल टैरन को चैक करना, इन्होंने रिमोट सेंसिंग सैटेलाइट्स के नाम नाल भी जानिया जाता है, ठीक है। सो अर्थ ऑबजरवेशन सैटेलाइट्स कोई वड्डी गल नहीं है, बहुत आप लॉन्च करे ने, विद हंड्रड्स आप लॉन्च करे ने। एंड स्टार्टिंग अगेन कौन लॉन्च कर रहा सी, ईसरो लॉन्च कर रहा सी। लेटेस्ट किहड़ा लॉन्च करिया सी,
अर्थ ऑबजर्वेशन सैटेलाइट 08 2024 ਦੇ ਵਿੱਚ। ਪਰ ਕਰ ਕੌਣ ਰਿਹਾ ਸੀ? ਈਸਰੋ। ਪਹਿਲੀ ਵਾਰ अर्थ ऑबजर्वेशन सैटेलाइट्स ਦੀ ਜਿਹੜੀ ਕੌਂਸਟੇਲੇਸ਼ਨ ਆ, ਗਰੁੱਪ ਆ, ਪਹਿਲੀ ਵਾਰ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਉਹ ਲਾਂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦਾ ਨਾਮ ਕੀ ਆ ਆਪਣੇ ਕੋਲੇ? ਪਿਕਸਲ ਸਪੇਸ ਕੰਸੋਰਟੀਅਮ ਆ, ਮਤਲਬ ਕਾਫੀ ਯੂਨਿਟਸ ਸਟਾਰਟਅਪਸ ਇਕੱਠੇ ਹੋਏ ਨੇ, ਠੀਕ ਹੈ, ਲਾਈਕ ਪਾਇਟਸਾਈਟ ਸਪੇਸ, ਸੈਟਸ਼ੋਰ ਐਨਾਲਿਟਿਕਸ, ਧਰੁਵ ਸਪੇਸ। ਸੋ ਆਪਣੇ ਕੋਲੇ ਮਲਟੀਪਲ ਜਿਹੜੀਆਂ ਕੰਪਨੀਜ਼ ਨੇ ਹੈਡਡ ਬਾਏ ਪਿਕਸਲ ਸਪੇਸ। ਇਹ ਸਟਾਰਟਅਪਸ ਨੇ ਜਿਹੜੇ ਕੰਬਾਈਨਲੀ अर्थ ऑबजर्वेशन सैटेलाइट्स ਨੂੰ ਲਾਂਚ ਕਰਨ ਵਾਲੇ ਨੇ, ਠੀਕ ਹੈ। ਹੁਣ ਪੇਪਰ ਵਾਸਤੇ ਇੰਪੋਰਟੈਂਟ ਕੀ ਹੋ ਸਕਦਾ? ਅਗੇਨ ਨਾਮ ਪਿਕਸਲ ਸਪੇਸ, ਯਾਦ ਰੱਖਿਓ ਪ੍ਰਾਈਵੇਟ ਸੈਕਟਰ ਕਰ ਰਿਹਾ ਅਤੇ ਇਨਸਪੇਸ ਨੇ ਐਲੋਕੇਟ ਕਰ ਦਿੱਤਾ ਵਾਇਆ PPP, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਇੰਨਾ ਪਤਾ ਹੋਣਾ ਚਾਹੀਦਾ। ਇਨਵੈਸਟਮੈਂਟ ਕਿੰਨੀ ਆ? 1200 ਕਰੋੜ। ਪੀਸੀਐਸ ਪੁੱਛ ਸਕਦਾ, UPSC ਦੇ ਕੁਐਸਚਨ ਨਹੀਂ ਪੁੱਛਦਾ, ਠੀਕ ਹੈ। 5 ਸਾਲ ਤੱਕ ਇਹ ਕੰਮ ਕਰੂਗਾ। 12 ਸੈਟਲਾਈਟਸ ਨੇ ਜਿਨ੍ਹਾਂ ਵਿੱਚ ਪ੍ਰੋਪਰਲੀ ਗੁੱਡ ਇਕੁਇਪਮੈਂਟਸ, ਰਡਾਰਸ ਲੱਗੇ ਹੋਏ ਹਨ, ਜਿਵੇਂ ਸਿੰਥੈਟਿਕ ਬਰਚ ਰਡਾਰ। ਇਹ ਕੀ ਆ ਆਪਾਂ ਅੱਗੇ ਗੱਲ ਕਰਾਂਗੇ, ਠੀਕ ਹੈ ਜੀ। ਸੋ ਬਸ ਬਹੁਤ ਜ਼ਿਆਦਾ ਇੰਪੋਰਟੈਂਟ ਨਿਊਜ਼ ਨਹੀਂ ਹੈਗੀ, ਬਟ ਇੱਕ ਵਾਰ ਤੁਸੀਂ ਇਹਨੂੰ ਗੋ ਥਰੂ ਕਰ ਲੈਣਾ। ਜਸਟ ਗਿਵ ਮੀ 1 ਮਿੰਟ। ਚਲੋ ਤੇ ਅਗਲਾ ਜਿਹੜਾ ਟੌਪਿਕ ਹੈ ਦੈਟ ਇਜ਼ ਹਿਊਮਨ ਸਪੇਸ ਫਲਾਈਟ ਪ੍ਰੋਗਰਾਮ। ਤੁਹਾਨੂੰ ਸਭ ਨੂੰ ਪਤਾ ਹੋਊਗਾ ਆਪਣਾ ਮਿਸ਼ਨ ਆਉਣ ਵਾਲਾ ਗਗਨਯਾਨ, ਹੈ ਨਾ। ਗਗਨਯਾਨ ਦੇ ਵਿੱਚ ਪਹਿਲੀ ਵਾਰ ਇੰਡੀਆ ਜਿਹੜੇ ਹਿਊਮਨ ਨੇ, ਇੰਡੀਅਨਸ ਜਿਹੜੇ ਨੇ ਉਹ ਸਪੇਸ ਵਿੱਚ ਜਾਣਗੇ। ਕਿ ਪਹਿਲਾਂ ਕਦੇ ਇੰਡੀਆ ਸਪੇਸ ਵਿੱਚ ਨਹੀਂ ਗਏ ਨੇ, ਬਟ ਆਪਾਂ ਆਪਣੇ ਬੇਸ 'ਤੇ ਨਹੀਂ ਭੇਜੇ। ਫਰਸਟ ਪਰਸਨ ਟੂ ਗੋ ਟੂ ਸਪੇਸ ਵਾਜ਼ ਰਾਕੇਸ਼ ਸ਼ਰਮਾ। ਸੈਕਿੰਡ ਪਰਸਨ ਟੂ ਗੋ ਇਨ ਟੂ ISS ਇੰਟਰਨੈਸ਼ਨਲ ਸਪੇਸ ਸਟੇਸ਼ਨ ਹੁਣੀ ਗਏ ਸੀ। ਨਿਊਜ਼ ਵਿੱਚ ਨਾਮ ਵੀ ਸੁਣਿਆ ਹੋਊਗਾ, ਸੁਭਾਂਸ਼ੂ ਸ਼ੁਕਲਾ। ਐਗਜ਼ਮ 4 ਮਿਸ਼ਨ, ਯਾਦ ਰੱਖਣੀਆਂ ਨੇ ਗੱਲਾਂ, ਹੈ ਨਾ। ਅੱਛਾ ਜੀ, ਤੇ ਕਹਿੰਦੇ ਆਪਾਂ ਨਾ ਗਗਨਯਾਨ ਮਿਸ਼ਨ ਜਾਣਾ, ਪਹਿਲੇ ਇੰਡੀਆ ਦੀ ਪਹਿਲੀ ਹਿਊਮਨ ਸਪੇਸ ਫਲਾਈਟ ਹੋਊਗੀ ਐਂਡ ਉਹਦੇ ਬਾਰੇ ਆਪਾਂ ਨੇ ਪੜ੍ਹਨਾ, ਨੋ ਡਾਊਟ। ਉਹਦੇ ਤੋਂ ਪਹਿਲਾਂ ਇੱਕ ਚੀਜ਼ ਸੋਚ ਕੇ ਦੇਖੋ ਕਿ ਅਗਰ ਤੁਸੀਂ ਸਪੇਸ ਵਿੱਚ ਜਾਣਾ, ਉੱਥੇ ਸਿਮਿਲਰ ਕੰਡੀਸ਼ਨਸ ਤਾਂ ਨਹੀਂ ਹੋਣਗੀਆਂ, ਓਬਵੀਅਸ ਜੀ ਗੱਲ ਆ। ਉੱਥੇ ਦਾ ਮਾਹੌਲ, ਮਾਈਕਰੋਗ੍ਰੈਵਿਟੀ ਕੰਡੀਸ਼ਨ, ਸਭ ਕੁਝ ਡਿਫਰੈਂਟ ਹੋਊਗਾ। ਤਾਂ ਪ੍ਰੈਕਟਿਸ ਤਾਂ ਤੁਹਾਨੂੰ ਕਰਨੀ ਪਏਗੀ ਨਾ ਧਰਤੀ 'ਤੇ। ਧਰਤੀ ਦੇ ਕੁਛ ਇੱਦਾਂ ਦੇ ਏਰੀਆਜ਼ ਹੋਣਗੇ ਜਿੱਥੇ ਸਿਮਿਲਰ ਕੰਡੀਸ਼ਨਸ ਹੋਣ ਐਂਡ ਤੁਸੀਂ ਇੱਕ ਐਨਾਲੌਗ ਮਿਸ਼ਨਸ ਕਰ ਪਾਓ। ਐਨਾਲੌਗ ਮਿਸ਼ਨਸ ਮਤਲਬ ਤੁਸੀਂ ਕਾਪੀ ਪੇਸਟ ਕਰਦੇ ਹੋ ਕਿ ਜਿੱਦਾਂ ਦੀਆਂ ਉੱਥੇ ਕੰਡੀਸ਼ਨਸ ਹੋਣਗੀਆਂ ਉਹਨਾਂ ਨੂੰ ਉੱਥੇ ਸਿਮੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਅਤੇ ਟ੍ਰੇਨਿੰਗ ਹੁੰਦੀ ਆ ਐਸਟਰੋਨੌਟਸ ਦੀ, ਠੀਕ ਹੈ। ਸੋ ਜਿਹੜੇ ਮਿਸ਼ਨਸ ਨੇ ਆਪਣੇ ਇੰਡੀਆ ਦੇ ਵਿੱਚ ਮੋਸਟਲੀ ਕਿੱਥੇ ਹੁੰਦੇ ਨੇ? ਲੱਦਾਖ ਏਰੀਆ ਦੇ ਵਿੱਚ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਧਿਆਨ 'ਚ ਰੱਖਣਾ, ਠੀਕ ਹੈ। ਇਹਨੇ ਗੱਲ ਕਰੀਏ, ਕਹਿੰਦੇ ਆਪਣਾ ਮਿਸ਼ਨ ਆ ਕਿ ਆਪਾਂ ਨੇ ਹਿਊਮਨ ਪ੍ਰੈਜੈਂਸ ਲੈ ਕੇ ਜਾਣੀ ਆ, ਲੋ ਅਰਥ ਆਰਬਿਟ 'ਚ ਆਪਾਂ ਨੇ ਜਾਣਾ 2040 ਤੱਕ। ਗਗਨਯਾਨ ਮੈਂ ਅੱਗੇ ਕਰਵਾਉਂਗੀ, ਕਿਹੜਾ ਗਗਨਯਾਨ ਮਿਸ਼ਨ ਬਾਰੇ ਕੀ ਪੜ੍ਹਨਾ ਉਹ ਮੈਂ ਦੱਸਣਾ, ਠੀਕ ਹੈ। ਪਰ ਚੈਲੰਜਸ ਕੀ ਨੇ ਕਿ ਬਈ ਪ੍ਰੋਪਰ ਆਪਰੇਸ਼ਨ ਰਿਸਕ ਕਰੇ, ਉੱਥੇ ਦਾ ਇਨਵਾਇਰਮੈਂਟ ਕਿੱਦਾਂ ਦਾ ਹੋਊਗਾ, ਉਹ ਸਭ ਕੁਝ ਸਿਮੂਲੇਟ ਤੁਹਾਨੂੰ ਕਰਨਾ ਪਊਗਾ ਧਰਤੀ ਦੇ ਉੱਪਰ। ਉਹਦੇ ਕਰਕੇ ਆਪਾਂ ਕੁਛ ਐਨਾਲੌਗ ਮਿਸ਼ਨਸ ਲੈ ਕੇ ਆਏ ਹਾਂ ਕਿ ਸੇਮ ਕੰਡੀਸ਼ਨਸ ਧਰਤੀ 'ਤੇ ਬਣਾਈਆਂ ਜਾਣ ਅਤੇ ਉੱਥੇ ਜਿਹੜੇ ਆਪਣੇ ਐਸਟਰੋਨੌਟਸ ਨੇ ਜਿਹਨੇ ਜਾਣਾ ਉਹਨਾਂ ਨੂੰ ਟ੍ਰੇਨ ਕੀਤਾ ਜਾਵੇ। ਉਹਦੇ ਕਰਕੇ ਕੁਛ ਮਿਸ਼ਨਸ ਦੇ ਨਾਮ ਨੇ, ਬਸ ਨਾਮ ਤੁਸੀਂ ਯਾਦ ਰੱਖ ਲਿਓ। ਜਿਵੇਂ ਲੱਦਾਖ ਹਿਊਮਨ ਐਨਾਲੌਗ ਮਿਸ਼ਨ ਆ, ਨਵੰਬਰ 2024 'ਚ ਕਰਿਆ ਸੀ। ਸੇਮ ਕੰਡੀਸ਼ਨਸ ਉੱਥੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੀ ਸੀ। ਐਂਡ ਆਈਸੋਲੇਸ਼ਨ ਸਟੱਡੀ ਅਨੁਗਾਮੀ, ਇਹ ਵੀ ਆਪਾਂ ਨੇ ਸੇਮ ਉੱਥੇ ਕਰੀ ਕਿ ਅਗਰ ਇੱਦਾਂ ਦੀ ਕੰਡੀਸ਼ਨ ਹੋਏਗੀ, ਠੀਕ ਹੈ, ਤਾਂ ਉਸ ਟਾਈਮ 'ਤੇ ਕਿੱਦਾਂ ਉਹਨਾਂ ਨੇ ਅਬੋਰਟ ਕਰਨਾ, ਕਿੱਦਾਂ ਉਹਨਾਂ ਨੇ ਪਰਫੋਰਮ ਕਰਨਾ, ਸੇਮ ਰਾਈਟ। ਅਤੇ ਲੇਟੈਸਟ ਜੁਲਾਈ 2025 'ਚ ਹੋਇਆ ਹੋਪ ਮਿਸ਼ਨ, ਧਿਆਨ 'ਚ ਰੱਖਿਓ ਇਹ ਇੰਪੋਰਟੈਂਟ ਹੋ ਸਕਦਾ। ਹੋਪ, ਠੀਕ ਹੈ, ਹਿਮਾਲਯਨ ਆਊਟਪੋਸਟ ਫॉर ਪਲੈਨੇਟਰੀ ਐਕਸਪਲੋਰੇਸ਼ਨ, ਠੀਕ ਹੈ। ਲੋਕੇਸ਼ਨ ਕਿਹੜੀ ਆ? ਸੋਕਾਰ ਵੈਲੀ ਲੱਦਾਖ, ਵਿਚ ਇਜ਼ ਸਿਮਿਲਰ ਟੂ ਅਰਲੀ ਮਾਰਸ। ਜਿੱਦਾਂ ਦੇ ਮਾਰਸ ਦੇ ਕੰਡੀਸ਼ਨਸ ਨਾ ਬਿਲਕੁਲ ਲਾਈਕ ਵੈਰੀ ਲੋ ਟੈਂਪਰੇਚਰ ਦਾ ਸਿਮਿਲਰ ਕੰਡੀਸ਼ਨਸ, ਉੱਦਾਂ ਦੀਆਂ ਕੰਡੀਸ਼ਨਸ ਆਪਾਂ ਨੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ। ਸੋਕਾਰ ਵੈਲੀ ਲੱਦਾਖ ਆਪਾਂ ਐਨਾਲੌਗ ਮਿਸ਼ਨਸ ਕਰ ਰਹੇ ਹਾਂ, ਬਸ ਇਹ ਪੁਆਇੰਟ ਧਿਆਨ 'ਚ ਰੱਖ ਲਿਓ, ਠੀਕ ਹੈ। ਹੁਣ ਇਹ ਪੁਆਇੰਟਸ ਲਿਖੇ ਵੀ ਹੋਏ ਨੇ ਕਿ ਉਹੀ ਆਪਾਂ ਨੇ ਕਿਉਂ ਚੂਜ਼ ਕੀਤਾ। ਕਹਿੰਦੇ ਕਾਫੀ ਜ਼ਿਆਦਾ ਸਿਮਿਲਰਿਟੀਜ਼ ਨੇ, ਹਾਈ UV ਰੇਜ਼ ਉੱਥੇ ਨੇ, ਲੋ ਏਅਰ ਪ੍ਰੈਸ਼ਰ ਆ, ਬਹੁਤ ਜ਼ਿਆਦਾ ਠੰਡਾ ਉੱਥੇ ਇਨਵਾਇਰਮੈਂਟ ਆ, ਪਰਮਾਫਰੋਸਟ ਆ, ਸਲਾਈਨ, ਹੈ ਨਾ। ਪਰਮਾਫਰੋਸਟ ਮਤਲਬ ਜਿਹੜਾ 2 ਸਾਲਾਂ ਤੋਂ ਸਿਰਫ ਬਰਫ ਹੀ ਜੰਮੀ ਹੋਈ ਆ। ਮਤਲਬ ਮੁਕਾਉਣ ਦੀ ਗੱਲ ਕੀ ਆ ਕਿ ਕੰਡੀਸ਼ਨਸ ਸੇਮ ਨੇ ਜਿੱਦਾਂ ਦੀਆਂ ਅਰਲੀ ਮਾਰਚ 'ਤੇ ਹੁੰਦੀਆਂ ਸੀ, ਜਿੱਦਾਂ ਦੀਆਂ ਉਹਨਾਂ ਨੂੰ ਦੇਖਣ ਨੂੰ ਮਿਲਣਗੀਆਂ। ਸੋ ਆਪਾਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਆਦਾ ਇਹਦੇ ਵਿੱਚ ਇੰਪੋਰਟੈਂਟ ਨਹੀਂ ਆ, ਬਸ ਨਾਮ ਯਾਦ ਰੱਖ ਲਿਓ। ਹੋਪ ਮਿਸ਼ਨ ਇੰਪੋਰਟੈਂਟ ਹੈਗਾ, ਕਿੱਥੇ ਹੋਇਆ? ਸੋਕਾਰ ਵੈਲੀ ਲੱਦਾਖ, ਠੀਕ ਹੈ, ਇਹ ਧਿਆਨ 'ਚ ਰੱਖ ਲਿਓ ਬਈ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹੂੰਗੀ, ਆਪਾਂ ਨੇ ਕੀ ਕਰਨਾ, ਥੋੜ੍ਹਾ ਜਿਹਾ ਟਾਈਮ ਦੇਣਾ, ਰਾਈਟ। ਐਂਡ ਜੋ ਕਰੰਟ ਅਫੇਅਰਸ ਦੀ ਸੀਰੀਜ਼ ਆਪਾਂ ਸ਼ੁਰੂ ਕੀਤੀ ਆ,
मैं ਮੰਨਦੀ ਹਾਂ ਜਿਹੜੇ ਬੱਚਿਆਂ ਨੇ ਸਾਇੰਸ ਐਂਡ ਟੈਕਨੋਲੋਜੀ ਪਹਿਲਾਂ ਨਹੀਂ ਪੜ੍ਹਿਆ ਹੋਊਗਾ ਉਹਨਾਂ ਨੂੰ ਬਹੁਤ ਟਰਮਸ ਟਿਪੀਕਲ ਲੱਗ ਰਹੀਆਂ ਹੋਣਗੀਆਂ, ਪਰ ਇੰਨਾ ਟਰਸਟ ਰੱਖਣਾ, ਹੌਲੀ ਹੌਲੀ ਜਿਵੇਂ ਚੀਜ਼ਾਂ ਕਵਰ ਹੁੰਦੀਆਂ ਜਾਣਗੀਆਂ ਤੁਹਾਡੀ ਅੰਡਰਸਟੈਂਡਿੰਗ ਬਣਦੀ ਜਾਊਗੀ। ਤੇ ਜੋ ਮੈਂ ਕਹਿ ਰਹੀ ਹਾਂ ਵੀ ਆਹ ਇੰਪੋਰਟੈਂਟ ਆ, ਬਸ ਉਹੀ ਕਰਕੇ ਜਾਣਾ ਆਪਾਂ ਨੇ, ਠੀਕ ਹੈ। ਐਂਡ ਅਗੇਨ ਆਈ ਐਮ ਸੇਇੰਗ ਥੋੜ੍ਹਾ ਜਿਹਾ ਪ੍ਰੋਸੈਸ 'ਤੇ ਟਰਸਟ ਰੱਖਿਓ। ਪਹਿਲਾਂ ਹੀ ਸੋਚ ਲੈਣਾ ਕਿ ਬਹੁਤ ਔਖੇ ਔਖੇ ਵਰਡਸ ਆ ਗਏ, ਸਾਨੂੰ ਸਾਇੰਸ ਟੈਕਨੋਲੋਜੀ ਦੇ ਕਰੰਟ ਅਫੇਅਰ ਸਮਝ ਨਹੀਂ ਆਉਣਗੇ, ਦਿਸ ਇਜ਼ ਨੋਟ ਦ ਕੇਸ, ਠੀਕ ਹੈ। ਡੂ ਟਰਸਟ ਇਨ ਦੈਟ ਫੈਕਟਰ। ਚਲੋ ਹੁਣ ਤੱਕ ਹਾਲੇ ਆਪਾਂ ਨੇ ਬਸ ਗੱਲ ਹੀ ਕਰੀ ਆ, ਗਗਨਯਾਨ ਦੀ ਹਾਲੇ ਗੱਲ ਨਹੀਂ ਹੋਈ, ਬਸ ਆਈਡੀਆ ਹੋ ਗਿਆ ਕਿ ਗਗਨਯਾਨ ਇੰਡੀਆ ਦਾ ਪਹਿਲਾ ਹਿਊਮਨ ਸਪੇਸ ਫਲਾਈਟ ਹੋਊਗਾ। ਐਂਡ ਉਹਦੇ ਲਈ ਆਪਾਂ ਕੁਝ ਐਕਸਪੈਰੀਮੈਂਟਸ ਕਰ ਰਹੇ ਹਾਂ, ਐਨਾਲੌਗ ਮਿਸ਼ਨਸ ਉਹਨਾਂ ਨੂੰ ਕਹਿੰਦੇ ਨੇ, ਕਿੱਥੇ ਕਰ ਰਹੇ ਹਾਂ, ਲਦਾਖ ਕਰ ਰਹੇ ਹਾਂ, ਬਸ ਗੱਲ ਖਤਮ, ਠੀਕ ਹੈ। ਨੈਕਸਟ ਜਿਹੜਾ ਟੌਪਿਕ ਹੈ ਦੈਟ ਇਜ਼ ਲੂਨਾਰ ਮੋਡਿਊਲ ਲਾਂਚ ਵਹੀਕਲ। ਇਹ ਸਮਝਾਉਣ ਤੋਂ ਪਹਿਲਾਂ ਮੈਨੂੰ ਥੋੜ੍ਹਾ ਜਿਹਾ ਲਾਂਚ ਵਹੀਕਲਸ ਬਾਰੇ ਦੱਸਣਾ ਪਊਗਾ, ਅਤੇ 2-3 ਮਿੰਟ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣਨੀ ਹੈ। ਦੇਖੋ ਲਾਂਚ ਵਹੀਕਲ ਹੁੰਦੇ ਕੀ ਨੇ, ਬੇਸਿਕਲੀ ਰੌਕਟਸ ਹੁੰਦੇ ਨੇ, ਠੀਕ ਹੈ। ਰੌਕਟਸ ਦੇ ਉੱਪਰ ਆਪਾਂ ਸੈਟਲਾਈਟ ਰੱਖ ਕੇ ਭੇਜ ਦਿੰਦੇ ਹਾਂ। ਜਿਹੜਾ ਰੌਕਟ ਸੈਟਲਾਈਟ ਲੈ ਕੇ ਜਾਂਦਾ ਹੈ ਉਸ ਰੌਕਟ ਨੂੰ ਆਪਾਂ ਕੀ ਬੋਲਦੇ ਹਾਂ, ਲਾਂਚ ਵਹੀਕਲ ਬੋਲਦੇ ਹਾਂ, ਠੀਕ ਹੈ। ਕਿਸ ਪ੍ਰਿੰਸੀਪਲ 'ਤੇ ਕੰਮ ਕਰਦਾ, ਥਰਡ ਲਾਅ ਆਫ ਮੋਸ਼ਨ 'ਤੇ ਕੰਮ ਕਰਦਾ। ਇੱਕ ਥਰਡ ਲਾਅ ਆਫ ਮੋਸ਼ਨ, ਐਕਸ਼ਨ ਆਰ ਇਕੁਅਲ ਆਪੋਜ਼ਿਟ, ਅਤੇ ਦੂਸਰਾ ਕੰਜ਼ਰਵੇਸ਼ਨ ਆਫ ਲਾਅ ਆਫ ਮੋਮੈਂਟਮ। ਅੱਛਾ ਜੀ, ਹੁਣ ਲਾਂਚ ਵਹੀਕਲਸ ਨੇ। ਲਾਂਚ ਵਹੀਕਲ ਮਤਲਬ ਉਹਦਾ ਕੰਮ ਕੀ ਆ, ਲਾਂਚ ਕਰਕੇ ਆਉਣਾ ਸੈਟਲਾਈਟ ਨੂੰ। ਕਿਸ ਪ੍ਰਿੰਸੀਪਲ 'ਤੇ ਕੰਮ ਕਰਦਾ, ਗ੍ਰੈਵੀਟੇਸ਼ਨਲ ਫੋਰਸ, ਸੈਂਟਰੀਪੀਟਲ ਫੋਰਸ, ਠੀਕ ਹੈ। ਉਹ ਬੇਸਿਕ ਸਾਇੰਸ ਤੁਹਾਨੂੰ ਪਤਾ ਹੋਊਗਾ। ਹੁਣ ਮੇਰੇ ਲਈ ਇੰਪੋਰਟੈਂਟ ਕੀ ਆ, ਇੰਡੀਆ ਦੇ ਕਿਹੜੇ ਕਿਹੜੇ ਲਾਂਚ ਵਹੀਕਲਸ ਰਹੇ ਨੇ। ਸਭ ਤੋਂ ਪਹਿਲਾਂ ਇੰਡੀਆ ਦਾ ਪਹਿਲਾ ਸੈਟਲਾਈਟ ਕਿਹੜਾ ਸੀ, ਇਹ ਵੀ ਇੰਪੋਰਟੈਂਟ ਆ ਕਿਉਂਕਿ ਉਹਨੂੰ 50 ਸਾਲ ਹੋ ਚੁੱਕੇ ਨੇ, ਸਭ ਨੂੰ ਪਤਾ ਹੋਊਗਾ, ਆਰਿਆਭੱਟ ਜਾਂ ਆਰਿਆਭੱਟ, ਹੈ ਨਾ। ਆਪਣਾ ਪਹਿਲਾ ਸੈਟਲਾਈਟ, ਪਰ ਆਪਾਂ ਲਾਂਚ ਨਹੀਂ ਸੀ ਕਰਿਆ, ਆਪਣੇ ਕੋਲ ਫੈਸਿਲਿਟੀਜ਼ ਨਹੀਂ ਸੀਗੀਆਂ ਲਾਂਚ ਕਰਨ ਦੀਆਂ। ਕਿੱਥੋਂ ਲਾਂਚ ਕਰਵਾਇਆ ਸੀ, ਰਸ਼ੀਆ ਤੋਂ, ਠੀਕ ਹੈ। ਇੰਡੀਆ ਦੀ ਧਰਤੀ ਤੋਂ ਆਫਟਰ ਇੰਡੀਪੈਂਡੈਂਸ ਜੇ ਕੋਈ ਸਭ ਤੋਂ ਪਹਿਲਾਂ ਸੈਟਲਾਈਟ ਲਾਂਚ ਹੋਇਆ ਉਹ ਕਿਹੜਾ ਸੀ, ਯਾਦ ਰੱਖਣਾ ਸਭ ਨੇ, ਨਾਮ ਸੀਗਾ ਨਿਕ ਅਪਾਚੇ। ਨਿਕ ਅਪਾਚੇ ਇੱਕ ਇੱਦਾਂ ਦਾ ਸੈਟਲਾਈਟ ਆ ਜੋ USA ਦਾ ਸੀ, ਆਪਾਂ ਨੇ ਪਹਿਲੀ ਵਾਰ ਲਾਂਚ ਕਰਿਆ। ਇੰਡੀਆ ਦੀ ਧਰਤੀ ਤੋਂ, ਇੰਡੀਅਨ ਸੋਇਲ ਤੋਂ ਅਗਰ ਕੋਈ ਪਹਿਲੀ ਵਾਰ ਸੈਟਲਾਈਟ ਲਾਂਚ ਹੋਇਆ ਉਹ ਇੰਡੀਆ ਦਾ ਨਹੀਂ ਸੀ, ਫੋਰਨ ਓਰੀਜਨ ਦਾ ਸੀਗਾ। ਕੀ ਨਾਮ ਸੀ, ਨਿਕ ਅਪਾਚੇ, USA ਦਾ। ਫਿਰ ਆਪਾਂ ਨੂੰ ਕੌਨਫੀਡੈਂਸ ਆ ਗਿਆ ਕਿ ਨਹੀਂ ਬਈ ਅਸੀਂ ਕਰ ਸਕਦੇ ਹਾਂ, ਫਿਰ ਆਪਾਂ ਨੇ ਆਪਣੇ ਹੀ ਸੈਟਲਾਈਟਸ, ਆਪਣੇ ਹੀ ਲਾਂਚ ਵਹੀਕਲਸ ਬਣਾਉਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਸੈਟਲਾਈਟ ਬਣਾਇਆ, ਇੰਡੀਆ ਨੇ ਆਪਣਾ ਸੈਟਲਾਈਟ ਬਣਾਇਆ, ਲਾਂਚ ਵਹੀਕਲ, ਸੌਰੀ, ਪਹਿਲਾ ਲਾਂਚ ਵਹੀਕਲ ਦੈਟ ਵਾਜ਼ ਸੈਟਲਾਈਟ ਲਾਂਚ ਵਹੀਕਲ 3, ਸਭ ਤੋਂ ਪਹਿਲਾਂ, ਠੀਕ ਹੈ। ਇਹਦੇ 4 ਸਟੇਜਸ ਸੀਗੀਆਂ, ਇਹ ਯਾਦ ਕਰ ਲਿਓ। ਉਸ ਚੰਗਾ ਕੰਮ ਕੀਤਾ ਉਹਨੇ, ਪਰ ਪੇਲੋਡ ਕਪੈਸਿਟੀ ਬਹੁਤ ਘੱਟ ਸੀ, ਮਤਲਬ ਜ਼ਿਆਦਾ ਭਾਰ ਲੈ ਕੇ ਨਹੀਂ ਜਾ ਸਕਦਾ। ਫਿਰ ਆਪਾਂ ਬਣਾਇਆ ਔਗਮੈਂਟਡ ਸੈਟਲਾਈਟ ਲਾਂਚ ਵਹੀਕਲ 5 ਸਟੇਜ, ਠੀਕ ਹੈ। ਫਿਰ ਸਭ ਤੋਂ ਇੰਪੋਰਟੈਂਟ PSLV, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਜ਼ਿਆਦਾ। ਇਹਨੂੰ ਵਰਕ ਹਾਰਸ ਬੋਲਦੇ ਨੇ ਈਸਰੋ ਦਾ। ਸਭ ਤੋਂ ਵੱਧ ਕੰਮ ਕਿਹਨੇ ਕਰੇ ਨੇ, PSLV ਨੇ ਕਰੇ ਨੇ। ਕਿਵੇਂ, ਮੰਗਲਯਾਨ ਮਿਸ਼ਨ ਕਿਹਨੇ ਲਾਂਚ ਕੀਤਾ, PSLV ਨੇ। ਚੰਦਰਯਾਨ 1 ਮਿਸ਼ਨ ਕਿਹਨੇ ਲਾਂਚ ਕੀਤਾ, PSLV ਨੇ। ਕਿੰਨੇ ਸਟੇਜ ਆ, 4 ਸਟੇਜ ਆ। ਇਹ ਉੱਪਰ ਵਾਲੇ ਭੁੱਲ ਜਾਓ, ਯਾਦ ਰੱਖ ਲਿਓ, ਠੀਕ ਹੈ। PSLV ਬਹੁਤ ਇੰਪੋਰਟੈਂਟ ਆ, 4 ਸਟੇਜ ਆ, ਯਾਦ ਰੱਖਿਓ। ਅੱਛਾ, ਫਿਰ GSLV, ਫਿਰ ਬਣਾਇਆ ਆਪਾਂ ਨੇ GSLV 3 ਸਟੇਜ ਦਾ, ਇਹ ਵੀ ਯਾਦ ਰੱਖਿਓ। ਆਲਦੋ ਇਹਦੇ ਅੰਦਰ ਵੀ ਬਹੁਤ ਕੁਛ ਆ, ਕਿਹੜੀਆਂ ਸਟੇਜਸ ਕਿਵੇਂ, ਹੈ ਨਾ, ਕਿਹੜਾ ਫਿਊਲ, ਸੋਲਿਡ, ਲਿਕੁਇਡ, ਕ੍ਰਾਇਓਜੈਨਿਕ, ਮੈਂ ਉੱਥੇ ਨਹੀਂ ਜਾ ਰਹੀ, ਆਪਾਂ ਸਿਰਫ ਪ੍ਰੀਲਿਮਸ ਦੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੋਲਰ ਸੈਟਲਾਈਟ ਲਾਂਚ ਵਹੀਕਲ, ਕੀ ਸਿਰਫ ਪੋਲਰ ਸੈਟਲਾਈਟਸ, ਪੋਲਰ ਆਰਬਿਟਸ ਭੇਜਣ ਲਈ ਹੁੰਦਾ, ਨਹੀਂ, ਠੀਕ ਹੈ। ਮੰਗਲਯਾਨ ਤੁਹਾਡੇ ਕੋਲ ਐਗਜ਼ਾਮਪਲ ਆ। GSLV ਦੀ ਪੇਲੋਡ ਕਪੈਸਿਟੀ PSLV ਤੋਂ ਵੀ ਕਿਤੇ ਜ਼ਿਆਦਾ ਹੈ, ਤਾਂ ਕਰਕੇ ਮਤਲਬ ਉਹ ਜਾਇੰਟ ਆ, ਵੱਡਾ, ਠੀਕ ਹੈ। GSLV ਦੀਆਂ ਵੀ ਅੱਗੇ ਯੂਨਿਟਸ ਹੁੰਦੀਆਂ ਨੇ, GSLV Mark 1, Mark 2, Mark 3, ਉਹਨਾਂ 'ਚ ਇੰਜਨਸ ਯੂਜ਼ ਹੁੰਦੇ ਨੇ ਅੱਡ ਅੱਡ, ਕ੍ਰਾਇਓਜੈਨਿਕ, ਉਹ ਛੱਡ ਦਿਓ। GSLV ਦਾ ਹੁਣ ਜਿਹੜਾ ਨਾਮ ਚੇਂਜ ਕਰਕੇ ਆਪਾਂ ਰੱਖਤਾ LVM-3, ਠੀਕ ਹੈ, ਲਾਂਚ ਵਹੀਕਲ Mark 3। ਇਹ ਤਾਂ ਹੋ ਗਿਆ ਪੁਰਾਣਾ ਕੌਨਟੈਕਸਟ। ਹੁਣ ਰੌਲਾ ਕਿਸ ਗੱਲ ਦਾ ਪੈ ਰਿਹਾ, ਕਹਿੰਦੇ ਜਿਹੜਾ ਤੁਹਾਡਾ ਸਭ ਤੋਂ ਵੱਡਾ ਤੁਹਾਡੇ ਕੋਲ ਲਾਂਚ ਵਹੀਕਲ ਆ ਕਿਹੜਾ, GSLV, ਜਿਹਦਾ ਨਾਮ ਕੀ ਆ, LVM-3। ਕਹਿੰਦੇ ਇਹਦੀ ਪੇਲੋਡ ਕਪੈਸਿਟੀ ਨਾ ਬਹੁਤ ਘੱਟ ਆ, ਜਿੰਨੀ ਆਪਾਂ ਨੂੰ ਚਾਹੀਦੀ ਆ ਉਹਦੇ ਕੰਪੈਰੇਟਿਵਲੀ। ਕਿੰਨੀ ਕੁ, ਜਿਵੇਂ ਅਗਰ ਇਹਨੇ ਲੋ ਅਰਥ ਆਰਬਿਟ ਜਾਣਾ ਹੋਵੇ 6 ਟਨ, ਹੈ ਨਾ, ਅਗਰ ਇਹਨੇ ਉਦੋਂ ਥੋੜ੍ਹਾ ਦੂਰ ਜਾਣਾ ਹੋਵੇ ਵੱਧ ਤੋਂ ਵੱਧ 3 ਟਨਸ, ਜਿਹੜੀ ਮਤਲਬ ਇੰਨੀ ਕੁ ਦੀ ਜਿਹੜੀ ਹੈਗੀ ਆ ਕੈਪੇਬਿਲਿਟੀ ਹੈਗੀ ਆ।
पॉइंट की है भी ਹੁਣ ਜਿਹੜੇ ਆਪਣੇ ਆਉਣ ਵਾਲੇ ਮਿਸ਼ਨਸ ਨੇ ਚੰਦਰਯਾਨ 4 ਆਪਣਾ ਮਿਸ਼ਨ ਹੈ, ਆਪਾਂ ਨੇ ਲਾਂਚ ਜਿਹੜਾ ਹਿਊਮਨ ਸਪੇਸ ਫਲਾਈਟ ਲੈ ਕੇ ਜਾਣੀ ਹੈ, ਜਾਂ ਫਿਰ ਕੱਲ੍ਹ ਨੂੰ ਆਪਾਂ ਨੇ ਆਪਣਾ ਆਪਦਾ ਖੁਦ ਦਾ ਸਪੇਸ ਸਟੇਸ਼ਨ ਬਣਾਉਣਾ, ਆਪਾਂ ਨੂੰ ਪੇਲੋਡ ਕਪੈਸਿਟੀ ਚਾਹੀਦੀ ਹੈ ਜ਼ਿਆਦਾ, ਠੀਕ ਹੈ। ਤਾਂ ਜਿਹੜਾ ਨੈਕਸਟ ਆਪਣਾ ਮਿਸ਼ਨ ਜਾਂ ਨੈਕਸਟ ਲਾਂਚ ਵਹੀਕਲ ਬਣਨ ਵਾਲਾ ਉਹਦਾ ਨਾਮ ਹੈਗਾ ਨੈਕਸਟ ਜਨਰੇਸ਼ਨ ਲਾਂਚ ਵਹੀਕਲ। याद रखियो नैक्सट जनरेशन लॉन्च व्हीकल, ठीक है। चलो कहने 3 टाइम्स कैपेसिटी बढ़ जूगी, जब हम 10 टन तक जा सकता अगर अपन लोअर ऑर्बिट जाना हो 10 टन तक, 6 to 10 वेरी करता GSLV का, मतलब 30 टन तक लेके जा सकते तुसी भार नूं, अपने हो वधाता। पर कहने हाले भी गल नहीं बनी। तो जिहड़ा लेटेस्ट ਉਹ ਦੁਬਾਰਾ ਸਰਕਾਰ ਨੇ ਕਿਹਾ ਕਿਹੜਾ ਬਣਾਉਣਗੇ, ਉਹ ਲੂਨਾਰ ਮੋਡਿਊਲ ਲਾਂਚ ਵਹੀਕਲ। ਹੁਣ ਤੱਕ ਦਾ ਇੰਡੀਆ ਦਾ ਸਭ ਤੋਂ ਵੱਡਾ ਲਾਂਚ ਵਹੀਕਲ ਇਹ ਹੋਣ ਵਾਲਾ, 80 ਟਨਸ ਤੱਕ ਇਹਦੀ ਕੈਪੇਬਿਲਿਟੀ ਹੋਊਗੀ, ਇਹ ਨਿਊਜ਼ 'ਚ। ਬਾਕੀ ਮੈਂ ਪੁਰਾਣਾ ਕੰਟੈਕਸਟ ਦੱਸਿਆ, LVM3 LMLV ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਲੇਟੈਸਟ ਆ। ਇਹ ਕਿਹਨੂੰ ਰਿਪਲੇਸ ਕਰ ਦੂਗਾ, NGLV ਨੂੰ। ਇਹਨੂੰ ਵੀ ਬਣਾਵਾਂਗੇ ਬਟ ਇਹ ਤੋਂ ਵੀ ਵੱਡਾ ਕਿਹੜਾ ਹੋਏਗਾ, LMLV, ਠੀਕ ਹੈ। ਹੁਣ ਇੱਕ ਵਾਰੀ ਧਿਆਨ ਨਾਲ ਲਿਖੋ ਇੱਥੇ, ਆ ਸਭ ਮੈਂ ਲਿਖਿਆ ਹੋਇਆ। ਸਭ ਤੋਂ ਪਹਿਲਾਂ ਬਣਾਇਆ ਆਪਾਂ SLV, ਠੀਕ ਹੈ, 4th ਸਟੇਜ ਸੀਗਾ। ਫਿਰ ASLV 5 ਸਟੇਜ ਸੀਗਾ ਸੋਲਿਡ ਫਿਊਲ। ਫਿਰ ਆਪਣੇ PSLV ਲੈ ਕੇ ਆਏ, 4 ਸਟੇਜ ਆ, ਲਿਕੁਇਡ ਸੋਲਿਡ ਮਿਕਸ ਫਿਊਲਸ ਨੇ। ਫਿਰ GSLV Mark 1 Mark 2 Mark 3 ਆਇਆ। Mark 3 ਨੂੰ ਆਪਾਂ ਨਾਮ ਕੀ ਦੇਤਾ, LVM3 ਦੇਤਾ, ਠੀਕ ਹੈ। ਤੇ ਫਿਰ ਆਪਾਂ ਨੇ ਕਿਹੜਾ ਲੈ ਕੇ ਆਏ, NGLV ਲੈ ਕੇ ਆਏ। NGLV ਨੈਕਸਟ ਜਨਰੇਸ਼ਨ ਲਾਂਚ ਵਹੀਕਲ, ਠੀਕ ਹੈ। ਇੱਥੇ ਦੇਖ ਸਕਦੇ ਹੋ ਅਪ ਟੂ 30 ਟਨ ਲੈ ਕੇ ਜਾ ਸਕਦਾ। ਤੇ ਇਹਨੂੰ ਵੀ ਹੁਣ ਰਿਪਲੇਸ ਕਿਹਨੇ ਕਰ ਦਿੱਤਾ, ਆਪਣੇ ਲੂਨਾਰ ਮੋਡਿਊਲ ਲਾਂਚ ਵਹੀਕਲ ਨੇ, ਠੀਕ ਹੈ। ਹੈਵੀਐਸਟ ਰॉकेट एवर ਹੋਊਗਾ ਈਸਰੋ ਦਾ, ਡਿਜ਼ਾਈਨਡ ਫॉर ਲੂਨਾਰ ਮਿਸ਼ਨਸ ਐਂਡ ਹਿਊਮਨ ਲੂਨਾਰ ਲੈਂਡਿੰਗ ਬਾय 2040। ਗਗਨਯਾਨ ਮਿਸ਼ਨ ਦੇ ਵਿੱਚ ਆਪਾਂ ਨੇ ਕੀ ਕਰਨਾ, ਸਪੇਸ ਜਾ ਕੇ ਗੇੜਾ ਮਾਰ ਕੇ ਵਾਪਸ ਆ ਜਾਣਾ। 2040 ਤੱਕ ਆਪਾਂ ਮੂਨ ਤੇ ਲੈਂਡ ਕਰਨਾ ਚਾਹੁੰਦੇ ਹਾਂ। ਉਸ ਟਾਈਮ ਤੱਕ ਆਪਾਂ ਨੂੰ ਵੱਡੇ ਲਾਂਚ ਵਹੀਕਲ ਚਾਹੀਦੇ ਨੇ, ਤਾਂ ਕਰਕੇ ਆਪਾਂ ਇਹ ਬਣਾ ਰਹੇ ਹਾਂ। ਲੂਨਾਰ ਮੋਡਿਊਲ ਲਾਂਚ ਵਹੀਕਲ ਇੰਪੋਰਟੈਂਟ ਆ, ਧਿਆਨ ਨਾਲ ਮੇਰੀ ਗੱਲ ਸੁਣੋ, ਠੀਕ ਹੈ। ਅੱਛਾ ਜੀ, ਇੱਕ ਇਹਨਾਂ ਨੇ ਗੱਲ ਹੋਰ ਕਰੀ ਸੀ SSLV ਦੀ, ਇਹ ਵੀ ਸੁਣ ਲਓ, ਸਮੋਲ ਸੈਟੇਲਾਈਟ ਲਾਂਚ ਵਹੀਕਲ। ਕਹਿੰਦੇ ਜਿਹੜੇ ਤੁਸੀਂ PSLV GSLV ਯੂਜ਼ ਕਰਦੇ ਹੋ ਸੈਟੇਲਾਈਟ ਲਾਂਚ ਕਰਨ ਵਾਸਤੇ, ਇੱਕ ਵਾਰੀ ਯੂਜ਼ ਹੁੰਦੇ ਆ, ਸੈਟੇਲਾਈਟ ਚੱਲ ਜਾਂਦਾ ਉਹ ਖਤਮ ਹੋ ਜਾਂਦੇ ਨੇ, ਬਿਕੋਜ਼ ਰੀਯੂਜ਼ੇਬਲ ਨਹੀਂ ਹੈਗੇ। ਕਹਿੰਦੇ ਜੇ ਛੋਟੇ ਸੈਟੇਲਾਈਟਸ ਵੀ ਲਾਂਚ ਕਰਨੇ ਪੈਂਦੇ ਆ, ਤੁਸੀਂ ਇੰਨਾ ਵੱਡਾ ਲਾਂਚ ਵਹੀਕਲ ਯੂਜ਼ ਕਰਦੇ ਹੋ, ਪੈਸਾ ਬਰਬਾਦ ਹੀ ਹੈ। ਤਾਂ ਕਹਿੰਦੇ ਛੋਟੇ ਸੈਟੇਲਾਈਟਸ ਨੂੰ ਲਾਂਚ ਕਰਨ ਵਾਸਤੇ ਛੋਟੇ ਲਾਂਚ ਵਹੀਕਲ ਬਣਾਉਂਦੇ ਆ, ਉਹਦਾ ਨਾਮ ਹੈਗਾ SSLV, ਸਮੋਲ ਸੈਟੇਲਾਈਟ ਲਾਂਚ ਵਹੀਕਲ, ਠੀਕ ਹੈ। ਕਿੰਨੀ ਕੁ ਕੈਪੇਬਿਲਿਟੀ ਆ, ਮਤਲਬ 500 ਕਿਲੋ ਤੱਕ ਲੈ ਕੇ ਜਾ ਸਕਦਾ ਟੂ ਲੋਅਰ ऑर्बिट। ਸੋ ਆਪਾਂ ਨੇ ਇਹ ਵੀ ਬਣਾਇਆ ਸੀਗਾ, ਇਹ ਇੰਪੋਰਟੈਂਟ ਹੈ, ਠੀਕ ਹੈ। 2022 ਤੋਂ ਬਾਅਦ ਆਪਰੇਸ਼ਨਲ ਹੈ। 3 ਸਟੇਜਸ ਨੇ, ਤਿੰਨੇ ਸੋਲਿਡ ਨੇ। ਇੱਥੇ ਕੁਐਸਚਨ ਬਣ ਜਾਂਦੇ ਨੇ ਕਈ ਵਾਰ ਵੀ ਆਲ ਸੋਲਿਡ ਆ ਜਾਂ ਆਲ ਲਿਕੁਇਡ ਆ, ਉਹ ਲਿਖਿਆ ਹੋਇਆ, ਇਹ ਤੁਸੀਂ ਯਾਦ ਕਰਨਾ। ਸਭ ਤੋਂ ਵੱਧ ਇੰਪੋਰਟੈਂਟ ਲੇਟੈਸਟ ਵਾਲਾ ਕਿਹੜਾ, ਲੂਨਾਰ ਮੋਡਿਊਲ ਲਾਂਚ ਵਹੀਕਲ। ਇਹਦੇ ਬਾਰੇ ਕੀ ਪੁੱਛ ਸਕਦੇ ਨੇ, ਇੱਕ ਤਾਂ ਚਲੋ ਹੈਵੀਐਸਟ ਆ, ਰੈਡੀ ਹੋ ਜਾਊਗਾ 2035 ਤੱਕ, NGLV ਨੂੰ ਰੀਪਲੇਸ ਕਰੂਗਾ, ਮੈਂ ਹੁਣ ਦੱਸਿਆ। ਇੱਥੇ ਕੁਐਸਚਨ ਬਣਦਾ, ਆ ਜੋ ਚੀਜ਼ਾਂ ਲਿਖੀਆਂ ਹੋਈਆਂ ਨੇ। ਪੇਲੋਡ ਕਪੈਸਿਟੀ ਕਿੰਨੀ ਆ, 80 ਟਨ। ਜੇ ਲੋ ਅਰਥ ऑर्बिट ਜਾਣਾ, ਲੋ ਅਰਥ ऑर्बिट ਕੀ ਹੁੰਦਾ, ਧਰਤੀ ਦੇ ਜੇ ਅਰਥ ਆ, ਅਰਥ ਤੋਂ ਜੇ ਮੈਂ 2000 ਕਿਲੋਮੀਟਰ ਤੱਕ ਜਾ ਰਹੀ ਹਾਂ ਇੱਥੇ ਕਿਤੇ ਵੀ, ਉਹ ਸਾਰੇ ਕਿਹੜੇ ਹੁੰਦੇ ਨੇ, ਲੋ ਅਰਥ ऑर्बिट। ਜੇ 2000 ਤੋਂ 36000 ਕਿਲੋਮੀਟਰ ਤੱਕ ਜਾਓ, ਉਹਨੂੰ ਆਪਾਂ ਕੀ ਬੋਲ ਦਿੰਦੇ ਆ, ਮਿਡ ਅਰਥ ऑर्बिट। ਜੇ 36000 ਤੇ ਜਾਂ ਉਦੋਂ ਵੱਧ ਜਾਓ ਤਾਂ ਉਹਨੂੰ ਕੀ ਬੋਲ ਦਿੰਦੇ ਨੇ, ਹਾਈ ਅਰਥ ऑर्बिट, ਠੀਕ ਹੈ। ਲੋ ਅਰਥ ऑर्बिट ਤੱਕ ਕਿੰਨਾ ਲੈ ਕੇ ਜਾ ਸਕਦਾ, 80 ਟਨ। ਮੂਨ ਤੇ ਕਿੰਨਾ ਲੈ ਕੇ ਜਾ ਸਕਦਾ, 27 ਟਨ। ਤੇ NGLV ਨਾਲ ਤਾਂ ਬਹੁਤ ਵੱਧ ਆ, ਹੈ ਨਾ, ਉਹ ਨਾਲ ਤਾਂ ਬਹੁਤ ਜ਼ਿਆਦਾ ਹੈ। ਅੱਛਾ ਜੀ, ਠੀਕ ਹੈ। ਇੱਕ ਇੱਥੇ ਕੁਐਸਚਨ ਬਣਦਾ ਬਈ, ਕਿੰਨੀਆਂ ਸਟੇਜਸ ਨੇ ਇਹਦੀਆਂ, 3 ਨੇ, ਯਾਦ ਰੱਖਿਓ। ਪਹਿਲੀਆਂ 2 ਲਿਕੁਇਡ ਨੇ, ਥਰਡ ਹੈਗੀ ਆ ਕ੍ਰਾਇਓਜੈਨਿਕ। ਹੁਣ ਥੋੜ੍ਹਾ ਜਿਹਾ ਦੱਸ ਦਿੰਦੀ ਇਹਦੇ ਬਾਰੇ। ਜਿਹੜਾ ਤੁਸੀਂ PSLV ਪੜ੍ਹਦੇ ਹੋ, PSLV ਉਹਦੇ ਵਿੱਚ ਹੁੰਦੀਆਂ ਨੇ 4 ਸਟੇਜਸ, ਸੋਲਿਡ ਫਿਊਲ, ਲਿਕੁਇਡ ਫਿਊਲ, ਸੋਲਿਡ ਫਿਊਲ, ਲਿਕੁਇਡ ਫਿਊਲ। ਇੰਨਾ ਯਾਦ ਰੱਖ ਲਿਓ। ਜਿਹੜਾ GSLV ਹੁੰਦਾ ਨਾ, GSLV ਉਹਦੇ ਹੁੰਦੇ 3 ਸਟੇਜਸ। ਪਹਿਲਾ ਕੀ ਹੁੰਦਾ ਆਪਣਾ, ਸੋਲਿਡ, ਫਿਰ ਹੁੰਦਾ ਲਿਕੁਇਡ, ਫਿਰ ਹੁੰਦਾ ਕ੍ਰਾਇਓਜੈਨਿਕ ਇੰਜਨ। ਕ੍ਰਾਇਓਜੈਨਿਕ ਇੰਜਨਸ ਮਤਲਬ ਇੰਨਾ ਸਮਝੋ, ਜਿੱਥੇ ਤੁਸੀਂ ਬਹੁਤ ਹੀ ਲੋ ਟੈਂਪਰੇਚਰ ਤੇ ਗੈਸਿਸ ਨੂੰ ਲਿਕਫਾਈ ਕਰਕੇ ਐਡ ਕਰਦੇ ਹੋ। ਮਤਲਬ ਜੇ ਮੈਂ ਗੈਸ ਦਾ ਟੈਂਪਰੇਚਰ ਬਹੁਤ ਜ਼ਿਆਦਾ ਘਟਾ ਦਾਂ, ਕੀ ਬਣ ਜਾਊਗਾ, ਉਹਦਾ ਲਿਕੁਇਡ 'ਚ ਕਨਵਰਟ ਹੋ ਜਾਊਗੀ ਨਾ। ਤਾਂ ਮਤਲਬ ਲਿਕਫਾਈਡ ਆਕਸੀਜਨ ਤੇ ਲਿਕਫਾਈਡ ਹਾਈਡਰੋਜਨ ਯੂਜ਼ ਕਰਦੇ ਹਾਂ, ਉਹਨਾਂ ਦਾ ਜਿਹੜਾ ਫਿਊਲ ਆ ਉਹਨੂੰ ਕੀ ਬੋਲ ਦਿੰਦੇ ਨੇ, ਕ੍ਰਾਇਓਜੈਨਿਕ ਫਿਊਲ। ਯਾਦ ਰੱਖਿਓ, ਕ੍ਰਾਇਓਜੈਨਿਕਸ ਦਾ ਮਤਲਬ ਇਹ ਹੁੰਦਾ ਕਿ ਸਟੱਡੀ ਦੀ ਮਟੀਰੀਅਲ ਐਟ ਅ ਵੈਰੀ ਲੋ ਟੈਂਪਰੇਚਰ। ਕ੍ਰਾਇਓਜੈਨਿਕ ਇੰਜਨ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਸੋ ਥਰਡ ਜਿਹੜੀ ਸਟੇਜ ਹੁੰਦੀ ਹੈ ਉਹ ਕ੍ਰਾਇਓਜੈਨਿਕ ਹੁੰਦੀ ਹੈ, ਧਿਆਨ 'ਚ ਰੱਖਿਓ।
स्टेज 1 2 दोने की ने लिक्विड ने, तो स्टेज 3 किहड़ी आ क्रायोजेनिक आ, ये याद करना पैना तुहानूं, ठीक है। बाकी छड़ सकते हो, मतलब बूस्टर्स वगैरह लिखे हुए हैं, यू कैन स्किप दैट। आई थिंक ये समझ आया होगा। लूनार मॉड्यूल लॉन्च व्हीकल बहुत इंपॉर्टेंट है भाई। दूसरा जो टॉपिक है दैट इज निसार, ए लेटेस्ट मिशन आ निसार, नासा इसरो सिंथेटिक अपर्चर रडार। चलो की पता होना चाहिए मैनू ये बारे, किने किने लॉन्च किया, नासा ते इसरो ने। बहुत वधिया ते बहुत ही एडवांस्ड ये सैटेलाइट हैगा। किहड़ा सैटेलाइट आ, अर्थ दी ऑब्जरवेशन वास्ते, अर्थ ऑब्जरवेशन सैटेलाइट आ। किहड़े ऑर्बिट च भेज रहे हो, सन सिंक्रोनस पोलर ऑर्बिट, ये भी आ रखना, मतलब समझो ना। बाकी जे अर्थ आ, अर्थ दे अराउंड ऑर्बिट्स हो सकते हैं, जिहड़ा नॉर्थ टू पोल, नॉर्थ टू साउथ पोल जाऊगा उन्होंने की बोलते हैं, पोलर ऑर्बिट। सन सिंक्रोनस पोलर ऑर्बिट किहड़ा होया, जिहड़ा इन सिंक विद सन आ, मतलब टाइम के हिसाब नाल भी जे अज तुहानूं वो 12 बजे किते दिख रहा, हर रोज़ 12 बजे तुहानूं वो सैटेलाइट उत्थे दिखूगा, है ना, टाइम के हिसाब नाल। सन सिंक्रोनस पोलर ऑर्बिट, ये बस याद करना आपने। निसार बहुत इंपॉर्टेंट आ, ठीक है। चलो पहला मैंने की समझ आया, नासा ते इसरो ने लॉन्च करिया अर्थ की ऑब्जरवेशन वास्ते। की ऑब्जर्व करना, एक क्लेम करते हैं कहते 0.4 इंचिस का भी धरती पर कोई फर्क पै रहा होएगा ना, कोई वॉलकैनिक करप्शन होने वाली आ, कोई क्लाइमेट चेंज की प्रॉब्लम है, कितने आइस मैल्ट हो रही है, सुनामीज ने आना, कोई भी दिक्कत जी होगी अपन पहला पता लग जूगी। ये निसार का जोड़ा क्लेम है। एंड केड़ा अपने लॉन्च व्हीकल यूज़ किया, GSLV। इत्थे क्वेश्चन बनते हैं, ऑर्बिट केड़ा सी, किने लॉन्च किया, केड़े लॉन्च व्हीकल ने लॉन्च किया, GSLV ने, ये ध्यान च रखना, ठीक है। वेट वगैरह देख लो एक बार, 2300 के तकरीबन वेट आ। किन्ने साल की लाइफ है, 5 साल। कितना डाटा अपन हर 12 दिनों बाद यह दूगा। एंड ये नासा ने भी काम करिया, इसरो ने काम करिया, दोहां दी कॉन्ट्रीब्यूशनस ने। ये दो एक बहुत ही इंपॉर्टेंट टर्म आ सिंथेटिक अपर्चर रडार, है ना, जो मैं पहला भी लिखा, सिंथेटिक अपर्चर रडार। हुण रडार का समझते होंगे, रडार की हुंदा है, जिहदे विच रेडियो वेव्स जांदियां ने एंड टकरा के वापस आउंदियां ने, आपां नूं उस चीज़ बारे स्टडी करन नूं मिलदा। रडार्स बहुत तरीके के होंगे ने। वन ऑफ द बेस्ट रडार विच इज़ यूज इन सैटेलाइट्स इज सिंथेटिक अपर्चर रडार। सिंथेटिक अपर्चर रडार का सिंपल मतलब यह है कि एंटीना, छोटे छोटे एंटीनाज होंगे ने, वो मल्टीपल जगह पर फोटो खिंचते हैं, तो एक बहुत ही हाई रेजोल्यूशन तो इमेजेस मिलदियां ने। तुसीं याद की रखना, सिंथेटिक अपर्चर रडार एक ऐदा का रडार आ ਜਿਹੜੀਆਂ ਤੁਹਾਨੂੰ हर मौसम ਦੇ ਵਿੱਚ, चाहे बारिश हो रही है, चाहे मौसम साफ है, चाहे दिन है, चाहे रात है, हर टाइम ਤੇ ਤੁਹਾਨੂੰ ਜਿਹੜੀਆਂ ਬੈਸਟ रेजोल्यूशन इमेजेस ने वो मिलदियां रहणगियां। सिंथेटिक अपर्चर रडार का मतलब यह है, ठीक है। सो नाम की हो गया, नासा इसरो सिंथेटिक अपर्चर रडार। हुण वेवलेंथ फ्रीक्वेंसी समझते होंगे, कुछ ਜਿਹੜੇ सैटेलाइट्स ने वो किसी होर फ्रीक्वेंसी काम करते हैं, कोई मल्टीपल फ्रीक्वेंसीज होंदियां ने, L बैंड, S बैंड, Q बैंड, K बैंड, है ना। सो इदां दी फ्रीक्वेंसीज होंदियां ने। अगर नहीं पता कोई टेंशन वाली गल नहीं हैगी, बस याद रखियो जिहड़ा निसार आ ये डुअल बैंड है, ये दो अलग अलग तरीके दी फ्रीक्वेंसीज यूज़ होंदियां ने, एक L बैंड फ्रीक्वेंसी, एक S बैंड, ठीक है। जे नहीं भी पता तो कोई टेंशन वाली गल नहीं हैगी, बस तुसी याद कर लियो L बैंड ते S बैंड, ठीक है। L बैंड की कॉन्ट्रीब्यूशन हाँ, नासा दी। S बैंड कौन दे रहा, इसरो दी, ठीक है। L बैंड घट फ्रीक्वेंसी वाला हुंदा, S बैंड ज़्यादा फ्रीक्वेंसी वाला हुंदा, इन्नी गल ध्यान च रख लियो। तो बेसिक साइंस मैंने करवाई है, सबनों ये गल बारे पता होना चाहिए। चलो मैं तुहानूं इलैक्ट्रोमैगनैटिक स्पैक्ट्रम की गल करी सी, ठीक है। कुछ टैक्नोलॉजीज़ के नाम ने, जिमें स्वीपसार, है ना, ये बहुत वधिया इमेजेस दिंदा है। ये बस टैक्नोलॉजी के नाम पॉइंट टू पॉइंट याद रख लियो कि अगर निसार बारे क्वेश्चन आता तो लिख देंगे ने कि स्वीप सार टैक्नीक यूज़ की जाती है। यस, ज़्यादा कॉम्प्लीकेट करने की लोड़ नहीं हैगी, ठीक है जी। चलो होप दिस इज क्लियर टू एवरीवन, ठीक है। बस निक्की निक्की चीज़ां पढ़िया ने आपने। एक अपन देखा कि अपना लॉन्च व्हीकल्स बारे थोड़ा आइडिया हो गया होगा, थोड़ा जिहा ह्यूमन स्पेस फ्लाइट बारे पता लग्या होगा, पॉलिसी आपने पढ़ ली, ठीक है। एंड ये चीज़ आप ध्यान च रखनिया ने। एक होर इंपॉर्टेंट टॉपिक है ब्लैक होल एंड रिलेटेड कॉन्सैप्ट्स। ये ज़्यादा कॉम्प्लीकेट नहीं करना, कुछ वर्ड्स हैं जो अपने पता होने चाहिए ने, जो पेपर च पूछे जा सकते हैं। ब्लैक होल बारे तुसीं की समझते हो? ब्लैक होल नूं सिंपल समझो, एक ऐदां दी जगह है जिथे कोई भी चीज़ जाऊगी वापस नहीं आऊगी। क्यों? क्योंकि इसके वेलोसिटी, मतलब उतों परां जाण दी जिहड़ी वेलोसिटी है, उस चीज़ तो निकलण दी वेलोसिटी वो स्पीड ऑफ लाइट नालों भी ज़्यादा है। मतलब कोई भी चीज़ उत्थे गई वापस नहीं मुड़दी। हुण
ਇੱਕ ਸਟਾਰ ਆ, ਕੋਈ ਵੀ ਸਟਾਰ ਆ, ਸਨ ਵੀ ਆਪਣਾ ਸਟਾਰ ਆ। ਸਟਾਰਸ ਦੇ ਅੰਦਰ ਕੀ ਹੋ ਰਿਹਾ ਹੁੰਦਾ, ਦੋ ਫੋਰਸਿਸ ਆਪਸ 'ਚ ਲੜ ਰਹੀਆਂ ਨੇ। ਸਟਾਰਸ ਦੇ ਅੰਦਰ ਕੀ ਹੋ ਰਹੀ ਆ, ਨਿਊਕਲੀਅਰ ਫਿਊਜ਼ਨ। ਨਿਊਕਲੀਅਰ ਫਿਊਜ਼ਨ ਮਤਲਬ ਹਾਈਡਰੋਜਨ ਮਿਲ ਕੇ ਕੀ ਬਣਾ ਰਹੇ ਨੇ, ਹੀਲੀਅਮ ਬਣਾ ਰਹੇ ਨੇ, ਹੈ ਨਾ, ਹੀਲੀਅਮ ਬਣ ਰਿਹਾ। ਮਤਲਬ ਅੰਦਰੋਂ ਜਿਹੜੀ ਐਨਰਜੀ ਆ ਇੰਨੀ ਜ਼ਿਆਦਾ ਕਿ ਉਹਨੂੰ ਬਾਹਰ ਨੂੰ ਖਿੱਚ ਰਹੀ ਆ। ਬਟ ਉਹ ਸਟਾਰਸ ਇੰਨੇ ਵੱਡੇ ਨੇ, ਇੰਨਾ ਮਾਸ ਆ, ਮਾਸ ਕਰਕੇ ਉਹਨਾਂ ਦੀ ਗ੍ਰੈਵਿਟੀ ਬਹੁਤ ਜ਼ਿਆਦਾ, ਗ੍ਰੈਵਿਟੀ ਉਹਨਾਂ ਨੂੰ ਇਕੱਠੇ ਕਰਕੇ ਰੱਖ ਰਹੀ ਆ। ਜਦ ਤੱਕ ਇਹ ਸਟਾਰ ਜ਼ਿੰਦਾ ਤਦ ਤੱਕ ਇਹ ਬੈਲੈਂਸਡ ਰਹਿੰਦਾ ਕਿ ਬਈ ਅੰਦਰੋਂ ਧੱਕਾ ਪੈ ਰਿਹਾ ਕਿ ਬਾਹਰ ਨੂੰ ਜਾਣਾ, ਗ੍ਰੈਵਿਟੀ ਅੰਦਰੋਂ ਧੱਕ ਰਹੀ ਆ, ਇਨਵਰਡ ਆਊਟਵਰਡ ਫੋਰਸਿਸ ਲੱਗਦੀਆਂ ਰਹਿੰਦੀਆਂ ਨੇ ਤੇ ਬੈਲੈਂਸ ਬਣਿਆ ਰਹਿੰਦਾ। ਜਦੋਂ ਸਨ ਦੀ ਡੈਥ ਹੋਣ ਵਾਲੀ ਹੁੰਦੀ ਆ ਜਾਂ ਜਦੋਂ ਸਟਾਰ ਦੀ ਡੈਥ ਹੋਣੀ ਆ, ਉਸ ਟਾਈਮ 'ਤੇ ਕੀ ਹੁੰਦਾ, ਅੰਦਰਲਾ ਫਿਊਲ ਖਤਮ ਹੋ ਜਾਊਗਾ। ਅੰਦਰੋਂ ਫਿਊਲ ਖਤਮ ਹੋਣ ਲੱਗਦਾ ਤੇ ਮਤਲਬ ਅੰਦਰਲੀ ਫੋਰਸ ਬਿਲਕੁਲ ਵੀਕ ਹੋ ਜਾਂਦੀ ਹੈ ਤੇ ਬਾਹਰਲੀ ਹੋ ਜਾਂਦੀ ਆ ਹਾਵੀ। ਤਾਂ ਉਹ ਕੀ ਕਰਦੀ ਆ, ਸਾਰੇ ਸਟਾਰ ਨੂੰ ਇਕੱਠਾ ਕਰ ਦਿੰਦੀ ਆ। ਠੀਕ ਹੈ, ਇੱਕ ਐਕਸਪਲੋਜਨ ਹੁੰਦਾ ਜਿਹਨੂੰ ਕੀ ਬੋਲਦੇ ਨੇ, ਸੁਪਰਨੋਵਾ, ਡੈਥ ਆਫ ਸਟਾਰ, ਸੁਪਰਨੋਵਾ। ਠੀਕ ਹੈ, ਉਹਦੇ ਤੋਂ ਬਾਅਦ ਪੂਰਾ ਮਾਸ ਬਿਲਕੁਲ ਨਿੱਕੀ ਜਿਹੀ ਬॉल 'ਚ ਆ ਜਾਂਦਾ। ਸੋਚ ਕੇ ਦੇਖੋ ਕਿੰਨੀ ਜ਼ਿਆਦਾ ਡੈਂਸਿਟੀ ਹੋਏਗੀ ਉਸ ਚੀਜ਼ ਦੀ ਕਿ ਮਾਸ ਅਪੋਨ ਵੋਲਿਊਮ ਬਿਲਕੁਲ ਰਿਡਿਊਸ ਹੋ ਗਿਆ। ਇਹ ਮੰਨ ਲਓ ਕਿ ਧਰਤੀ ਜਿਹੜੀ ਹੈਗੀ ਆ ਉਹ ਸਾਰੀ ਸਕਵੀਜ਼ ਕਰਕੇ ਮੈंने बॉल बना दा, मास उन्ना ही रहे, घटे ना, तो कितनी ज़्यादा डेंसिटी होएगी, राइट। तो हाई डेंस जिहड़ा पार्टिकल है ना, ਉਹ ਡੈਥ ਹੁੰਦੀ ਆ ਸਟਾਰ ਦੀ। ਹੁਣ ਸਟਾਰ ਦੀ ਜਦੋਂ ਡੈਥ ਹੋ ਗਈ, ਹੁਣ ਉਹ ਇੱਕ ਵਾਈਟ ਡਵਾਰਫ ਵੀ ਬਣ ਸਕਦਾ, ਇੱਕ ਬਲੈਕ ਹੋਲ ਵੀ ਬਣ ਸਕਦੀ ਆ, ਇੱਕ ਨਿਊਟਰੋਨ ਸਟਾਰ ਵੀ ਬਣ ਸਕਦਾ। ਮੇਰੇ ਵਰਡਸ ਧਿਆਨ 'ਚ ਰੱਖਿਓ, ਠੀਕ ਹੈ, ਬਸ ਇੰਨਾ ਹੀ ਪਤਾ ਹੋਣਾ ਚਾਹੀਦਾ। ਅਗਰ ਇੱਕ ਸਟਾਰ ਦੀ ਡੈਥ ਹੁੰਦੀ ਆ, ਡੈਥ ਤੋਂ ਬਾਅਦ ਮਲਟੀਪਲ ਹੋਰ ਫਾਰਮਸ ਬਣ ਸਕਦੀਆਂ ਨੇ। ਉਹ ਇੱਕ ਵਾਈਟ ਡਵਾਰਫ ਬਣ ਸਕਦਾ, ਇੱਕ ਨਿਊਟਰੋਨ ਸਟਾਰ ਬਣ ਸਕਦਾ, ਇੱਕ ਬਲੈਕ ਹੋਲ ਬਣ ਸਕਦੀ ਆ। ਜੇ ਸਿੰਪਲ ਰੱਖੀਏ, ਮਾਸ 'ਤੇ ਡਿਪੈਂਡ ਕਰਦਾ ਬਈ। ਜੇ ਤਾਂ ਕਿਸੇ ਚੀਜ਼ ਦਾ ਮਾਸ, ਕਿਸੇ ਸਟਾਰ ਦਾ ਮਾਸ ਸਨ ਦੇ ਮਾਸ ਜਿੰਨਾ, ਹੈ ਨਾ, ਸਨ ਬਹੁਤ ਛੋਟਾ, ਜੇ ਸਨ ਦੇ ਇਫ ਦ ਮਾਸ ਆਫ ਦੈਟ ਪਰਟੀਕੂਲਰ ਸਟਾਰ ਇਜ਼ ਨੀਅਰ ਅਬਾਊਟ 1.4 ਟਾਈਮਸ ਦੀ ਮਾਸ ਆਫ ਸਨ, ਉਹ ਬਹੁਤ ਹੀ ਛੋਟਾ ਹੈ ਤੇ ਉਹ ਵਾਈਟ ਡਵਾਰਫ ਬਣ ਜੂਗਾ। ਅਗਰ 1.4 ਤੋਂ ਜ਼ਿਆਦਾ ਮਾਸ ਹੈ ਤਾਂ ਕੀ ਬਣ ਜਾਂਦਾ, ਨਿਊਟਰੋਨ ਸਟਾਰ ਬਣ ਜਾਂਦਾ। ਜੇ ਮਾਸ 2 to 3 ਟਾਈਮਸ ਹੈ ਨਾ ਸਨ ਦੇ, ਤਾਂ ਕੀ ਬਣਦੀ ਆ, ਉਹ ਬਲੈਕ ਹੋਲ ਬਣਦੀ ਆ। ਮਤਲਬ ਕਈ ਵਾਰੀ ਪੁੱਛਿਆ ਜਾਂਦਾ ਨਾ ਕਿ ਸਨ ਦੀ ਡੈਥ ਤੋਂ ਬਾਅਦ ਉਹ ਬਲੈਕ ਹੋਲ ਬਣੂਗਾ, ਨਹੀਂ, ਸਨ ਬਹੁਤ ਛੋਟਾ ਬਲੈਕ ਹੋਲ ਬਣਨ ਵਾਸਤੇ। ਠੀਕ ਹੈ, ਧਿਆਨ ਰੱਖਣਾ ਮੇਰੀ ਗੱਲ। ਇੰਨਾ ਕੁ ਬੇਸਿਕ ਜਾਣਨ ਤੋਂ ਬਾਅਦ ਹੁਣ ਇਹਦੇ ਬਾਰੇ ਦੇਖਦੇ ਹਾਂ ਕੀ ਲਿਖਿਆ ਹੋਇਆ। ਕਹਿੰਦੇ ਬਈ ਪਹਿਲਾਂ ਤਾਂ ਦੇਖੋ, ਮੈਂ ਕੀ ਕਿਹਾ, ਅਗਰ 3 ਚਾਂਸਸ ਨੇ, 3 ਆਪਸ਼ਨਸ ਨੇ ਸਟਾਰ ਡੈਥ ਤੋਂ ਬਾਅਦ, ਜਾਂ ਕੀ ਬਣੂਗਾ, ਉਹ ਵਾਈਟ ਡਵਾਰਫ ਬਣੂਗਾ, ਜਾਂ ਉਹ ਕੀ ਬਣੂਗਾ, ਨਿਊਟਰੋਨ ਸਟਾਰ ਬਣੂਗਾ, ਜਾਂ ਉਹ ਕੀ ਬਣੂਗਾ, ਬਲੈਕ ਹੋਲ ਬਣੂਗੀ। ਕਹਿੰਦੇ ਜੇ ਤਾਂ ਮਾਸ ਤਕਰੀਬਨ 1.4 ਟਾਈਮਸ ਹੀ ਹੈ ਮਾਸ ਆਫ ਸਨ, ਠੀਕ ਹੈ, ਤਾਂ ਉਹ ਵਾਈਟ ਡਵਾਰਫ ਰਹਿ ਜੂਗਾ। ਤੇ ਇਹ ਕੀ ਦੱਸਿਆ ਸੀਗਾ, ਚੰਦਰ ਸ਼ੇਖਰ, ਐਂਡ ਇਸ ਕਰਕੇ ਉਹਨੂੰ ਕੀ ਬੋਲ ਜਾਂਦਾ, ਚੰਦਰ ਸ਼ੇਖਰ ਲਿਮਿਟ। ਚੰਦਰ ਸ਼ੇਖਰ ਲਿਮਿਟ ਇਹ ਡਿਸਾਈਡ ਕਰਦੀ ਆ ਕਿ ਵਾਈਟ ਡਵਾਰਫ ਦੀ ਮੈਕਸਿਮਮ ਕੈਪੇਬਿਲਿਟੀ ਕੀ ਆ। ਅਗਰ ਕਿਸੇ ਸਟਾਰ ਦਾ ਮਾਸ 1.4 ਟਾਈਮਸ ਦੀ ਮਾਸ ਆਫ ਸਨ ਹੈ ਤਾਂ ਉਹ ਵਾਈਟ ਡਵਾਰਫ ਰਹੂਗਾ। ਇਹ ਕੀ ਦੱਸਿਆ ਸੀ, ਚੰਦਰ ਸ਼ੇਖਰ ਲਿਮਿਟ ਨੇ। ਠੀਕ ਆ, ਅਗਰ ਚੰਦਰ ਸ਼ੇਖਰ ਲਿਮਿਟ ਕ੍ਰੋਸ ਹੋ ਗਈ ਤਾਂ ਫਿਰ ਕੀ ਬਣ ਜੂਗਾ, ਨਿਊਟਰੋਨ ਸਟਾਰ। ਜੇ ਨਿਊਟਰੋਨ ਸਟਾਰ ਕਿੱਥੇ ਤੱਕ ਰਹੂਗਾ, ਉਹਦੀ ਵੀ ਕੋਈ ਲਿਮਿਟ ਹੋਊਗੀ। ਉਹ ਕਿਹਨੇ ਦਿੱਤੀ ਆ, ਉਹ ਹੈਗੀ ਆ TOV ਲਿਮਿਟ। ਠੀਕ ਹੈ, ਟੋਲਮੈਨ, ਓਪਨਹਾਈਮਰ, ਵੋਲਕੋਫ। ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਪਰ ਇੰਨਾ ਦੇਖ ਲਿਓ ਕਿ ਅਗਰ 2 to 3 ਟਾਈਮਸ ਮਾਸ ਆਫ ਸਨ ਹੈ ਤਾਂ ਫਿਰ ਅਗਰ ਇਹ ਕ੍ਰੋਸ ਕਰ ਗਿਆ ਫਿਰ ਕੀ ਬਣੂਗਾ, ਬਲੈਕ ਹੋਲ ਬਣੂਗੀ। ਸਮਝ ਆ ਗਿਆ। ਸਭ ਤੋਂ ਪਹਿਲਾਂ ਵਾਈਟ ਡਵਾਰਫ, ਜੇ ਹੋਰ ਮਾਸ ਵੱਧ ਗਿਆ, ਨਿਊਟਰੋਨ ਸਟਾਰ, ਜੇ ਹੋਰ ਮਾਸ ਵੱਧ ਗਿਆ ਤਾਂ ਕੀ ਬਣੂਗੀ, ਬਲੈਕ ਹੋਲ ਬਣੂਗੀ। ਠੀਕ ਹੈ, ਤੇ ਬਲੈਕ ਹੋਲ ਦੀ ਡੈਂਸਿਟੀ ਇਨਫਾਈਨਾਈਟ ਹੁੰਦੀ ਆ। ਜਿਸ ਪੁਆਇੰਟ 'ਤੇ ਜਾ ਕੇ ਡੈਂਸਿਟੀ ਇਨਫਾਈਨਾਈਟ ਹੋ ਜਾਂਦੀ ਆ ਉਹਨੂੰ ਬੋਲਦੇ ਨੇ ਸਿੰਗੂਲੈਰਿਟੀ। ਕੀ ਬੋਲਦੇ ਨੇ, ਸਿੰਗੂਲੈਰਿਟੀ। ਇਹ ਧਿਆਨ 'ਚ ਰੱਖਣਾ। ਠੀਕ ਹੈ, ਚਲੋ ਇਹ ਆਪਾਂ ਨੇ ਦੇਖ ਲਿਆ। ਅੱਛਾ, ਹੁਣ ਕਹਿੰਦੇ ਆਪਾਂ ਨੂੰ ਕਿਵੇਂ ਪਤਾ ਲੱਗਿਆ ਕਿ ਬਲੈਕ ਹੋਲਸ ਹੁੰਦੀਆਂ ਨੇ। ਕਹਿੰਦੇ ਜਦੋਂ ਬਲੈਕ ਹੋਲਸ ਨੇ ਉਹ ਜ਼ਿਆਦਾਤਰ ਇਕੱਠੀਆਂ ਦੋ ਆਪਸ 'ਚ ਇੱਕ ਦੂਸਰੇ ਦੇ ਅਰਾਊਂਡ ਘੁੰਮ ਰਹੀਆਂ ਹੁੰਦੀਆਂ ਨੇ। ਕਹਿੰਦੇ ਜਦੋਂ ਬਲੈਕ ਹੋਲਸ ਆਪਸ 'ਚ ਟਕਰਾਉਂਦੀਆਂ ਨੇ ਜਾਂ ਉਹਨਾਂ ਦਾ ਮਰਜਰ ਹੁੰਦਾ ਜਾਂ ਉਹ ਆਪਸ 'ਚ ਰਿਐਕਸ਼ਨ ਹੁੰਦੀ ਆ, ਉਦੋਂ ਕਹਿੰਦੇ ਰਿਪਲਸ ਕ੍ਰੀਏਟ ਹੁੰਦੇ ਨੇ। ਜਿਵੇਂ ਪਾਣੀ 'ਚ ਪੱਥਰ ਮਾਰੀਏ ਗੋਲ ਗੋਲ ਚੱਕਰ ਬਣ ਜਾਂਦੇ ਨੇ ਨਾ, ਉਹ ਕਹਿੰਦੇ ਇੱਕ ਵੇਵਸ ਜਿਹੀਆਂ ਕ੍ਰੀਏਟ ਹੁੰਦੀਆਂ ਨੇ ਜੋ ਆਪਣੇ ਤੱਕ ਪਹੁੰਚ ਜਾਂਦੀਆਂ ਨੇ। ਆਪਾਂ ਨੂੰ ਡਿਟੈਕਟ ਕਰਕੇ ਪਤਾ ਲੱਗ ਜਾਂਦਾ ਕਿ ਕੋਈ ਬਲੈਕ ਹੋਲ ਮਰਜ ਹੋਈ ਆ ਜਾਂ ਬਲੈਕ ਹੋਲ ਬਣੀ ਆ, ਕੁਛ ਇੱਦਾਂ। ਠੀਕ ਹੈ, ਉਹ ਕਿਹੜੀਆਂ ਵੇਵਸ ਨੇ, ਗ੍ਰੈਵੀਟੇਸ਼ਨਲ ਵੇਵਸ ਨੇ। ਜ਼ਿਆਦਾ ਕੰਪਲੀਕੇਟ ਨਹੀਂ ਕਰਨਾ,
पर याद रखियो यूपीएस ने मल्टीपल टाइम्स ये क्वेश्चन पूछा होया, ਜਦੋਂ ਵੀ ਬਲੈਕ ਹੋਲਸ ਮਤਲਬ ਆਪਣੇ ਕੋਲੇ ਬਲੈਕ ਹੋਲਸ ਦਾ ਪ੍ਰੂਫ ਕੀ ਆ, ਗ੍ਰੈਵੀਟੇਸ਼ਨਲ ਵੇਵਸ। ਜਦੋਂ ਵੀ ਵੇਵਸ ਜਦੋਂ ਵੀ ਬਲੈਕ ਹੋਲਸ ਕੋਲਾਈਡ ਕਰਨਗੀਆਂ, ਮਰਜ ਕਰਨਗੀਆਂ ਤਾਂ ਕੀ ਪ੍ਰੋਡਿਊਸ ਕਰਨਗੀਆਂ, ਗ੍ਰੈਵੀਟੇਸ਼ਨਲ ਵੇਵਸ। ਕੀ ਦੱਸਿਆ ਸੀ ਆਇਨਸਟਾਈਨ ਨੇ, ਇੱਕ ਵਾਰ ਦੇਖ ਲਿਓ, ਰਿਪਲਸ ਇਨ ਦ ਸਪੇਸ ਟਾਈਮ ਆਰ ਨੋਨ ਐਜ਼ ਗ੍ਰੈਵੀਟੇਸ਼ਨਲ ਵੇਵਸ ਪ੍ਰੋਡਿਊਸਡ ਬਾਏ ਵਾਇਲੈਂਟ ਈਵੈਂਟਸ ਲਾਈਕ ਕੋਲਾਈਡਿੰਗ ਬਲੈਕ ਹੋਲਸ, ਨਿਊਟਰੋਨ ਸਟਾਰ, ਸੁਪਰਨੋਵਾ। ਜਦੋਂ ਵੀ ਇਹ ਵੱਡੇ ਵੱਡੇ ਈਵੈਂਟਸ ਹੋ ਰਹੇ ਹੁੰਦੇ ਨੇ ਤਾਂ ਕਿਹੜੀਆਂ वेव्स बनदियां ने, ग्रेविटेशनल वेव्स बनदियां ने। प्लीज़ ध्यान रखना है। अच्छा आ एक बार देख लो, कहते अपन लिमिट्स देख लिया, देखो लिखा हुआ इन्होंने, कहते अगर तो बहुत छोटा, अगर तो मास 1.4 टाइम्स द मास ऑफ सन तो घट तो वाइट डवार्फ बनूगा, उदों वधा तो की बनूगा, न्यूट्रॉन स्टार। जे कोई स्टार 2 ਤੋਂ 3 गुणा वड्डा सन नालों फिर वो न्यूट्रॉन स्टार भी नहीं बनता, फिर वो की बनूगी, ब्लैक होल बनूगी। समझ आई गल? ठीक है, ये ध्यान रखना। अच्छा जी, कुछ होर टर्म्स भी लिखिया हुई ने, वो पूछे जा सकते, एक बार देख लो। एक होंदा जाइंट स्टार। जाइंट स्टार जदों ना इन्हूं बोलते हैं लास्ट स्टेज ऑफ स्टार, जदों उहदी डैथ होने वाली हुंदी है स्टार दी, पहला फिर स्लो होने तो पहला तेज होगा ना, एट दी एंड कहते रेट ऑफ रिएक्शन बहुत फास्ट हो जाता, तो वो बहुत ही ज़्यादा फुलावर च आउंदा, पहला बहुत वड्डा हुंदा, तां उहनूं की बोलते हैं जाइंट स्टार। इस तो बाद की होना, उहदी डैथ होनी है। ठीक है, तो जाइंट स्टार इज द लास्ट स्टेज, ध्यान रखना। ठीक है, लास्ट स्टेज। अच्छा ब्राउन डवार्फ बारे याद रखियो, फेल्ड स्टार्स है ना, जिन्हें कि कुछ भी नहीं बनना, मतलब उन्हें मास घट आ या प्रॉपरली उन्हें डेथ नहीं हो पाई, प्रॉपर जिन्हें भी फॉर्मूलास पढ़े ने हो नहीं पाए, तो ब्राउन डवार्फ वास्ते एक वर्ड याद रख लो, फेल्ड स्टार्स। ठीक है, फेल्ड स्टार्स। इनसफिशिएंट मास होंदा सो दैट दे कैन सस्टेन हाइड्रोजन फ्यूल, मतलब वो स्टार सक्सैसफुल नहीं हुए, फेल्ड स्टार्स। एक होंगे सिफाइड वेरीएबल्स। ठीक है, सिफाइड वेरीएबल्स बारे याद रखना, स्टार्स ही होंगे ने, डिम करते हैं, मतलब लाइट आऊगी डिम हो जाएंगे, लाइट आऊगी डिम हो जाएंगे पीरियडिकली, है ना। विकमिंट लाइट आई फिर बंद हो गई, लाइट आई बंद हो, जो डिम लाइट पीरियडिकली करते हैं उन्होंने की बोलते हैं सिफाइड। ये मैं वो पॉइंट्स उठा रही हूँ जो PYQs ने। ठीक है, तो ध्यान नाल समझना, बस एक ही गल जो मैं दस रही हूँ, ज़्यादा कॉम्प्लीकेट नहीं करना। एक होंगे नैबुला, कहते नैबुला भी जाइंट क्लाउड्स होंगे ने, वड्डे वड्डे क्लाउड्स होंगे ने, गैस दे, डस्ट दे। ठीक है, एंड दे एक्ट एज अ स्टार नर्सरीज या फिर रेमिनेंट्स ऑफ डाइंग स्टार्स। जिथे नैबुलास होणगे ना, ਇਹਦਾ मतलब यह है कि ਜਾਂ ਤਾਂ ਕਿਸੇ स्टार ने इत्थों नवा बनना है या कोई स्टार इत्थे खत्म हो रहा। तो स्टार नर्सरीज की तरह नैबुला नूं जाणिया जांदा, वड्डे वड्डे स्टार्स हुंदे ने, ये ध्यान च रखियो। पल्सर की आ, पल्सर भी एक न्यूट्रॉन स्टार ही हुंदा, न्यूट्रॉन स्टार की एक टाइप आ पल्सर। कि ਉਹਦੇ ਵਿੱਚ ना ਤੁਹਾਨੂੰ ऐदा लगूगा कि अगर ये पल्सर स्टार है ना, ਇਹਦੇ ਵਿੱਚੋਂ ਤੁਹਾਨੂੰ ਐਂ ਲੱਗੂਗਾ कि बहुत ज़्यादा ਜਿਹੜੇ रेज ने वो एक पर्टिकुलर डायरैक्शन च बाहर आ रही ने, बहुत एक्सरेज, मतलब बड़िया हाईली एनर्जेटिक पार्टिकल्स ना इदा निकल रहे हैं विचों, उन्होंने की बोलते हैं, पल्सर बोलते हैं। ठीक है, आई अंडरस्टैंड इट मे बी अ लिटिल बिट कॉम्प्लीकेटेड, ज़्यादा फोकस नहीं करके एक एक जो मैं पॉइंट दसिया वो ध्यान रख लियो। ठीक है, ब्लैक होल मर्जर कहने जो मैं तो दस के गई हाँ कि बई ब्लैक होल्स के जो मर्ज होंगे ने, एंड यूजुअल कॉन्सैप्ट है अपने यूनीवर्स के कि ब्लैक होल्स मर्ज कर दिया ने, मर्ज करके वो वेव्स प्रोड्यूस कर दिया जिन्होंने की कहते हैं ग्रैविटेशनल वेव्स। ठीक है, वो बिना ज़्यादातर तो तुम्हें बाइनरी मिलते हैं, कई बार ट्रिपल सिस्टम भी होंगे विद 3 स्टार्स आपस उन्होंने रिलेशन है, या फिर कई बार 4 स्टार्स का आपस कनैक्शन भी होंगे। तो ये थोड़ा पॉइंट आ वो ध्यान रख सकते हो। ठीक है, हुण आपां की कहा, अगर किते वेव ब्लैक होल्स मर्ज कर रही ने की जनरेट होगा, ग्रैविटेशनल वेव जनरेट होणगियां, आपां उन्हां नूं डिटेक्ट कर लांगे। आपां किवें डिटेक्ट करते हैं, एक बहुत वड्डा प्रोजैक्ट है लीगो प्रोजैक्ट। ठीक है, वेरी वेरी इंपॉर्टेंट लीगो प्रोजैक्ट। ठीक है, लेजर इंफेरोमीट्री ग्रैविटेशनल ऑब्जर्वेटरी नूं बोलते हैं। लीगो एक ऐदां दा प्रोजैक्ट आ, मतलब जिहड़ा कि ग्रैविटेशनल वेव्स नूं की कर रहा, डिटेक्ट कर रहा। हुण आपां उन्हें इत्थे क्यों पढ़ रहे हैं, देखो कहंदे ਇਹਦੇ ना ਜਿਹੜੀਆਂ मतलब नीचे ਜਿਹੜੇ ਵੱਡੇ ਵੱਡੇ ਟੈਲੀਸਕੋਪਸ कैमराज लगे हुए हैं वो कितने लगे हुए हैं, USA लगे हुए हैं। ठीक है, अपने कोले लुज़ानिया ते वाशिंगटन 2 जगह ने USA ਵਿੱਚ जिथे लग्या होया 2 प्रोजैक्ट। ਜਿਹੜਾ ਤਾਂ थर्ड प्रोजैक्ट आ वो इंडिया च लगना, ਤਾਂ ਕਰਕੇ टॉपिक इंपॉर्टेंट है। इंडिया ਦੇ ਵਿੱਚ हिंगोली डिस्ट्रिक्ट है महाराष्ट्र, 2030 तक ਜਿਹੜਾ ਲੀਗੋ ਦਾ 3rd आर्म होगी वो कितने
ਐਸਟੈਬਲਿਸ਼ ਹੋਣੀਆਂ ਮਹਾਰਾਸ਼ਟਰ ਇੰਡੀਆ ਦੇ ਵਿੱਚ, ਤਾਂ ਕਰਕੇ ਚੀਜ਼ ਇੰਪੋਰਟੈਂਟ ਆ, ਇੱਥੇ ਦੇਖ ਸਕਦੇ ਹੋ। ਸੋ ਲੀਗੋ ਇੰਡੀਆ ਦੈਟ ਵਿਲ ਬੀ ਦ 3rd ਲੀਗੋ ਆਬਜ਼ਰਵੇਟਰੀ, ਠੀਕ ਹੈ, ਐਂਡ ਹੋਏਗੀ ਕਿੱਥੇ, ਹਿੰਗੋਲੀ ਡਿਸਟ੍ਰਿਕਟ ਮਹਾਰਾਸ਼ਟਰ, ਠੀਕ ਹੈ, ਇੰਨਾ ਧਿਆਨ 'ਚ ਰੱਖ ਲਿਓ। ਲੀਗੋ ਹੋ ਗਿਆ, ਗ੍ਰੈਵੀਟੇਸ਼ਨਲ ਵੇਵਸ ਹੋ ਗਈਆਂ, ਬਲੈਕ ਹੋਲ, ਜਿੰਨਾ ਕਿ ਮੈਂ ਦੱਸਿਆ ਇੰਨਾ ਕੁ ਆਪਣੇ ਲਈ ਬਹੁਤ ਆ ਐਗਜ਼ਾਮ ਵਿੱਚ ਜਾਣ ਵਾਸਤੇ। ਆ ਬਲੈਕ ਹੋਲ ਦਾ ਸਟਰਕਚਰ ਆ, ਇਹਨੂੰ ਇੱਕ ਵਾਰੀ ਗੋ ਥਰੂ ਕਰ ਸਕਦੇ ਹੋ, ਠੀਕ ਹੈ। ਚਲੋ ਜੀ, ਹੁਣ ਥੋੜ੍ਹਾ ਜਿਹਾ ਇਹ ਟੌਪਿਕ ਇੰਪੋਰਟੈਂਟ ਆ, ਇਹਦਾ ਕੌਨਸੈਪਟ ਵੀ, ਅਤੇ ਆਪਾਂ ਪੁੱਛਿਆ ਜਾ ਸਕਦਾ ਵੀ ਕੁਛ ਲੇਟੈਸਟ ਆ। 2 ਮਿੰਟ ਗੱਲ ਮੇਰੀ ਧਿਆਨ ਨਾਲ ਸੁਣਨੀ ਆ। ਧਰਤੀ 'ਤੇ ਧਰਤੀ 'ਤੇ ਹੈਗੀ ਆ ਗ੍ਰੈਵਿਟੀ, ਆਪਣੀ ਬੋਡੀ ਇਸ ਹਿਸਾਬ ਨਾਲ ਜਨਰੇਟ ਹੋਈ ਆ, ਜਾਂ ਆਪਾਂ ਇਸ ਹਿਸਾਬ ਨਾਲ ਬਣੇ ਆ ਬਾਏ ਅਲਮਾਈਟੀ ਗੋਡ ਔਰ ਦ ਕ੍ਰੀਏਸ਼ਨ ਆਫ ਨੇਚਰ, ਕਿ ਆਪਾਂ ਆਪਣੀ ਬੋਡੀ ਗ੍ਰੈਵਿਟੀ ਦੇ ਇੰਪੈਕਟ ਦੇ ਅੰਡਰ ਹੀ ਕੰਮ ਕਰਨ ਨੂੰ ਬਣੀ ਹੋਈ ਆ। ਜਿਵੇਂ ਕਿ ਐਗਜ਼ਾਮਪਲ ਵਾਸਤੇ, ਅਗਰ ਮੈਂ ਗ੍ਰੈਵਿਟੀ ਕੋਈ ਇੱਦਾਂ ਦੀ ਜਗ੍ਹਾ 'ਤੇ ਚੱਲ ਜਾਵਾਂ ਜਿੱਥੇ ਗ੍ਰੈਵਿਟੀ ਨਹੀਂ ਹੈਗੀ, ਵੈਕਿਊਮ 'ਚ ਬਿਲਕੁਲ ਜਿੱਥੇ ਗ੍ਰੈਵਿਟੀ ਨਹੀਂ ਹੈਗੀ, ਉੱਥੇ ਮੇਰੀਆਂ ਜਿਹੜੀਆਂ ਬਲੱਡ ਵੈਸਲਸ ਨੇ ਨਾ, ਆਰਟਰੀਜ਼, ਵੇਨਸ, ਉਹ ਕੰਮ ਕਰਨਾ ਬੰਦ ਕਰ ਦੇਣੀਆਂ, ਬਰਸਟ ਆਊਟ ਹੋ ਜਾਣਗੀਆਂ, ਫਟ ਜਾਣਗੀਆਂ। ਆਪਣੀ ਬੋਡੀ ਬਣੀ ਹੀ ਇਸ ਹਿਸਾਬ ਨਾਲ ਹੋਈ ਆ ਕਿ ਆਪਾਂ ਗ੍ਰੈਵਿਟੀ ਦੇ ਅੰਡਰ ਰਹਿਣਾ। ਪਰ ਮੰਨ ਲਓ ਤੁਸੀਂ ਇੱਥੇ ਚੱਲ ਗਏ ਜਿੱਥੇ ਗ੍ਰੈਵਿਟੀ ਨਹੀਂ ਹੈਗੀ, ਜਿਵੇਂ ਸਪੇਸ ਦੇ ਵਿੱਚ, ਹੈ ਨਾ, ਉਹਦੇ ਜਾ ਕੇ ਤੁਹਾਡੀ ਬੋਡੀ ਡਿਫਰੈਂਟਲੀ ਵਰਕ ਕਰੂਗੀ, ਤਾਂ ਉਹਦਾ ਇੰਪੈਕਟ ਆਪਾਂ ਨੂੰ ਕਿਵੇਂ ਦਿਖਦਾ। ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਲੋਕ ਜਾਂਦੇ ਨੇ, ਤੁਸੀਂ ਸੁਨੀਤਾ ਵਿਲੀਅਮ ਦਾ ਕੇਸ ਸੁਣਿਆ ਹੋਊਗਾ। ਰੀਸੈਂਟਲੀ ਸ਼ੁਭਾਂਸ਼ੂ ਸ਼ੁਕਲਾ ਇੰਡੀਆ ਦੇ ਪਹਿਲੇ ਪਹਿਲੇ ਇੰਡੀਅਨ ਜਿਹੜੇ ISS ਗਏ ਨੇ, ਸ਼ੁਭਾਂਸ਼ੂ ਸ਼ੁਕਲਾ, ਠੀਕ ਹੈ। ਕਿਹੜਾ ਮਿਸ਼ਨ ਸੀਗਾ, ਐਗਜ਼ੀਅਮ 4 ਮਿਸ਼ਨ ਸੀ, ਉਹਨੂੰ ਇੰਡੀਆ ਨੇ ਨਾਮ ਦੇਤਾ ਮਿਸ਼ਨ ਆਕਾਸ਼ ਗੰਗਾ। ਉਹਦੇ ਅੰਡਰੋਂ ਗਏ ਸੀਗੇ, ਅਤੇ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਉਹ ਉੱਥੋਂ ਲੋਕ ਵਾਪਸ ਆਉਂਦੇ ਆ ਨਾ, ਉਹਨਾਂ ਨੂੰ ਬਹੁਤ ਪ੍ਰੋਬਲਮਸ ਹੋ ਜਾਂਦੀਆਂ ਨੇ, ਹੈਲਥ ਪ੍ਰੋਬਲਮਸ। ਉਹਨਾਂ ਦਾ ਜਿਹੜਾ ਮਸਲ ਡੀਜਨਰੇਟ ਹੋਣੀ ਸ਼ੁਰੂ ਹੋ ਜਾਂਦੀ ਆ, ਉਹਨਾਂ ਦਾ ਵੇਟ ਬਿਲਕੁਲ ਘਟਣਾ ਸ਼ੁਰੂ ਹੋ ਜਾਂਦਾ, ਮਸਲ ਲੋਸ ਸ਼ੁਰੂ ਹੋ ਜਾਂਦਾ। ਤੁਸੀਂ ਦੇਖੋਗੇ ਕਿ ਫੇਸ ਪਫੀ ਹੋ ਜਾਂਦਾ, ਬਸ ਨੀਚੇ ਨੂੰ ਨਹੀਂ ਕੁਛ ਫਲੋ ਕਰ ਰਿਹਾ ਬੋਡੀ 'ਚ ਨਾ, ਸਾਰਾ ਕੁਛ ਉੱਪਰ ਨੂੰ ਆ ਰਿਹਾ, ਗ੍ਰੈਵਿਟੀ ਨਹੀਂ ਹੈਗੀ। ਸੋ ਇੱਦਾਂ ਦੇ ਇੰਪੈਕਟ ਦੇਖਣ ਨੂੰ ਮਿਲਦੇ ਆ, ਐਂਡ ਇਟ ਮੀਨਸ ਕਿ ਬੋਡਲੀ ਜਿਹੜੇ ਕਾਫੀ ਇੰਪੈਕਟ ਹੁੰਦੇ ਨੇ ਮਾਈਕਰੋ ਗ੍ਰੈਵਿਟੀ ਦੇ। ਹੁਣ ਮਾਈਕਰੋ ਗ੍ਰੈਵਿਟੀ ਹੈ ਕਿ ਜਦੋਂ ਵੀ ਕੋਈ ਚੀਜ਼ ਆਪਾਂ ਤੁਰ ਕਿਉਂ ਪਾ ਰਹੇ ਹਾਂ ਨੀਚੇ ਧਰਤੀ 'ਤੇ, ਕਿਉਂਕਿ ਜਦੋਂ ਮੇਰੀ ਬੋਡੀ ਫੋਰਸ ਲਗਾ ਰਹੀ ਆ, ਮੇਰਾ ਭਾਰ ਧਰਤੀ 'ਤੇ ਫੋਰਸ ਲਗਾ ਰਿਹਾ, ਧਰਤੀ ਵਾਪਸ ਰਿਐਕਸ਼ਨ ਦੇ ਰਹੀ ਆ। ਸੋ ਐਕਸ਼ਨ ਰਿਐਕਸ਼ਨ ਹੋਣ ਕਰਕੇ ਮੈਂ ਧਰਤੀ 'ਤੇ ਤੁਰ ਪਾ ਰਹੀ ਹਾਂ। ਜੇ ਇਹਨਾਂ 'ਚੋਂ ਇੱਕ ਕੱਟ ਦਿਓ, ਐਕਸ਼ਨ ਰਿਐਕਸ਼ਨ ਇੱਕ ਕੱਟ ਦਿਓ, ਤਾਂ ਮੈਂ ਵਾਕ ਹੀ ਨਹੀਂ ਕਰ ਪਾਊਂਗੀ, ਅਤੇ ISS ਦੇ ਵਿੱਚ ਵਾਕ ਕਰ ਵੀ ਨਹੀਂ ਪਾਉਂਦੇ। ਦੂਸਰੀ ਗੱਲ, ਮਾਸ ਅਤੇ ਵੇਟ ਦਾ ਥੋੜ੍ਹਾ ਜਿਹਾ ਕੌਨਸੈਪਟ ਸਮਝਦੇ ਹੋਵੋਗੇ। ਮਾਸ ਕੀ ਹੁੰਦਾ, ਜਿੰਨੇ ਕੰਟੈਂਟ ਦੇ ਆਪਾਂ ਬਣੇ ਹੁੰਦੇ ਆ। ਵੇਟ ਕੀ ਹੁੰਦਾ ਕਿ ਮਾਸ ਦੇ ਉੱਪਰ ਗ੍ਰੈਵਿਟੀ ਦਾ ਕੀ ਇੰਪੈਕਟ ਆ। ਜੇ ਇੱਦਾਂ ਦੀ ਕੰਡੀਸ਼ਨ ਆ ਕਿ ਗ੍ਰੈਵਿਟੀ ਆਪਣਾ ਇੰਪੈਕਟ ਪਾ ਹੀ ਨਹੀਂ ਪਾ ਰਹੀ, ਤਾਂ ਮੇਰਾ ਵੇਟ ਕੀ ਹੋ ਜਾਊਗਾ, 0। ਜਦੋਂ ਆਪਾਂ ਫ੍ਰੀ ਫਾਲ 'ਚ ਹੁੰਦੇ ਆ ਨਾ, ਵੀ ਕੋਈ ਚੀਜ਼ ਬਹੁਤ ਉੱਪਰੋਂ ਗਿਰ ਰਹੀ ਆ, ਉਹਦੇ 'ਤੇ ਇੱਕੋ ਹੀ ਫੋਰਸ ਲੱਗ ਰਹੀ ਹੁੰਦੀ ਆ ਬਸ ਨੀਚੋਂ, ਠੀਕ ਹੈ। ਮਤਲਬ ਤੁਸੀਂ ਇਹ ਸਮਝੋ, ਜਦੋਂ ਤੁਸੀਂ ਫ੍ਰੀ ਫਾਲ ਦੇ ਅੰਡਰ ਹੋ, ਇੱਦਾਂ ਦੀ ਕੰਡੀਸ਼ਨ ਦੇ ਵਿੱਚ ਤੁਹਾਡਾ ਜਿਹੜਾ ਵੇਟ ਆ ਉਹ 0 ਹੋ ਜਾਂਦਾ, ਜਿੱਥੇ ਗ੍ਰੈਵਿਟੀ ਨਹੀਂ ਹੁੰਦੀ, ਠੀਕ ਹੈ। ਉਹਨੂੰ ਕੀ ਬੋਲਦੇ ਨੇ, ਬਿਲਕੁਲ ਵੇਟਲੈਸਨੈਸ ਦੀ ਪ੍ਰੋਬਲਮ, ਵੇਟਲੈਸਨੈਸ, ਠੀਕ ਹੈ। ਜਾਂ ਬੋਲ ਦਿੰਦੇ ਨੇ ਕਿ ਮਾਈਕਰੋ ਗ੍ਰੈਵਿਟੀ, 0 ਗ੍ਰੈਵਿਟੀ ਦੇ ਵਿੱਚ ਆਪਣਾ ਵੇਟ 0 ਹੋ ਜਾਂਦਾ। ਕੋਈ ਗ੍ਰੈਵਿਟੀ ਨਹੀਂ ਹੈਗੀ ਤਾਂ ਵੇਟ ਨਹੀਂ, ਵੇਟ ਹੈ ਕਿਹਦੇ ਕਰਕੇ, ਗ੍ਰੈਵਿਟੀ ਕਰਕੇ। ਸੋ ਜਿਹੜੇ ਲੋਕ ISS ਰਹਿ ਰਹੇ ਨੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਰਹਿ ਰਹੇ ਨੇ, ਉਹ ਫ੍ਰੀ ਫਾਲ ਦੇ ਅੰਡਰ ਹੁੰਦੇ ਨੇ, ਠੀਕ ਹੈ। ਬਸ ਗਿਰ ਨਹੀਂ ਰਹੇ, ਬਟ ਉਹ ਇੰਨੀ ਸਪੀਡ ਨਾਲ ਮੂਵ ਕਰ ਰਹੇ ਨੇ, ਉਹਦੇ 'ਤੇ ਗ੍ਰੈਵਿਟੀ ਕੁਛ ਇੰਪੈਕਟ ਕਰ ਨਹੀਂ ਪਾਉਂਦੀ, ਜਿਹਦੇ ਕਰਕੇ ਉਸ ਕੰਡੀਸ਼ਨ ਨੂੰ ਕੀ ਬੋਲਦੇ ਨੇ, ਮਾਈਕਰੋ ਗ੍ਰੈਵਿਟੀ। UPSC ਕੁਐਸਚਨ ਪੁੱਛ ਚੁੱਕਿਆ 2025 ਦੇ ਵਿੱਚ, ਟੂ ਬੀ ਜਿਹੜਾ ਹੁਣ ਐਗਜ਼ਾਮ ਹੋਇਆ ਉਹ 'ਚ ਪੁੱਛ ਚੁੱਕੇ ਨੇ। ਮਾਈਕਰੋ ਗ੍ਰੈਵਿਟੀ ਬਹੁਤ ਇੰਪੋਰਟੈਂਟ ਆ, ਧਿਆਨ 'ਚ ਰੱਖਣਾ, ਠੀਕ ਹੈ। ਇੱਕ ਵਾਰੀ ਦੇਖ ਲਓ, ਕਹਿੰਦੇ ਮਾਈਕਰੋ ਗ੍ਰੈਵਿਟੀ ਇਜ਼ ਰੈਫਰਸ ਟੂ ਕੰਡੀਸ਼ਨ ਇਨ ਵਿਚ ਆਬਜੈਕਟਸ ਅਪੀਅਰ ਟੂ ਬੀ ਵੇਟਲੈਸ, ਠੀਕ ਹੈ। ਤੁਹਾਡਾ ਜਦੋਂ ਭਾਰ 0 ਹੋਣ ਲੱਗ ਜੇ, ਵੇਟਲੈਸਨੈਸ ਨੂੰ ਕੀ ਬੋਲ ਦਿੰਦੇ ਨੇ, ਮਾਈਕਰੋ ਗ੍ਰੈਵਿਟੀ। ਉਹ ਕੰਡੀਸ਼ਨ ਜਿੱਥੇ ਵੇਟ ਮਹਿਸੂਸ ਨਹੀਂ ਹੁੰਦਾ, ਦੈਟ ਇਜ਼ ਮਾਈਕਰੋ ਗ੍ਰੈਵਿਟੀ, ਐਕਸਪੀਰੀਅੰਸਡ ਇਨ ਆਰਬਿਟਿੰਗ ਸਪੇਸਕ੍ਰਾਫਟ ਲਾਈਕ ਇੰਟਰਨੈਸ਼ਨਲ ਸਪੇਸ ਸਟੇਸ਼ਨ, ਠੀਕ ਹੈ। ਆਲਸੋ ਰੈਫਰ ਟੂ 0 ਗ੍ਰੈਵਿਟੀ, ਉਹਨੂੰ 0 ਗ੍ਰੈਵਿਟੀ ਪੋਸੀਬਲ ਨਹੀਂ ਹੈਗੀ, ਬਟ ਆਪਾਂ ਯੂਜ਼ ਕਰ ਲੈਂਦੇ ਹਾਂ ਮਾਈਕਰੋ ਗ੍ਰੈਵਿਟੀ, 0 ਗ੍ਰੈਵਿਟੀ। ਅੱਛਾ ਜੀ, ਕਹਿੰਦੇ ਅਗਰ ਤੁਸੀਂ ਉੱਦਾਂ ਦੀ ਕੰਡੀਸ਼ਨ 'ਚ ਹੈਗੇ ਹੋ, ਮੰਨ ਲਓ ਤੁਸੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਚਲੇ ਗਏ, ਉੱਥੇ ਗ੍ਰੈਵਿਟੀ ਹੈ ਨਹੀਂ, ਕਿਹੜੀ ਕੰਡੀਸ਼ਨ ਆ, ਮਾਈਕਰੋ ਗ੍ਰੈਵਿਟੀ, ਅਤੇ ਤੁਹਾਨੂੰ ਕੀ ਫੀਲ ਹੋਊਗਾ, ਵੇਟ ਲੈਸ ਫੀਲ ਹੋਊਗੇ, ਹੈ ਨਾ। ਉਸ ਟਾਈਮ 'ਤੇ ਕਹਿੰਦੇ ਬੋਡੀ ਨੂੰ ਕੀ ਪ੍ਰੋਬਲਮ ਆ ਸਕਦੀਆਂ ਨੇ। ਬੋਡੀ ਦੇ ਇੱਥੇ ਲਿਖਿਆ ਹੋਇਆ, ਇੱਕ ਵਾਰੀ ਗੋ ਥਰੂ ਕਰ ਲਿਓ। ਇਮਿਊਨ ਸਿਸਟਮ ਬੋਡੀ ਦਾ ਬਿਲਕੁਲ ਵੀਕ ਹੋ ਜਾਂਦਾ, ਰੀਪਰੋਡਕਟਿਵ ਪ੍ਰੋਬਲਮਸ ਆਉਂਦੀਆਂ ਨੇ, ਸੈਲਸ ਡੀਜਨਰੇਟ ਹੋਣਾ ਸ਼ੁਰੂ ਹੋ ਜਾਂਦੇ ਨੇ, ਰੀਪਰੋਡਕਟਿਵ ਚੈਲੰਜਸ ਆਉਂਦੇ ਨੇ, ਮਸਲਸ ਬਿਲਕੁਲ ਬੋਨ ਡੀਮਿਨਰਲਾਈਜ਼ ਹੋਣੇ ਸ਼ੁਰੂ ਹੋ ਜਾਂਦੀਆਂ ਨੇ, ਮਸਲ ਐਟ੍ਰੋਪੀ, ਮਸਲਸ ਵੀਕ ਹੋਣੀਆਂ, ਮਸਲ ਲਾਸ ਹੋਣਾ ਸ਼ੁਰੂ ਹੋ ਜਾਂਦਾ ਹੈ,
ਕਾਰਡੀਓਵੈਸਕਲ ਹਾਰਟ ਪ੍ਰੋਬਲਮਸ ਆਉਂਦੀਆਂ ਨੇ, ਹਾਰਟ ਇਨਐਫੀਸ਼ੈਂਟਲੀ, ਕਿਉਂਕਿ ਹਾਰਟ ਦਾ ਕੰਮ ਹੀ ਕੀ ਆ, ਗ੍ਰੈਵਿਟੀ ਦੇ ਅਗੇਂਸਟ ਕੰਮ ਕਰਨਾ, ਰਾਈਟ। ਗ੍ਰੈਵਿਟੀ ਹੈ ਨਹੀਂ ਤਾਂ ਹਾਰਟ ਨੇ ਕੰਮ ਤਾਂ ਉਲਟਾ ਪੁਲਟਾ ਕਰ ਹੀ ਦੇਣਾ, ਹੈ ਨਾ। ਅੱਛਾ ਜੀ, ਫਿਰ ਕਹਿੰਦੇ ਵਿਜ਼ਨ ਇੰਪੇਅਰਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੇ, ਅਗੇਨ ਆਈਸ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ, ਫੇਸ ਪਫੀ ਹੋਣਾ ਸ਼ੁਰੂ ਹੋ ਜਾਂਦਾ। ਸੋ ਬਹੁਤ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਇਹ ਧਿਆਨ 'ਚ ਰੱਖਿਓ। ਕੁਐਸਚਨ ਬਣ ਸਕਦਾ ਕਿ ਮਾਈਕਰੋਗ੍ਰੈਵਿਟੀ ਕਰਕੇ ਕੀ ਦਿੱਕਤ ਆਉਂਦੀਆਂ ਨੇ। ਕੁਐਸਚਨ ਕੀ ਆ ਪ੍ਰੀਲਿਮਸ ਦੇ ਵਿੱਚ, ਮਾਈਕਰੋਗ੍ਰੈਵਿਟੀ ਹੈ ਕੀ, ਉਹਦੇ ਕਰਕੇ ਦਿੱਕਤਾਂ ਕਿਹੜੀਆਂ ਨੇ, ਇਹ 2 ਕੁਐਸਚਨ ਬਣ ਸਕਦੇ ਆ, ਠੀਕ ਹੈ। ਅੱਛਾ, ਹੁਣ ਆ ਥੋੜ੍ਹਾ ਜਿਹਾ ਦੇਖਿਓ ਧਿਆਨ ਨਾਲ, ਇੱਥੇ ਗੱਲ ਹੋਈ ਆ ਰੀਸੈਂਟ ਐਕਸਪੈਰੀਮੈਂਟਸ ਦੀ। ਮੈਂ ਹੁਣੇ ਦੱਸਿਆ ਨਾਮ ਕੀ ਹੈ ਉਹਨਾਂ ਦਾ, ਸੁਭਾਂਸ਼ੂ ਸ਼ੁਕਲਾ, ਇੰਡੀਆ ਦੇ ਪਹਿਲੇ ਇੱਦਾਂ ਦੇ ਨਾਗਰਿਕ ਜਿਹੜੇ ਕਿੱਥੇ ਗਏ ਨੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਗਏ ਨੇ। ਇੱਕ ਤਾਂ ਇਹ ਤੁਸੀਂ ਯਾਦ ਰੱਖਣਾ, ਰਾਈਟ। ਅੱਛਾ ਜੀ, ਮਿਸ਼ਨ ਕਿਹੜਾ, ਐਗਜ਼ੀਅਮ 4। ਕਿਹੜਾ ਮਿਸ਼ਨ ਸੁਣਿਆ ਹੋਊਗਾ ਤੁਸੀਂ, ਐਗਜ਼ੀਅਮ ਦੀਆਂ ਫਲਾਈਟਸ ਹੁੰਦੀਆਂ ਨੇ ਜਦੋਂ ਜਾਣਾ ਹੁੰਦਾ ਉੱਥੇ, ISS। ਐਗਜ਼ੀਅਮ 4 ਮਿਸ਼ਨ ਸੀਗਾ, ਉਹਦਾ ਨਾਮ ਇੰਡੀਆ ਨੇ ਕੀ ਰੱਖਤਾ, ਮਿਸ਼ਨ ਆਕਾਸ਼ ਗੰਗਾ। ਅੱਛਾ, ਜਾ ਕੇ ਉੱਥੇ ਕਰਿਆ ਕੀ ਆ, ਇਹੀ ਵੀ ਮਾਈਕਰੋਗ੍ਰੈਵਿਟੀ ਐਕਸਪੈਰੀਮੈਂਟਸ ਦੇ ਅੰਡਰ, ਮਾਈਕਰੋਗ੍ਰੈਵਿਟੀ ਦੇ ਅੰਡਰ ਬੋਡੀ ਕਿੱਦਾਂ ਕੰਮ ਕਰੂਗੀ ਉਹਨਾਂ ਨੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਆ। ਕੁਝ ਬਾਇਓਲੋਜੀਕਲ ਪ੍ਰਿੰਸੀਪਲਸ ਨੂੰ ਸਟੱਡੀ ਕੀਤਾ, ਜਿਵੇਂ ਕਿ ਮਸਲ ਸਟੈਮ ਸੈੱਲ ਡੀਜਨਰੇਸ਼ਨ, ਹੈ ਨਾ, ਕਿ ਬੋਡੀ ਦੇ ਵਿੱਚ ਬਿਕਾਜ਼ ਜਿਹੜੇ ਸੈਲਸ ਨੇ ਉਹ ਵੀਕ ਹੋਣਾ ਸ਼ੁਰੂ ਹੋ ਜਾਂਦੇ ਨੇ, ਵੀ ਅਗਰ ਉੱਥੇ ਜਾਵਾਂਗੇ ਸੈਲਸ ਵੀਕ ਹੋ ਜਾਣਗੇ ਤਾਂ ਆਪਾਂ ਨੇ ਕਿੱਦਾਂ ਐਕਟ ਕਰਨਾ, ਜਾਂ ਉਹਦੇ ਰਿਲੇਟਡ ਕੋਈ ਸੋਲਿਊਸ਼ਨ ਹੋ ਸਕਦਾ। ਬਿਕਾਜ਼ ਇਨ ਫਿਊਚਰ ਆਪਣਾ ਪਲਾਨ ਕੀ ਆ, ਆਪਣਾ ਖੁਦ ਦਾ ਸਟੇਸ਼ਨ ਬਣਾਉਣਾ, ਆਪਣੇ ਖੁਦ ਦੇ ਉੱਥੇ ਐਸਟਰੋਨੌਟਸ ਜਾਣਗੇ ਤਾਂ ਆਪਾਂ ਉਹਨਾਂ ਬਾਰੇ ਪਹਿਲਾਂ ਹੀ ਪਤਾ ਹੋਣਾ ਚਾਹੀਦਾ, ਉਹਦੇ ਬਾਰੇ ਐਕਸਪੈਰੀਮੈਂਟਸ ਕਰਨ ਦੀ ਕੋਸ਼ਿਸ਼ ਕੀਤੀ ਆ, ਠੀਕ ਹੈ, ਸੋ ਦੈਟ ਵੀ ਕੈਨ ਹੈਲਪ ਟੂ ਇੰਪਰੂਵ ਦੀ ਐਸਟਰੋਨੌਟਸ ਮਸਲ ਹੈਲਥ ਡਿਊਰਿੰਗ ਦੀ ਲੌਂਗ ਮਿਸ਼ਨਸ। ਅੱਛਾ, ਐਡੀਬਲ ਮਾਈਕਰੋ ਐਲਗੀ ਕਲਟੀਵੇਸ਼ਨ, ਕਹਿੰਦੇ ਵੀ ਉੱਥੇ ਰਹਿਣਾ ਤਾਂ ਖਾਣਾ ਵੀ ਪਊਗਾ, ਖਾਣ ਵਾਸਤੇ ਉਹਨਾਂ ਨੇ ਕੁਝ ਐਲਗੀ ਨੂੰ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਕਿਆ ਇੱਥੇ ਇਹ ਪ੍ਰੋਪਰਲੀ ਰੀਪਰੋਡਕਸ਼ਨ ਤੋਂ ਬਾਅਦ ਫੋਟੋਸਿੰਥੇਸਿਸ ਹੋ ਸਕਦੀ ਆ, ਮਤਲਬ ਆਪਾਂ ਖਾਣਾ ਆਪਣੇ ਲਈ ਹੋ ਸਕਦਾ, ਠੀਕ ਹੈ, ਫੋਟੋਸਿੰਥੇਸਿਸ, ਆਕਸੀਜਨ ਪ੍ਰੋਡਕਸ਼ਨ, ਇੱਦਾਂ ਦਾ ਕੁਛ। ਫਿਰ ਉਹਨਾਂ ਨੇ ਕਹਿੰਦੇ ਸਾਈਨੋਬੈਕਟੀਰੀਆ ਬਾਰੇ ਸਟੱਡੀ ਕੀਤੀ ਆ, ਜਿਵੇਂ ਕਿ ਅਗਰ ਉੱਥੇ ਖਾਣਾ ਖਾਵਾਂਗੇ ਤਾਂ ਵੇਸਟ ਜਨਰੇਟ ਹੋਊਗਾ, ਜੇ ਵੇਸਟ ਜਨਰੇਟ ਹੋਇਆ ਤਾਂ ਉਹਨੂੰ ਖਤਮ ਵੀ ਕਰਨਾ ਪਊਗਾ, ਡੀਕੰਪੋਜ਼ ਕਰਨਾ ਪਊਗਾ। ਤੁਸੀਂ ਸਾਈਨੋਬੈਕਟੀਰੀਆ ਡੀਕੰਪੋਜੀਸ਼ਨ ਵਾਸਤੇ ਵੀ ਉੱਥੇ ਐਕਸਪੈਰੀਮੈਂਟਸ ਕਰੇ ਨੇ, ਠੀਕ ਹੈ। ਐਂਡ ਤੁਸੀਂ ਕ੍ਰੌਪ ਗਰੋਥ, ਇਹ ਵੀ ਤੁਸੀਂ ਸੁਣਿਆ ਹੋਊਗਾ, ਮੂੰਗ ਦਾਲ ਫੈਨੂਗਰੀਕ ਉਗਾਉਣ ਦੀ ਕੋਸ਼ਿਸ਼ ਕੀਤੀ ਆ, ਠੀਕ ਹੈ। ਇੱਕ ਹੋਰ ਚੀਜ਼ ਆ ਟਾਰਡੀਗ੍ਰੇਡ। ਟਾਰਡੀਗ੍ਰੇਡ ਇੱਕ ਇੱਦਾਂ ਦਾ ਆਰਗੈਨਿਜ਼ਮ ਆ ਜਿਹੜਾ ਬਿਲਕੁਲ ਐਕਸਟਰੀਮ ਇਨਵਾਇਰਮੈਂਟ 'ਤੇ ਵੀ ਜੀ ਲੈਂਦਾ। ਉਹਨੂੰ ਉੱਥੇ ਲੈ ਕੇ ਗਏ ਕਿ ਬਈ ਕਿਆ ਇਹ ਇੱਦਾਂ ਦੇ ਜਿਹੜਾ ਮੀਡੀਅਮ ਆ, ਇੱਦਾਂ ਦਾ ਇਨਵਾਇਰਮੈਂਟ ਆ, ਉਹ ਜੀ ਪਾਊਗਾ। ਹੁਣ ਕੀ ਐਕਸਪੈਰੀਮੈਂਟ ਪੁੱਛਣਗੇ, ਨਹੀਂ ਪੁੱਛਣਗੇ, ਆਈਡੀਆ ਤੁਹਾਨੂੰ ਦੇ ਦਿੱਤਾ, ਕੋਈ ਨਹੀਂ ਪੁੱਛੂਗਾ। ਬਸ ਐਗਜ਼ਮ 4 ਸੁਭਾਂਸ਼ੂ ਸ਼ੁਕਲਾ, ਹੈ ਨਾ, ਮਿਸ਼ਨ ਆਕਾਸ਼ ਗੰਗਾ, ਕੁਛ ਬਾਇਓਲੋਜੀਕਲ ਐਕਸਪੈਰੀਮੈਂਟਸ ਕਰੇ ਨੇ, ਇੰਨਾ ਕੁ ਆਈਡੀਆ ਬਹੁਤ ਹੋਊਗਾ, ਠੀਕ ਹੈ। ਬਸ ਇੰਨਾ ਕੁ ਪੜ੍ਹਨਾ ਆਪਾਂ ਇੱਥੋਂ। ਕੁਛ ਦੇ ਨਾਮ ਨੇ, ਕਹਿੰਦੇ ਕੁਛ ਹੋਰ ਵੀ ਇੱਦਾਂ ਦੇ ਮਿਸ਼ਨਸ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ। ਹਾਂ, ਇੱਕ ਟਵਿਨ ਸਟੱਡੀ ਮਿਸ਼ਨ ਆ ਨਾਸਾ ਦਾ, ਇੱਕ ESA JAXA ਸ਼ੁਰੂ ਕਰ ਰਹੇ ਨੇ। ਇਹ ਨਾਮ ਤੁਸੀਂ ਧਿਆਨ 'ਚ ਰੱਖ ਲਿਓ। ਇੰਟਰਨੈਸ਼ਨਲ ਸਪੇਸ ਸਟੇਸ਼ਨ ਬਾਰੇ ਪੁੱਛਿਆ ਜਾ ਸਕਦਾ ਬਈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਬਾਰੇ ਪੁੱਛਿਆ ਜਾ ਸਕਦਾ ਧਿਆਨ ਨਾਲ। ਸੋ ਇਹਦੇ ਬਾਰੇ ਬੇਸਿਕ ਪੜ੍ਹਦੇ ਹਾਂ। ਹੈ ਕਿੱਥੇ ਇਹ, ਲੋ ਅਰਥ ਔਰਬਿਟ ਦੇ ਵਿੱਚ, ਠੀਕ ਹੈ, ਵੈਰੀ ਵੈਰੀ ਇੰਪੋਰਟੈਂਟ। ਤਕਰੀਬਨ 300-400 ਕਿਲੋਮੀਟਰ ਦੀ ਦੂਰੀ 'ਤੇ ਧਰਤੀ ਤੋਂ ਹੈਗਾ ISS ਇੰਟਰਨੈਸ਼ਨਲ ਸਪੇਸ ਸਟੇਸ਼ਨ। ਪਹਿਲਾ ਪੁਆਇੰਟ ਪਤਾ ਹੋਣਾ ਚਾਹੀਦਾ। ਮਾਈਕਰੋਗ੍ਰੈਵਿਟੀ ਲੈਬੋਰੇਟਰੀ ਆ, ਜਿਵੇਂ ਪਹਿਲਾਂ ਕਿਹਾ ਕਿ ਅਗਰ ਆਪਾਂ ਨੂੰ ਇੱਦਾਂ ਦੀ ਜਗ੍ਹਾ 'ਤੇ ਜਾਣਾ ਪੈ ਜਾਵੇ ਜਿੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਲਾਈਫ ਕਿੱਦਾਂ ਦੀ ਹੋਏਗੀ, ਆਪਣੀ ਬੋਡੀ ਕਿੱਦਾਂ ਬਿਹੇਵ ਕਰੇਗੀ, ਇਹ ਆਪਾਂ ਸਟੱਡੀ ਕਰ ਰਹੇ ਹਾਂ। ਉੱਥੇ ਕੋਲਡ ਵਾਰ ਇਹਦਾ ਤੋਂ ਹੀ ਸ਼ੁਰੂ ਹੋ ਗਿਆ ਸੀ। ਸਭ ਤੋਂ ਪਹਿਲਾਂ ਫਰਸਟ ਮੋਡਿਊਲ ਰਸ਼ੀਆ ਨੇ ਲਾਂਚ ਕਰਿਆ ਸੀ, ਜੋ ਜ਼ਾਰਿਆ। ਅਗੇਨ ਦਿਸ ਇਜ਼ ਨੋਟ ਦੈਟ ਇੰਪੋਰਟੈਂਟ, ਮੋਸਟ ਇੰਪੋਰਟੈਂਟ ਥਿੰਗ ਇਜ਼ ਇਟ ਇਜ਼ ਦੀ ਕੋਲੈਬੋਰੇਟਿਵ ਏਜੰਸੀ ऑफ 5 ਏਜੰਸੀਜ਼, ਠੀਕ ਹੈ। ਮਤਲਬ ਇਹ ਪ੍ਰੋਜੈਕਟ 5 ਏਜੰਸੀਜ਼ ਨੇ ਮਿਲ ਕੇ ਬਣਾਇਆ ਹੋਇਆ। 5 ਏਜੰਸੀਜ਼ ਦੇ ਨਾਮ ਯਾਦ ਹੋਣ, ਨਾਸਾ USA, ਰੋਸਕੋਸਮੋਸ ਰਸ਼ੀਆ, ਜਾਪਾਨ ਦਾ JAXA ਹੈ, ਕੈਨੇਡਾ ਦੀ ਕੈਨੇਡੀਅਨ ਸਪੇਸ ਏਜੰਸੀ ਹੈ, ਅਤੇ ਯੂਰੋਪੀਅਨ ਸਪੇਸ ਏਜੰਸੀ ਕਾਹਦੀ ਆ, ਯੂਰਪ ਦੀ, ਠੀਕ ਹੈ। ਤਾਂ 5 ਨੇਸ਼ਨਸ ਨੇ ਮਿਲ ਕੇ ਇਹ ISS ਚਲਾ ਰਹੇ ਨੇ, USA, ਰਸ਼ੀਆ, ਜਾਪਾਨ, ਯੂਰਪ ਅਤੇ ਕੈਨੇਡਾ, ਰਾਈਟ। ਅੱਛਾ, ਐਂਡ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਬਿਨਾਂ ਬਾਕੀ ਕੰਟਰੀਜ਼ ਵੀ ਸਪੋਰਟ ਕਰਦੀਆਂ ਨੇ, ਬਾਕੀ ਕੰਟਰੀਜ਼ ਵੀ ਆਪਣੇ ਮਿਸ਼ਨਸ ਲੈ ਕੇ ਜਾਂਦੇ, ਜਿਵੇਂ ਆਪਾਂ ਗਏ ਹਾਂ। 2030 ਜਾਂ 2035 ਤੱਕ ISS ਨੂੰ ਖਤਮ ਕਰ ਦੇਣਗੇ, ਡੀਕਮਿਸ਼ਨ ਕਰ ਦੇਣਗੇ। ਕਿਉਂ? ਕਿਉਂਕਿ ਬਾਕੀ ਸਾਰੇ ਦੇਸ਼ ਆਪਣਾ ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਰਸ਼ੀਆ ਆਪਣਾ ਬਣਾ ਰਿਹਾ, ਚਾਈਨਾ ਨੇ ਤਾਂ ਆਪਰੇਸ਼ਨਲ ਕਰ ਦਿੱਤਾ। ਤੁਸੀਂ ਮੈਨੂੰ ਕਮੈਂਟਸ ਦੱਸੋ ਚਾਈਨਾ ਦੇ ਖੁਦ ਦੇ ਸਪੇਸ ਸਟੇਸ਼ਨ ਦਾ ਨਾਮ ਕੀ ਹੈ ਅਤੇ ਉਹ ਕਦੋਂ ਤੋਂ ਆਪਰੇਸ਼ਨਲ ਹੋ ਚੁੱਕਾ, ਇਹ ਮੈਨੂੰ ਕਮੈਂਟ ਸੈਕਸ਼ਨ ਤੁਸੀਂ ਦੱਸੋਗੇ। ਇੰਡੀਆ ਨੇ ਬਣਾ ਲੈਣਾ ਭਾਰਤੀ ਅੰਤਰਿਕਸ਼ ਸਪੇਸ ਸਟੇਸ਼ਨ
ਤੇ USA ਰਸ਼ੀਆ ਸਭ ਆਪਣਾ ਆਪਣਾ ਬਣਾਉਣ ਲੱਗੇ ਹੋਏ ਨੇ। ਚਾਈਨਾ ਨੇ ਆਪਣਾ ਬਣਾ ਲਿਆ, ਉਹਦਾ ਨਾਮ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੋਗੇ, ਠੀਕ ਹੈ। ਚਲੋ ਇਹ ਯਾਦ ਕਰਨਾ ਹੈ, 5 ਏਜੰਸੀ ਦੇ ਨਾਮ ਯਾਦ ਰੱਖਣੇ ਨੇ, ਕਿੱਥੇ ਆ, ਲੋ ਅਰਥ ਆਰਬਿਟ ਦੇ ਵਿੱਚ ਆ, 400 ਕਿਲੋਮੀਟਰ ਦੀ ਦੂਰੀ 'ਤੇ ਆ, ਇਹ ਪਤਾ ਹੋਣਾ ਚਾਹੀਦਾ, ਠੀਕ ਹੈ। ਚਲੋ ਜੀ, ਵੈਰੀ ਵੈਰੀ ਇੰਪੋਰਟੈਂਟ ਗਿਆਨ ਗਗਨਯਾਨ, ਠੀਕ ਹੈ। ਹੁਣ ਬੇਸਿਸ ਸਮਝਾਉਂਗੀ, ਜ਼ਿਆਦਾ ਕੰਪਲੀਕੇਟ ਨਹੀਂ ਕਰਾਂਗੇ। ਗਗਨਯਾਨ ਇੰਡੀਆ ਦੀ ਪਹਿਲੀ ਜਿਹੜੀ ਹਿਊਮਨ ਸਪੇਸ ਫਲਾਈਟ ਆ, ਪਹਿਲੀ। ਐਂਡ ਇਹਦੇ ਵਿੱਚ ਕੀ ਹੋਏਗਾ, ਲਾਂਚ ਵਹੀਕਲ ਹੋਏਗਾ। ਲਾਂਚ ਵਹੀਕਲ ਲੈ ਕੇ ਜਾਏਗਾ ਮੋਡਿਊਲਸ ਨੂੰ ਜਿਹਦੇ ਵਿੱਚ ਇਨਸਾਨ ਬੈਠੇ ਹੋਣਗੇ, ਠੀਕ ਹੈ। ਸੋ ਇੱਕ ਰੌਕਟ ਜਾਏਗਾ ਜਿਹਦਾ ਨਾਮ ਹੈਗਾ ਹਿਊਮਨ ਰੇਟਡ ਲਾਂਚ ਵਹੀਕਲ, ਉਹ ਉਹਨਾਂ ਨੂੰ ਉੱਥੇ ਛੱਡ ਕੇ ਆਊਗਾ। ਅੱਛਾ, ਹੁਣ ਆਪਾਂ ਇਹਦੇ ਬਾਰੇ ਡਿਟੇਲ 'ਚ ਪੜ੍ਹਾਂਗੇ, ਪਹਿਲਾਂ ਥੋੜ੍ਹਾ ਜਿਹਾ ਆਈਡੀਆ ਲਓ। ਮੈਂ ਜਿਵੇਂ ਸਮਝਾਇਆ ਕਿ ਬਈ ਆਪਣੇ ਕੋਲੇ ਲਾਂਚ ਵਹੀਕਲ ਹੁੰਦੇ ਆ, ਲਾਂਚ ਵਹੀਕਲ ਹੁੰਦਾ, ਇੱਥੇ ਆਪਾਂ ਸੈਟਲਾਈਟ ਰੱਖ ਕੇ ਭੇਜ ਦਿੰਦੇ ਹਾਂ। ਹੁਣ ਆਪਾਂ ਸੈਟਲਾਈਟ ਨਹੀਂ ਰੱਖ ਰਹੇ, ਹੁਣ ਆਪਾਂ ਉਰੇ ਕੌਣ ਜਾ ਰਿਹਾ, ਇਨਸਾਨ ਜਾ ਰਿਹਾ, ਹੈ ਨਾ, ਇਨਸਾਨ ਜਾ ਰਹੇ ਨੇ। ਤਾਂ ਯਾਦ ਕਰਨਾ ਆਪਾਂ ਨੇ, ਜਿਹੜਾ ਆਪਣਾ ਹਿਊਮਨ ਸਪੇਸ ਫਲਾਈਟ ਆ, ਇਹਦੇ ਵਿੱਚ ਜਿਹੜਾ ਲਾਂਚ ਵਹੀਕਲ ਹੋਊਗਾ ਉਹਦਾ ਕੀ ਨਾਮ ਆ, ਹਿਊਮਨ ਰੇਟਡ ਲਾਂਚ ਵਹੀਕਲ, ਠੀਕ ਹੈ। ਐਂਡ ਜਿਹੜਾ ਉੱਪਰ ਵਾਲਾ ਸਿਸਟਮ ਆ ਨਾ, ਇਹਦੇ ਵਿੱਚ 2 ਮੋਡਿਊਲਸ ਨੇ, ਇੱਕ ਹੈਗਾ ਕਰੂ ਮੋਡਿਊਲ, ਇੱਕ ਹੈਗਾ ਆਪਣਾ ਸਰਵਿਸ ਮੋਡਿਊਲ। ਇਹ ਪਾਰਟ ਤਾਂ ਅੱਡ ਹੋ ਜਾਊਗਾ ਨਾ, ਲਾਂਚ ਵਹੀਕਲ ਛੱਡ ਕੇ ਉਹਨੂੰ ਆ ਜਾਊਗਾ। ਕਰੂ ਮੋਡਿਊਲ 'ਚ ਕੀ ਹੋਊਗਾ, ਕਰੂ ਹੋਣਗੇ, ਜਿਹੜੇ 4 ਐਸਟਰੋਨੌਟਸ ਜਾਣਾ ਉਹ ਬੈਠੇ ਹੋਣਗੇ। ਸਰਵਿਸ ਮੋਡਿਊਲ ਦੇ ਵਿੱਚ ਕੀ ਆ, ਇਹਨਾਂ ਦਾ ਪਾਵਰ ਸਿਸਟਮ, ਦੋਨੋਂ ਜੁੜੇ ਹੋਣਗੇ। ਮਤਲਬ ਧਰਤੀ ਤੋਂ ਲਾਂਚ ਵਹੀਕਲ ਜਾਊਗਾ, ਉਹਨਾਂ ਨੂੰ ਸਪੇਸ ਛੱਡ ਕੇ ਪਰਾਂ ਹੋ ਜਾਊਗਾ, ਉੱਥੇ ਕੀ ਰਹਿ ਜਾਊਗਾ, ਕਰੂ ਮੋਡਿਊਲ ਤੇ ਪ੍ਰਪਲਸ਼ਨ ਮੋਡਿਊਲ, ਸਰਵਿਸ ਮੋਡਿਊਲ, ਦੋਨੇ ਆਪਣਾ ਕੰਮ ਕਰਨਗੇ। ਚੱਕਰ ਕੱਟ ਕੇ ਜਦੋਂ ਵਾਪਸ ਆਉਣਾ ਹੋਊਗਾ, ਦੋਨੋਂ ਅੱਡ ਹੋ ਜਾਣਗੇ। ਜੇ ਪਾਵਰ ਆਪਾਂ ਨੇ ਕੱਢਦੀ ਤਾਂ ਕਰੂ ਮੋਡਿਊਲ ਕੀ ਕਰੂਗਾ, ਧਰਤੀ ਦੇ ਉੱਪਰ ਹੌਲੀ ਹੌਲੀ ਵਾਪਸ ਆਊਗਾ, ਆਪਣੇ ਧਰਤੀ ਦੇ ਲਾਈਕ ਇੰਡੀਅਨ ਓਸ਼ਨ ਦੇ ਕੋਲ ਗਿਰਨਗੇ, ਆਪਾਂ ਉੱਥੋਂ ਪੈਰਾਸ਼ੂਟ ਯੂਜ਼ ਕਰਕੇ ਉਹਨਾਂ ਨੂੰ ਉੱਥੋਂ ਰਿਕਵਰ ਕਰ ਲਾਂਗੇ। ਇਹ ਗਗਨਯਾਨ ਦਾ ਪਲਾਨ ਆ ਕਿ ਤੋਂ ਲਾਂਚ ਕਰੋ, ਲਾਂਚ ਵਹੀਕਲ ਨੇ ਛੱਡਦਾ, ਉੱਥੇ ਕਰੂ ਮੋਡਿਊਲ ਆ, ਨੀਚੇ ਪ੍ਰਪਲਸ਼ਨ ਮੋਡਿਊਲ ਆ, ਉਹਦਾ ਸਿਸਟਮ ਹੈ, ਉਹ ਆਪਣਾ ਕੰਮ ਜਦ ਤੱਕ ਕਰਨਗੇ, ਚੱਕਰ ਕੱਟਣਗੇ, ਵਾਪਸ ਆਉਣਾ ਹੋਊਗਾ, ਦੋਹਾਂ ਨੂੰ ਅੱਡ ਕਰ ਦੋਗੇ, ਪਾਵਰ ਸਿਸਟਮ ਅੱਡ ਕਰਤਾ, ਤਾਂ ਜਿਹੜਾ ਕਰੂ ਮੋਡਿਊਲ ਆ ਉਹ ਧਰਤੀ 'ਤੇ ਆਪਣੇ ਆਪ ਨੀਚੇ ਆਉਣਾ ਸ਼ੁਰੂ ਹੋ ਜਾਊਗਾ, ਠੀਕ ਹੈ। ਇਹ ਆਪਣਾ ਪਲਾਨ ਆ। ਹੁਣ ਇੱਥੇ ਕੁਐਸਚਨ ਕੀ ਪੁੱਛੇ ਜਾ ਸਕਦੇ ਨੇ। ਪਹਿਲੀ ਗੱਲ ਤਾਂ ਕਿੱਥੇ ਜਾਊਗਾ, ਓਬਵੀਅਸਲੀ ਲੋ ਅਰਥ ਆਰਬਿਟ ਜਾਵਾਂਗੇ, 400 ਕਿਲੋਮੀਟਰ ਦੇ ਅਰਾਊਂਡ ਆਪਾਂ ਜਾਵਾਂਗੇ। ਅਤੇ 4 ਜਿਹੜੇ ਹੈਗੇ ਨੇ ਐਸਟਰੋਨੌਟਸ ਉਹ ਸਿਲੈਕਟ ਹੋ ਚੁੱਕੇ ਨੇ। ਸ਼ੁਭਾਂਸ਼ੂ ਸ਼ੁਕਲਾ ਉਹਨਾਂ 'ਚੋਂ ਇੱਕ ਸੀਗੇ, ਤਾਂ ਹੀ ਉਹ ਹੁਣ ਐਕਸਪੈਰੀਮੈਂਟ ਕਰਕੇ ਆਏ ਨੇ। ਇੱਕ ਚੀਜ਼ ਹੋਰ, ਹੁਣ ਅਗਰ ਇੱਥੇ ਮਸ਼ੀਨਾਂ ਦੀ ਗੱਲ ਨਹੀਂ ਹੋ ਰਹੀ, ਇੱਥੇ ਇਨਸਾਨਾਂ ਦੀ ਗੱਲ ਹੋ ਰਹੀ ਆ, ਤਾਂ ਇਹ ਤਾਂ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਪਹਿਲੀ ਵਾਰ ਮਿਸ਼ਨ ਬਣਾਇਆ ਅਤੇ ਪਹਿਲੀ ਵਾਰ ਇਨਸਾਨ ਭੇਜਦੇ, ਲਾਈਕ ਰਿਸਕ ਹੈ ਨਾ। ਤਾਂ ਤੁਸੀਂ ਪਹਿਲਾਂ ਕੁਝ ਅਨਕਰੂਡ ਐਕਸਪੈਰੀਮੈਂਟਸ ਵੀ ਕਰੋਗੇ, ਵੀ ਪਹਿਲਾਂ ਲੋਕਾਂ ਨੂੰ ਨਹੀਂ ਬਿਠਾਉਣਾ, ਵੀ ਬਸ ਇੱਦਾਂ ਹੀ ਦੇਖੋ ਵੀ ਕੰਮ ਬਣ ਰਿਹਾ, ਅਗਰ ਐਮਰਜੈਂਸੀ ਆ ਗਈ ਤੁਹਾਨੂੰ ਵਾਪਸ ਕਿਵੇਂ ਲੈ ਕੇ ਆਉਣਾ, ਅਬੋਰਟ ਕਿਵੇਂ ਕਰਨਾ, ਤਾਂ ਸਭ ਕੁਝ ਜ਼ਰੂਰੀ ਹੈ ਨਾ। ਤਾਂ ਰੀਸੈਂਟਲੀ ਡਿਸਾਈਡ ਕਰਿਆ ਇਸਰੋ ਨੇ ਕਿ ਜਿਹੜੀ ਪਹਿਲੀ ਅਨਕਰੂ ਫਲਾਈਟ ਹੋਏਗੀ, ਮਤਲਬ ਸਾਰਾ ਪ੍ਰੋਸੈਸ ਹੋਊਗਾ, ਉਹ 'ਚ ਬੰਦੇ ਨਹੀਂ ਬੈਠੇ ਹੋਣਗੇ। ਕਹਿੰਦੇ ਉਦੋਂ ਆਪਾਂ ਨੇ ਖਾਲੀ ਨਹੀਂ ਭੇਜਣਾ ਕਰੂ ਮੋਡਿਊਲ, ਆਪਾਂ ਉੱਥੇ ਇੱਕ ਰੋਬੋਟ ਬਿਠਾ ਕੇ ਭੇਜਣਾ। ਉਸ ਰੋਬੋਟ ਦਾ ਨਾਮ ਕੀ ਆ, ਵਿਓਮ ਮਿੱਤਰ। ਉਸ ਰੋਬੋਟ ਦਾ ਨਾਮ ਕੀ ਆ, ਵਿਓਮ ਮਿੱਤਰ। ਯਾਦ ਰੱਖਿਓ, ਇਹ ਕੁਐਸਚਨ ਬਣ ਸਕਦਾ ਕਿ ਵਿਓਮ ਮਿੱਤਰਾ ਕੀ ਆ। ਇਹ ਹਾਫ ਹਿਊਮਨਾਇਡ ਆ, ਹਾਫ ਹਿਊਮਨਾਇਡ ਵੂਮਨ ਆ, ਠੀਕ ਹੈ, ਮਤਲਬ ਹਾਫ ਪੋਰਸ਼ਨ ਵੂਮਨ ਦੀ ਫਾਰਮ ਦੇ ਵਿੱਚ ਆ, ਬਾਕੀ ਵਾਇਰਸ ਵਗੈਰਾ ਨੇ, ਹਾਫ ਹਿਊਮਨਾਇਡ ਆ। ਐਂਡ ਵਿਓਮ ਮਿੱਤਰ, ਠੀਕ ਹੈ, ਇਹ ਇੰਪੋਰਟੈਂਟ ਆ। ਚਲੋ ਜੀ, ਤਾਂ ਹਿਊਮਨ ਸਪੇਸ ਫਲਾਈਟ ਆਪਣੀ ਹੋਏਗੀ, ਪਹਿਲੀ ਹੋਏਗੀ ਦਸੰਬਰ 2025, ਇਸੇ ਸਾਲ ਹੋਏਗੀ। ਫਸਟ ਅਨਕਰੂਡ ਫਲਾਈਟ ਹੋਊਗੀ, ਉਹਦੇ ਨਾਲ ਵਿੱਚ ਕੌਣ ਹੋਏਗੀ, ਵਿਓਮ ਮਿੱਤਰਾ, ਹਾਫ ਹਿਊਮਨਾਇਡ ਰੋਬੋਟ। ਫਿਰ 2 ਹੋਰ ਹੋਣਗੀਆਂ ਅਨਕਰੂ, ਬਿਲਕੁਲ ਖਾਲੀ। ਫਿਰ ਬਾਅਦ ਵਿੱਚ 2027 ਦੇ ਵਿੱਚ ਪਹਿਲੀ ਕਰੂਡ ਮਿਸ਼ਨ ਜਾਊਗਾ ਜਿੱਥੇ ਇਨਸਾਨ ਬੈਠੇ ਹੋਣਗੇ। ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਟੈਕਨੋਲੋਜੀਜ਼ ਕਿਹੜੇ ਨੇ, ਹਿਊਮਨ ਰੇਟਡ ਲਾਂਚ ਵਹੀਕਲ ਮੈਂ ਦੱਸ ਚੁੱਕੀ ਹਾਂ। ਕਿਹੜੇ 2 ਮੋਡਿਊਲ ਨੇ, ਕਰੂ ਮੋਡਿਊਲ, ਸਰਵਿਸ ਮੋਡਿਊਲ। ਕਰੂ ਮੋਡਿਊਲ 'ਚ ਬੰਦੇ ਬੈਠੇ ਹੋਣਗੇ, ਜਿਹੜਾ ਨੀਚੇ ਸਿਸਟਮ ਲੱਗਿਆ ਹੋਊਗਾ ਪਾਵਰ ਦੇਣ ਵਾਸਤੇ, ਉਹ ਕਿਹੜਾ ਹੋਊਗਾ, ਸਰਵਿਸ ਮੋਡਿਊਲ ਹੋਊਗਾ। ਕਰੂ escape ਸਿਸਟਮ ਲੱਗੇ ਹੋਣਗੇ, ਇਨ ਕੇਸ ਕੋਈ ਐਮਰਜੈਂਸੀ ਹੁੰਦੀ ਆ ਤਾਂ ਕਿਵੇਂ ਬਾਹਰ ਨਿਕਲਣਗੇ, ਉਹ ਸਾਰਾ ਕੁਛ ਹੋਊਗਾ। ਪ੍ਰੋਪਰ ਇਨਵਾਇਰਮੈਂਟਲ ਕੰਟਰੋਲ ਸਿਸਟਮਸ ਨੇ, ਗੁੱਡ ਐਨਵਾਇਰਮੈਂਟ ਦੇਣ ਵਾਸਤੇ, ਗਰਾਊਂਡ ਇਨਫਰਾਸਟਰਕਚਰ, ਸਾਰਾ ਕੁਛ, ਠੀਕ ਹੈ। ਆ ਬਈ ਨਾਮ ਯਾਦ ਰੱਖ ਲਿਓ, ਇੱਥੇ ਕੁਐਸਚਨ ਬਣ ਸਕਦਾ। ਜਿਹੜੇ 4 ਸ਼ਾਰਟ ਲਿਸਟ ਹੋਏ ਨੇ ਐਸਟਰੋਨੌਟਸ, ਉਹ ਕਿਹੜੇ ਨੇ। ਇਹ ਸਾਰੇ ਏਅਰਫੋਰਸ ਨੂੰ ਬਿਲੋਂਗ ਕਰਦੇ ਆ। ਸੋ ਪਲੀਜ਼ ਇਹ ਪਾਇਲਟਸ ਦੇ ਨਾਮ ਆਪਾਂ ਯਾਦ ਰੱਖਣੇ ਨੇ। ਗਰੁੱਪ ਕੈਪਟਨ ਪ੍ਰਸ਼ਾਂਤ ਨਾਇਰ ਨੇ, ਗਰੁੱਪ ਕੈਪਟਨ ਅੰਗਦ ਪ੍ਰਤਾਪ ਨੇ, ਐਂਡ ਅਜੀਤ ਕ੍ਰਿਸ਼ਨ ਨੇ ਤੇ ਸ਼ੁਭਾਂਸ਼ੂ ਸ਼ੁਕਲਾ। ਇਹ ਨਾਮ ਯਾਦ ਰੱਖ ਲਿਓ। ਇਹ 4 ਜਿਹੜੇ ਫਾਈਨਲਿਸਟ ਨੇ, ਜਿਹੜੇ ਆਪਣੇ ਹਿਊਮਨ ਸਪੇਸ ਫਲਾਈਟ ਵਿੱਚ ਜਾਣਗੇ, ਇਹਦੇ ਨਾਮ ਯਾਦ ਰੱਖਣੇ ਆ।
जस्ट गिव मी 1 मिनट। ਆਪਾਂ ਕਰ ਲਿਆ ਇੰਟਰਨੈਸ਼ਨਲ ਸਪੇਸ ਆਪਾਂ ਗੱਲ ਕਰ ਲਈ, ਗਗਨਯਾਨ ਦੀ ਆਪਣੀ ਗੱਲ ਕਰ ਲਈ, ਸਾਬਸ ਇੱਕ ਵਾਰੀ ਤੁਸੀਂ ਗੋ ਥਰੂ ਕਰ ਲੈਣਾ ਹੈ ਨਾ। ਅੱਛਾ ਜੀ, ਹੁਣ ਇੱਥੇ ਕੁਛ ਨਾਮ ਨੇ ਮਾਰਸ ਦੇ ਮਿਸ਼ਨਸ ਦੇ, ਠੀਕ ਹੈ। ਆਪਾਂ ਨੂੰ ਪਤਾ ਧਰਤੀ ਤੋਂ ਕੁਛ ਦੂਰ, ਕੁਛ ਨਹੀਂ ਮਤਲਬ ਬਹੁਤ ਦੂਰ ਆਪਣੇ ਕੋਲੇ ਪਲੈਨਟ ਆ, ਮੰਗਲ ਗ੍ਰਹਿ ਆ, ਮਾਰਸ, ਐਂਡ ਉਹਦੇ 'ਤੇ ਆਪਣੇ ਮਿਸ਼ਨਸ ਜਾਂਦੇ ਨੇ। ਉਹਦੇ ਕਾਰਨ ਬਹੁਤ ਨੇ, ਉਹ ਆਪਾਂ ਡਿਸਕਸ ਨਹੀਂ ਕਰਾਂਗੇ, ਬਟ ਇਨ ਬਰੀਫ ਮੈਂ ਦੱਸਣਾ ਚਾਹੂੰਗੀ ਕਿ ਇੱਕ ਇੱਦਾਂ ਦਾ ਹੈਬੀਟੇਬਲ ਪਲੈਨਟ ਜਿਹੜਾ ਧਰਤੀ ਤੋਂ ਬਿਨਾਂ ਅਗਰ ਕਿਤੇ ਲਾਈਫ ਹੋ ਸਕਦੀ ਆ ਇਨ ਫਿਊਚਰ, ਉਹ ਕਿਹੜਾ ਹੋਊਗਾ? ਮਾਰਸ ਹੋਊਗਾ। ਕਿਉਂਕਿ ਮਾਰਸ ਆਪਾਂ ਨੂੰ ਗੈਸ ਮਿਲੀ ਆ ਮੀਥੇਨ ਗੈਸ, ਵਿਚ ਇਜ਼ ਅ ਬਾਇਓਸਿਗਨੇਚਰ ਗੈਸ ਵਿਚ ਇਜ਼ ਇੰਡੀਕੇਟਰ ਆਫ ਲਾਈਫ। ਮਾਰਸ ਤੇ ਇੰਡੀਆ ਦਾ ਕੋਈ ਮਿਸ਼ਨ ਤੁਹਾਨੂੰ ਪਤਾ ਹੋਵੇ? ਬਿਲਕੁਲ ਪਤਾ ਹੋਣਾ ਚਾਹੀਦਾ, ਮੰਗਲਯਾਨ ਮਿਸ਼ਨ, ਮੂਵੀ ਦੇਖੀ ਹੋਏਗੀ ਤੁਸੀਂ, ਮੰਗਲਯਾਨ ਮਿਸ਼ਨ, ਮਾਰਸ ਆਰਬਿਟਰ ਮਿਸ਼ਨ ਆਪਾਂ ਲਾਂਚ ਕਰਿਆ ਸੀ ਅਤੇ 2022 ਦੇ ਵਿੱਚ ਉਹਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਸੀ, ਠੀਕ ਹੈ। ਐਂਡ ਹੁਣ ਆਪਾਂ ਮੰਗਲਯਾਨ 2 ਦੀ ਤਿਆਰੀ ਕਰ ਰਹੇ ਹਾਂ, ਜਿਹੜਾ ਕੁਛ ਸਾਲਾਂ ਦੇ ਵਿੱਚ ਆਪਾਂ ਲਾਂਚ ਕਰਨਾ। ਜਿਹੜਾ ਪਹਿਲਾ ਸੀਗਾ ਦੈਟ ਵਾਜ਼ ਆਰਬਿਟਰ, ਹੈ ਨਾ। ਇੱਕ ਆਰਬਿਟਰ ਹੁੰਦਾ, ਫਿਰ ਇੱਕ ਲੈਂਡਰ ਹੁੰਦਾ, ਇੱਕ ਰੋਵਰ ਹੁੰਦਾ। ਮਤਲਬ ਮੰਨ ਲਓ ਇਹ ਹੈਗਾ ਮਾਰਸ, ਕੁਛ ਮਿਸ਼ਨਸ ਹੁੰਦੇ ਨੇ ਕਿ ਚੱਕਰ ਕੱਟ ਕੇ ਵਾਪਸ ਆ ਜਾਂਦੇ ਨੇ, ਉਹਨੂੰ ਬੋਲ ਦਿੰਦੇ ਨੇ ਆਰਬਿਟਰ। ਫਿਰ ਕੁਛ ਹੁੰਦੇ ਨੇ ਕਿ ਚੱਕਰ ਕੱਟਦੇ ਆ, ਉਹਨਾਂ ਦਾ ਕੁਛ ਪਾਰਟ ਅੱਡ ਹੋ ਕੇ ਉਸ ਮਾਰਸ ਦੇ ਸਰਫੇਸ 'ਤੇ ਕੀ ਕਰਦਾ? ਲੈਂਡ ਕਰਦਾ, ਜਿਹਨੂੰ ਆਪਾਂ ਕੀ ਬੋਲਦੇ ਹਾਂ? ਲੈਂਡਰ। ਫਿਰ ਉਹ ਲੈਂਡ ਕਰ ਦਿੰਦੀ ਹੈ ਮਸ਼ੀਨ, ਉਹਦੇ ਅੰਦਰੋਂ ਕੁਛ ਸਮਾਨ ਬਾਹਰ ਨਿਕਲਦਾ ਜਿਹਨੂੰ ਕੀ ਬੋਲਦੇ ਨੇ? ਰੋਵਰ। ਰੋਵਰ ਕੀ ਕਰਦਾ ਕਿ ਉੱਥੇ ਮੂਵ ਕਰਕੇ ਸਾਰੇ ਐਕਸਪੈਰੀਮੈਂਟਸ ਕਰਦਾ। ਮੰਗਲਯਾਨ ਕੀ ਸੀ? ਆਰਬਿਟਰ, ਬਸ ਚੱਕਰ ਕੱਟਿਆ ਅਤੇ ਖਤਮ ਹੈ ਕੰਮ। ਬਟ ਹੁਣ ਆਪਾਂ ਕੀ ਸੋਚ ਰਹੇ ਹਾਂ ਕਿ ਜਿਹੜਾ ਆਪਣਾ ਸੈਕਿੰਡ ਜਾਊਗਾ ਦੈਟ ਵਿਲ ਬੀ ਮਾਰਸ। ਤੇ ਜਿਹੜਾ ਮਿਸ਼ਨ ਹੋਏਗਾ ਆਰਬਿਟਰ ਵੀ ਹੋਏਗਾ, ਲੈਂਡਰ ਵੀ ਹੋਏਗਾ ਅਤੇ ਰੋਵਰ ਵੀ ਹੋਏਗਾ। ਪੇਪਰ 'ਚ ਕੁਛ ਐਗਜ਼ਾਮਪਲਸ ਨੇ ਜਿਹੜੀਆਂ ਨਿਊਜ਼ਪੇਪਰ 'ਚ ਹੈਗੀਆਂ ਨੇ, ਜੋ ਆਪਾਂ ਪੁੱਛਿਆ ਜਾ ਸਕਦਾ। ਜ਼ਿਆਦਾ ਡੀਪ ਨਹੀਂ ਜਾਣਾ, ਵੱਧ ਤੋਂ ਵੱਧ ਤੁਹਾਨੂੰ ਕੀ ਪੁੱਛਣਗੇ ਵੀ ਇਹ ਜਿਹੜਾ ਮਿਸ਼ਨ ਆ ਉਹ ਕਿਹੜੇ ਦੇਸ਼ ਦਾ ਅਤੇ ਕਾਹਦੇ ਰਿਲੇਟਡ ਆ। ਇੱਥੇ ਇੱਕ ਲਿਸਟ ਆ ਜਿਹਦੇ 'ਚ ਨਾਮ ਲਿਖੇ ਹੋਏ ਨੇ ਬਸ ਵੀ ਇਹ ਮਿਸ਼ਨ ਆਹ ਦੇਸ਼ ਦਾ ਸੀਗਾ। ਜ਼ਿਆਦਾ ਡੀਪ ਦੇ ਵਿੱਚ ਆਪਾਂ ਨਹੀਂ ਜਾਵਾਂਗੇ, ਠੀਕ ਹੈ। ਬਸ ਨਾਮ ਯਾਦ ਰੱਖ ਲਿਓ। ਕਿਉਰਿਓਸਿਟੀ ਰੋਵਰ USA ਦਾ, ਮਾਰਸ 'ਤੇ ਆ। ਮਾਰਸ ਰੀਕਨਸੈਂਸ ਆਰਬਿਟਰ ਕਿੱਥੇ ਦਾ? USA ਦਾ। ਮਾਰਸ ਓਡੇਸੀ ਆਰਬਿਟਰ ਕਿਸੇ ਦਾ? USA ਦਾ। ਮਾਵੇਨ ਕਰਕੇ ਮਾਰਸ ਐਟਮੋਸਫੇਅਰ ਐਂਡ ਵੋਲਾਟਾਈਲ ਇਵੋਲਿਊਸ਼ਨ ਇੱਕ ਮਿਸ਼ਨ ਆ, ਕਿਹਦਾ ਆ? USA ਦਾ। ਸਿਰਫ ਨਾਮ ਯਾਦ ਰੱਖਣੇ ਆ, ਜਸਟ ਆਈਡੀਆ, ਠੀਕ ਹੈ। ਇੱਕ ਪਰਜ਼ਵਰੈਂਸ ਰੋਵਰ ਆ ਬਈ, ਇਹ ਬਹੁਤ ਇੰਪੋਰਟੈਂਟ ਆ, ਇਹ ਨਿਊਜ਼ ਵਿੱਚ ਕਾਫੀ ਰਹਿੰਦਾ। ਪਰਜ਼ਵਰੈਂਸ ਰੋਵਰ ਇੱਕ ਮਿਸ਼ਨ ਹੈ ਨਾਸਾ ਦਾ, ਕਿੱਥੇ? ਮਾਰਸ 'ਤੇ। ਕਿਉਂ ਇੰਪੋਰਟੈਂਟ ਹੈ? ਇਸ ਕਰਕੇ ਇੰਪੋਰਟੈਂਟ ਹੈ, ਜਦੋਂ ਮਾਰਸ ਦੇ ਆਲੇ ਦੁਆਲੇ ਘੁੰਮਿਆ, ਲੈਂਡ ਕਰ ਗਿਆ, ਲੈਂਡ ਕਰਕੇ ਰੋਵਰ ਬਾਹਰ ਨਿਕਲਿਆ, ਜਿੰਨੇ ਵੀ ਹੋਰ ਰੋਵਰ ਨੇ ਉਹ ਕੀ ਕਰਦੇ ਨੇ? ਸਰਫੇਸ 'ਤੇ ਘੁੰਮਦੇ ਨੇ। ਪਹਿਲੀ ਵਾਰ ਇਹ ਹੋਇਆ ਕਿਹੜਾ ਰੋਵਰ ਸੀਗਾ ਉਹ ਕਿਸ ਫਾਰਮ 'ਚ ਸੀ? ਇੱਕ ਛੋਟਾ ਜਿਹੇ ਹੈਲੀਕਾਪਟਰ ਦੀ ਫਾਰਮ ਦੇ ਵਿੱਚ, ਵੀ ਦੂਸਰੇ ਦੇਸ਼, ਦੂਸਰੇ ਪਲਾਨਟ 'ਤੇ ਕੋਈ ਰੋਵਰ ਘੁੰਮ ਪਾਇਆ, ਹੈ ਨਾ। ਉਹਦਾ ਨਾਮ ਕੀ ਆ? ਇਨਜੈਨਿਟੀ ਹੈਲੀਕਾਪਟਰ। UPSC ਇੱਕ ਵਾਰੀ ਪੁੱਛਿਆ ਸੀਗਾ ਵੀ ਪਰਜ਼ਵਰੈਂਸ ਰੋਵਰ ਦੇ ਵਿੱਚ ਜਿਹੜਾ ਰੋਵਰ ਆ ਉਹਦਾ ਨਾਮ, ਜਿਹੜਾ ਉਹਦੇ ਵਿੱਚ ਰੋਵਰ ਆ ਮਤਲਬ ਹੈਲੀਕਾਪਟਰ ਆ, ਉਹਦਾ ਨਾਮ ਕੀ ਆ? ਇਨਜੈਨਿਟੀ ਹੈਲੀਕਾਪਟਰ। ਇਹ ਹੁਣ ਇਹਦਾ ਨਵਾਂ ਵਰਜਨ ਭੇਜਣਾ, ਉਹਦਾ ਨਾਮ ਹੈਗਾ ਮਾਰਸ ਚੌਪਰ। ਮਾਰਸ ਚੌਪਰ, ਠੀਕ ਹੈ। ਇੱਕ ਤਾਂ ਇਸ ਕਰਕੇ ਇੰਪੋਰਟੈਂਟ ਹੈ। ਦੂਜਾ ਕਹਿੰਦੇ ਇਹਦੇ ਵਿੱਚ ਇੱਕ ਸਿਸਟਮ ਲੱਗਿਆ ਹੋਇਆ ਮੌਕਸੀ, ਜਿਹਦਾ ਕੰਮ ਪਤਾ ਕੀ ਹੈ ਕਿ ਉੱਥੇ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ, ਕਾਰਬਨ ਡਾਈਆਕਸਾਈਡ ਨੂੰ ਕਨਵਰਟ ਕਰ ਰਹੇ ਨੇ ਕਾਹਦੇ ਵਿੱਚ? ਆਕਸੀਜਨ ਦੇ ਵਿੱਚ, ਠੀਕ ਹੈ। ਅਗੇਨ ਇੰਨਾ ਕੰਪਲੀਕੇਟ ਮਤਲਬ ਨਹੀਂ ਜ਼ਰੂਰਤ ਹੈਗੀ। ਪਰਜ਼ਵਰੈਂਸ ਰੋਵਰ ਯਾਦ ਰੱਖਿਓ ਕਿਹੜੇ ਦੇਸ਼ ਦਾ ਮਿਸ਼ਨ ਆ? USA ਦਾ ਮਿਸ਼ਨ ਆ। ਪਲੀਜ਼ ਅੰਡਰਸਟੈਂਡ ਕਿੱਥੇ ਆ? ਮਾਰਸ 'ਤੇ ਆ। ਆਪਾਂ ਮਾਰਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਉਹਦੇ ਬਿਨਾਂ ਇੱਥੇ ਦੋ ਨਾਮ ਨੇ ਯੂਰੋਪੀਅਨ ਯੂਨੀਅਨ ਦੇ, ਇੱਕ ਹੈਗਾ ਐਕਸੋਮਾਰਸ ਟ੍ਰੇਸਰ ਗੈਸ ਆਰਬਿਟਰ, ਇੱਕ ਹੈਗਾ ਮਾਰਸ ਐਕਸਪ੍ਰੈਸ ਆਰਬਿਟਰ। ਕਿਹਦੇ ਨੇ? ਯੂਰੋਪੀਅਨ ਯੂਨੀਅਨ ਦੇ। ਚਾਈਨਾ ਦੇ ਨੇ, ਚਾਈਨਾ ਦੇ ਤਾਇਨਵੈਨ 1 2 3 ਜਿਹੜੇ ਵੀ ਇਹ ਮਿਸ਼ਨਸ ਨੇ ਉਹ ਚਾਈਨਾ ਦੇ ਨੇ। ਕਿੱਥੇ? ਆਪਣੇ ਲਾਈਕ ਮਾਰਸ 'ਤੇ। ਧਿਆਨ ਰੱਖਿਓ ਤਾਇਨਵੈਨ। UAE ਪਹਿਲੀ ਵਾਰ ਇੱਦਾਂ ਹੋਇਆ ਸੀ ਕਿਸੇ ਅਰਬ ਦੇਸ਼ ਨੇ ਕੋਈ ਸੈਟਲਾਈਟ ਲਾਂਚ ਕਰਿਆ ਸੀ, ਉਹ ਵੀ ਮਾਰਸ 'ਤੇ, ਹੋਪ ਮਿਸ਼ਨ, ਠੀਕ ਹੈ। ਐਂਡ ਕਿਹੜੇ ਦਾ ਦੇਸ਼ ਸੀਗਾ? UAE, ਠੀਕ ਹੈ। ਤੋ ਯੂਨਾਈਟਿਡ ਅਰਬ ਐਮੀਰੇਟਸ, UAE ਦਾ ਮਿਸ਼ਨ ਸੀਗਾ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇੰਡੀਆ ਦਾ ਆਪਾਂ ਨੂੰ ਪਤਾ ਕਿਹੜਾ ਆ? ਮਾਰਸ ਮਿਸ਼ਨ। ਜਿਹੜਾ ਸੀਗਾ ਮੰਗਲਯਾਨ, ਉਹ ਆਪਣਾ ਕੰਮ ਕਰਨਾ ਬੰਦ ਕਰ ਚੁੱਕਿਆ, ਬਟ ਹੁਣ ਆਪਾਂ ਨੈਕਸਟ ਬਣਾਵਾਂਗੇ ਮੰਗਲਯਾਨ 2। ਹੁਣ ਆਪਾਂ ਇਹ ਚੀਜ਼ਾਂ ਪੜ੍ਹ ਕਿਉਂ ਰਹੇ ਹਾਂ? ਕਿਉਂਕਿ ਪੇਪਰ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ ਇੱਕ ਜਿਹੜਾ ਕਾਫੀ ਜ਼ਿਆਦਾ ਫੇਮਸ ਹੋ ਰਿਹਾ ਉਹ ਕਿਹੜਾ ਹੈ? ਤਾਇਨਵੈਨ, ਠੀਕ ਹੈ। ਤਾਇਨਵੈਨ ਕਿੱਥੇ ਦਾ? ਚਾਈਨਾ ਦਾ। ਇਸ ਕਰਕੇ ਆਪਾਂ ਨੇ ਪੜ੍ਹਿਆ
टाइनवन 1 ਸੀਗਾ 2020 ਚ ਗਿਆ, ਫਿਰ ਸੈਕਿੰਡ ਗਿਆ, ਠੀਕ ਹੈ, ਜਿਹੜਾ ਸੈਕਿੰਡ ਨਿਊਜ਼ 'ਚ 2025 ਦੇ ਵਿੱਚ ਇਹ ਗਿਆ। ਨਾਮ ਥੋੜ੍ਹਾ ਧਿਆਨ 'ਚ ਰੱਖ ਲਿਓ ਕਿ ਐਸਟਰੋਇਡਸ ਤੇ ਕੌਮੇਟਸ, ਮਤਲਬ टाइनवन 1 ਕਿੱਥੇ ਗਿਆ, ਮਾਰਚ 'ਤੇ। ਇਹ ਜਿਹੜੇ ਮਲਟੀਪਲ ਸੀਰੀਜ਼ ਦੇ ਵਿੱਚ ਐਕਸਪੈਰੀਮੈਂਟਸ ਨੇ ਨਾ, टाइनवन 1 2 3 4, ਇਹ ਅੱਡ ਅੱਡ ਕੰਮਾਂ ਵਾਸਤੇ ਨੇ। ਓਵਰਆਲ ਸਟੱਡੀ ਕਰਨੀ ਹੈ ਕਹਿੰਦੇ ਆਪਾਂ ਨੇ ਸਪੇਸ ਦੀ। ਪਹਿਲਾ ਕਿੱਥੇ ਗਿਆ, ਮਾਰਚ 'ਤੇ ਗਿਆ। ਦੂਜੇ ਨੇ ਐਸਟਰੋਇਡ ਦੀ ਸਟੱਡੀ ਕੀਤੀ ਆ, ਜਿਹੜਾ ਹੁਣੀ ਚੱਲ ਰਿਹਾ। ਤੀਜਾ ਇਹਨਾਂ ਦਾ ਆਊਗਾ 2028 ਦੇ ਵਿੱਚ, ਜਿੱਥੇ ਮਾਰਸ ਤੋਂ ਸੈਂਪਲ ਰਿਟਰਨ ਵਾਪਸ ਲੈ ਕੇ ਆਉਣਗੇ। टाइनवन 4 ਆਊਗਾ, ਜੁਪੀਟਰ ਦੀ ਐਕਸਪਲੋਰੇਸ਼ਨ ਕਰਨੀ ਆ। ਸੋ ਕਾਫੀ ਜ਼ਿਆਦਾ ਕੰਪਲੀਕੇਟਡ ਇਹ ਹੈਗੇ। ਆਪਣੇ ਲਈ ਇੰਪੋਰਟੈਂਟ ਹੋ ਸਕਦਾ टाइनवन 2। ਉਦੋਂ ਵੀ ਬਸ ਇੰਨਾ ਜ਼ਿਆਦਾ ਤੁਹਾਨੂੰ ਪੁੱਛਣਗੇ ਵੀ ਨਹੀਂ, ਤੁਹਾਨੂੰ ਵੱਧ ਤੋਂ ਵੱਧ ਨੇਸ਼ਨ ਬਾਰੇ ਪੁੱਛ ਸਕਦੇ ਹੋ, ਹੈ ਨਾ, ਨੇਸ਼ਨ ਬਾਰੇ ਪੁੱਛ ਸਕਦੇ ਆ ਕਿੱਥੇ ਦਾ ਹੈਗਾ, ਇਹ ਧਿਆਨ 'ਚ ਰੱਖ ਲਿਓ। ਉਹਦੇ ਬਿਨਾਂ ਮੈंने ਕੁਛ ਇੱਥੇ ਐਡ ਕਰੇ ਨੇ ਐਸਟਰੋਇਡਸ ਦੇ ਰਿਲੇਟਡ ਕੁਛ ਮਿਸ਼ਨਸ। ਲੈਟ ਮੀ ਆਸਕ ਯੂ, ਐਸਟਰੋਇਡ ਤੋਂ ਸਮਝਦੇ ਨਾ ਆਪਾਂ ਕੀ ਹੁੰਦਾ? ਐਸਟਰੋਇਡਸ ਵੱਡੇ ਵੱਡੇ ਪਲੈਨਟਸ, ਗ੍ਰਹਿਾਂ ਦਾ ਟੁਕੜੇ, ਜਿਹੜੇ ਬਚੇ ਟੁਕੜੇ ਹੁੰਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ? ਐਸਟਰੋਇਡਸ। ਅਤੇ ਕਈ ਵਾਰੀ ਉਹ ਧਰਤੀ ਨਾਲ ਆ ਕੇ ਟਕਰਾ ਵੀ ਜਾਂਦੇ ਨੇ, ਠੀਕ ਹੈ। ਐਸਟਰੋਇਡਸ ਕੀ ਆ मतलब ਉੱਥੇ ਜਿਹੜਾ ਰੋਮੀਨੈਂਟਸ ਆ, ਬਚਿਆ ਕੁਛਿਆ ਸਮਾਨ, ਜਾਂ ਬੜੇ ਬੜੇ ਪਲੈਨਟਸ ਦੇ ਟੁਕੜੇ ਅੱਡ ਹੋ ਕੇ ਰਹਿ ਜਾਂਦੇ ਨੇ, ਉਹਨੂੰ ਕੀ ਬੋਲ ਦਿੰਦੇ ਨੇ? ਐਸਟਰੋਇਡਸ ਬੋਲ ਦਿੰਦੇ ਨੇ, ਠੀਕ ਹੈ। ਅੱਛਾ, ਇੱਕ ਜਾਪਾਨ ਦਾ ਮਿਸ਼ਨ ਸੀਗਾ ਹਾਇਆਬੂਸਾ, ਠੀਕ ਹੈ, ਜਿਨ੍ਹਾਂ ਨੇ ਸੈਂਪਲਸ, ਐਸਟਰੋਇਡਸ ਦੇ ਸੈਂਪਲਸ ਲੈ ਕੇ ਆਇਆ ਸੀਗਾ ਰਾਈਗੂ ਦਾ। ਓਜ਼ਰਿਸ ਰੈਕਸ, ਵੈਰੀ ਇੰਪੋਰਟੈਂਟ, ਓਜ਼ਰਿਸ ਰੈਕਸ ਕਰਕੇ ਇੱਕ ਮਿਸ਼ਨ ਹੈ, ਉਹ ਵੀ ਕੀ ਹੈ ਰਿਲੇਟਡ ਟੂ ਦੀ ਐਸਟਰੋਇਡ ਮਿਸ਼ਨ ਆ। ਕਿਹਦਾ ਆ? ਨਾਸਾ ਦਾ। ਇਹ ਵੀ ਉਸ ਧਿਆਨ 'ਚ ਰੱਖਣਾ। ਚਾਈਨਾ ਦਾ टाइनवन 2 ਆਪਾਂ ਨੇ ਪੜ੍ਹ ਹੀ ਲਿਆ। ਕੁਛ ਜ਼ਿਆਦਾ ਘਬਰਾਉਣ ਵਾਲੀ ਗੱਲ ਨਹੀਂ, ਐਂਡ ਕੁਛ ਇਸ ਕੰਪਲੀਕੇਟਡ ਨਹੀਂ ਹੈਗਾ। ਮੈਂ ਪੀਸੀਐਸ ਵਾਸਤੇ ਸਿਰਫ ਨਾਮ ਯਾਦ ਕਰਨੇ ਆ। यूपीएस ਦੇ ਵਿੱਚ ਆਪਾਂ ਡਿਟੇਲ 'ਚ ਗੱਲ ਕਰਨੀ ਹੁੰਦੀ ਆ ਕਾਫੀ, ਹੈ ਨਾ। ਇੱਥੇ ਕੁਛ ਨਹੀਂ ਕਰਨਾ, ਬਸ ਨਾਮ ਕੀ ਹੈ, ਕਾਹਦੇ ਰਿਲੇਟਡ ਹੈ, ਕਿਹੜੇ ਦੇਸ਼ ਦਾ, ਬਹੁਤ ਹੈ, ਠੀਕ ਹੈ। ਅੱਛਾ, ਹੁਣ ਜਿਹੜਾ ਆਪਣੇ ਕੋਲ ਇੰਟਰਨੈਟ ਕਨੈਕਟੀਵਿਟੀ ਆ ਰਹੀ ਆ, ਰਾਈਟ, ਉਹਦੇ ਦੋ ਤਰੀਕੇ ਹੁੰਦੇ ਆ। ਇੱਕ ਕਨੈਕਟੀਵਿਟੀ ਮਿਲਦੀ ਆ ਥਰੂ ਦੀ ਆਪਟੀਕਲ ਫਾਈਬਰਸ, ਤਾਰਾਂ ਜਿਹੜੀਆਂ ਹੁੰਦੀਆਂ ਨੇ। ਦੂਜਾ ਜਿਹੜੀ ਇੰਟਰਨੈਟ ਸਰਵਿਸਿਜ਼ ਮਿਲਦੀਆਂ ਨੇ ਹੁੰਦੇ ਸੈਟਲਾਈਟ ਦੇ ਥਰੂ। ਤੁਹਾਨੂੰ ਪਤਾ ਹੋਏਗਾ 99% ਜਿਹੜੀ ਆਪਾਂ ਨੂੰ ਸਪਲਾਈ ਆ ਉਹ ਕਿਵੇਂ ਆਉਂਦੀ ਆ? ਵਾਇਆ ਸੈਟਲਾਈਟਸ ਆਉਂਦੀ ਆ, ਠੀਕ ਹੈ, ਨੋ ਇਸ਼ੂਜ਼। ਸੌਰੀ, ਜਿੰਨੀ 99% ਕਿੱਥੋਂ ਆਉਂਦੀ ਆ? ਆਪਟੀਕਲ ਫਾਈਬਰਸ ਦੇ ਥਰੂ ਆਉਂਦੀ ਆ, ਐਂਡ ਸੈਟਲਾਈਟਸ ਦੇ ਥਰੂ ਬਹੁਤ ਘੱਟ ਆ। ਹੁਣ ਜਿੰਨਾ ਆਪਾਂ ਨੇ ਅਚੀਵ ਕਰਨਾ ਸੀਗਾ ਆਪਟੀਕਲ ਫਾਈਬਰਸ ਦੇ ਥਰੂ ਆਪਾਂ ਅਚੀਵ ਕਰ ਚੁੱਕੇ ਹਾਂ, ਰਾਈਟ। ਆਪਟੀਕਲ ਫਾਈਬਰਸ 'ਤੇ ਪੀਸੀਐਸ ਨੇ 2021 'ਚ ਕੁਐਸਚਨ ਵੀ ਪੁੱਛਿਆ। ਹੁਣ ਆਪਾਂ ਟਰਾਈ ਕਰ ਰਹੇ ਹਾਂ ਕਿ ਸੈਟਲਾਈਟਸ ਨੂੰ ਯੂਜ਼ ਕਰਕੇ ਆਪਾਂ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਕਰੀਏ, ਬਿਕੋਜ਼ ਬਹੁਤ ਇੱਦਾਂ ਦੇ ਆਪਣੇ ਕੋਲ ਜਗ੍ਹਾਵਾਂ ਹੈਗੀਆਂ ਨੇ ਜਿੱਥੇ ਫਾਈਬਰਸ, ਤਾਰਾਂ ਨਹੀਂ ਵਿਛਾਈਆਂ ਜਾ ਸਕਦੀਆਂ, ਜਿਵੇਂ ਕਿ ਲਦਾਖ, ਹੈ ਨਾ, ਜਿੱਥੇ ਬਹੁਤ ਹੀ ਟਫ ਟੈਰਨ ਹੈ। ਤੁਹਾਡੇ ਲਕਸ਼ਦੀਪ ਆਈਲੈਂਡ ਬਹੁਤ ਲੇਟ ਉੱਥੇ ਆਪਟੀਕਲ ਫਾਈਬਰਸ ਪਹੁੰਚੀਆਂ ਨੇ। ਸੋ ਸੈਟਲਾਈਟਸ ਨੂੰ ਆਪਾਂ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਬਹੁਤ ਇੰਪੋਰਟੈਂਟ ਪ੍ਰੋਜੈਕਟ ਆ, ਸਭ ਨੂੰ ਪਤਾ ਹੋਏਗਾ, ਸਟਾਰਲਿੰਕ। ਕਿਹਦਾ ਹੈ? ਸਪੇਸ ਐਕਸ ਦਾ, ਐਲਨ ਮਸਕ ਦਾ। ਉਹ ਕੀ ਚਾਹ ਰਹੇ ਨੇ ਕਿ 36,000 ਸੈਟਲਾਈਟਸ ਆਪਾਂ ਨੇ ਜੜ ਦੇਣੇ ਆ ਲੋ ਅਰਥ ਆਰਬਿਟ ਦੇ ਵਿੱਚ, ਜਿਹਦੇ ਕਰਕੇ ਸੈਟਲਾਈਟਸ ਨੂੰ ਯੂਜ਼ ਕਰਕੇ ਆਪਾਂ ਕੀ ਕਰਾਂਗੇ? ਪ੍ਰੋਪਰ ਸੈਟਲਾਈਟ ਦੇ ਥਰੂ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਕਰਾਂਗੇ। ਆਪਣੇ ਲਈ ਕੀ ਇੰਪੋਰਟੈਂਟ ਆ? ਕਿਹੜੇ ਕਿਹੜੇ ਇੱਦਾਂ ਦੇ ਮਿਸ਼ਨਸ ਨੇ ਜਿਹੜੇ ਸੈਟਲਾਈਟ ਦੇ ਥਰੂ ਜਿਹੜੀ ਇੰਟਰਨੈਟ ਸਰਵਿਸਿਜ਼ ਨੇ ਉਹਨਾਂ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇੰਨਾ ਆਪਾਂ ਨੇ ਦੇਖਣਾ। ਉਹ ਕੁਛ ਨਾਮ ਨੇ। ਇੱਥੇ ਇੱਕ ਹੋਰ ਪੁਆਇੰਟ ਮੈਂ ਦੱਸਦਾ, ਨਿਊਜ਼ਪੇਪਰ ਜੇ ਪੜ੍ਹਦੇ ਹੋ ਤੁਹਾਨੂੰ ਪਤਾ ਹੋਊਗਾ, ਰੀਸੈਂਟਲੀ ਜੀਓ ਨੇ ਅਤੇ ਬਾਅਦ ਵਿੱਚ ਏਅਰਟੈਲ ਨੇ ਸਾਈਨ ਕਰਿਆ ਸੀਗਾ ਐਗਰੀਮੈਂਟ ਸਪੇਸ ਐਕਸ ਦੇ ਨਾਲ, ਕਿ ਅਗਰ ਤੁਸੀਂ ਇੰਡੀਆ ਦੇ ਵਿੱਚ ਵੀ ਸੈਟਲਾਈਟਸ ਦੇ ਥਰੂ ਇੰਟਰਨੈਟ ਪ੍ਰੋਵਾਈਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਐਗਰੀਮੈਂਟ ਕਰ ਲੈਂਦੇ ਹਾਂ ਜੀਓ ਅਤੇ ਏਅਰਟੈਲ ਨੇ। ਆਲਦੋ ਕਲੀਅਰੇਸ਼ਨਸ ਅਭੀ ਮਿਲਿਆ ਨਹੀਂ ਸੀ, ਬਟ ਇਹ ਹੋਇਆ ਸੀ। ਆ ਬਈ ਇੱਥੇ ਕੁਛ ਨਾਮ ਨੇ ਪ੍ਰੋਜੈਕਟ ਦੇ ਅਤੇ ਕੰਟਰੀ ਦੇ, ਠੀਕ ਹੈ। ਪਲਾਨ ਤਾਂ ਤੁਹਾਨੂੰ ਪਤਾ ਹੀ ਆ, ਕੀ ਪਲਾਨ ਆ? ਸੈਟਲਾਈਟਸ ਦੇ ਥਰੂ ਆਪਾਂ ਨੇ ਇੰਟਰਨੈਟ ਕਨੈਕਟੀਵਿਟੀ ਪ੍ਰੋਵਾਈਡ ਕਰਨੀ ਆ, ਠੀਕ ਹੈ। ਅੱਛਾ, ਸਟਾਰਲਿੰਕ ਮੈਂ ਦੱਸਦਾ, ਸਪੇਸ ਐਕਸ USA, ਇੱਕ ਪ੍ਰੋਜੈਕਟ ਕਿਊਪਰ ਆ ਐਮਾਜ਼ੋਨ USA, ਵਨ ਵੈਬ ਕਿੱਥੇ ਦਾ? UK, ਯੂਰਪ ਦਾ। ਵਨ ਵੈਬ ਦੇ ਨਾਲ BSNL ਨੇ ਵੀ ਐਗਰੀਮੈਂਟ ਸਾਈਨ ਕਰਨ ਦੀ ਕੋਸ਼ਿਸ਼ ਕਰੀ ਸੀ, ਇਹ ਪੜ੍ਹ ਲਿਓ, ਠੀਕ ਹੈ। ਐਂਡ ਕੁਆਨਫਨ ਹੈ ਕਿੱਥੇ ਦਾ? ਸ਼ੰਘਾਈ ਸਪੇਸਕੌਮ ਚਾਈਨਾ। ਨਾਮ, ਸਿਰਫ ਨਾਮ। ਇਹ ਇੱਦਾਂ ਦੇ ਪ੍ਰੋਜੈਕਟ ਨੇ ਜਿਹੜੇ ਸੈਟੇਲਾਈਟ ਦੇ ਥਰੂ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਬਸ, ਠੀਕ ਹੈ। ਇਹ ਪਤਾ ਹੋਣਾ ਚਾਹੀਦਾ।
जो मैं दसिया कि इंडिया भी ट्राई कर रहा, ठीक है। जियो रिलायंस ਦੀ ਵੀ ਐਗਰੀਮੈਂਟ ਹੋਈ ਹੈ ਸਪੇਸ ਐਕਸ ਦੇ ਨਾਲ, ਵਨਵੈਬ ਨਾਲ ਏਅਰਟੈਲ ਨੇ ਕੋਲੈਬੋਰੇਸ਼ਨ ਕਰਿਆ, ਵਨਵੈਬ ਨਾਲ BSNL ਨੇ ਵੀ ਕਰਿਆ ਸੀਗਾ। ਸੋ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਵੈਰੀ ਇੰਪੋਰਟੈਂਟ ਆਪਾਂ ਗੱਲ ਕਰਕੇ ਗਏ ਆਰਿਆਭੱਟ ਦੀ। ਆਰਿਆਭੱਟ ਸੈਟਲਾਈਟ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਈ ਇੰਡੀਆ ਦਾ ਪਹਿਲਾ ਸੈਟਲਾਈਟ ਸੀ, ਹੈ ਨਾ, ਇੰਡੀਆ ਦਾ ਪਹਿਲਾ ਸੈਟਲਾਈਟ ਸੀ। 1975 ਦੇ ਅਰਾਊਂਡ ਆਪਾਂ ਨੇ ਇਹਨੂੰ ਲਾਂਚ ਕਰਿਆ ਸੀ ਤੇ ਇਹਦੇ 50 ਸਾਲ ਪੂਰੇ ਹੋ ਚੁੱਕੇ ਨੇ, ਜਿਸ ਕਰਕੇ ਇਹਦੇ ਬਾਰੇ ਕੁਐਸਚਨ ਆਉਣ ਦੇ ਚਾਂਸਸ ਹੈਗੇ ਆ, ਠੀਕ ਹੈ। ਐਂਡ ਕਿੱਥੋਂ ਲਾਂਚ ਕਰਿਆ ਸੀ ਤੁਹਾਨੂੰ ਪਤਾ ਹੋਊਗਾ, ਰਸ਼ੀਆ, ਸੋਵੀਅਤ ਯੂਨੀਅਨ ਸੀਗਾ ਉਦੋਂ। ਆਰਿਆਭੱਟ ਨਾਮ ਸੀ। ਐਂਡ ਕਿਉਂ ਸੀ, ਯੂ ਨੋ, ਆਰਿਆਭੱਟ ਮੈਥਮੈਟੀਸ਼ੀਅਨ। ਐਂਡ ਲੋ ਅਰਥ ਆਰਬਿਟ ਵਿੱਚ ਭੇਜਿਆ ਸੀ। ਵੇਟ ਕਿੰਨਾ ਸੀ, 360 kg ਦੇ ਅਰਾਊਂਡ। ਇੰਨਾ ਕੁ ਆਪਾਂ ਪਤਾ ਹੋਣਾ ਚਾਹੀਦਾ। ਲਾਂਚ ਵਹੀਕਲ ਕਿਹੜਾ ਸੀਗਾ, ਕੋਸਮੋਸ 3M ਰॉकेट। ਦਿਸ ਇਜ਼ ਇੰਪੋਰਟੈਂਟ, ਦਿਸ ਇਜ਼ ਇੰਪੋਰਟੈਂਟ, ਇਹ ਤੁਸੀਂ ਧਿਆਨ 'ਚ ਰੱਖਣਾ। ਅੱਛਾ ਜੀ, ਤੇ ਨੈਕਸਟ ਜਿਹੜਾ ਟੌਪਿਕ ਹੈ ਦੈਟ ਇਜ਼ ਸਪੇਡਐਕਸ ਮਿਸ਼ਨ। 2025 ਦੇ ਵਿੱਚ ਆਪਾਂ ਨੇ ਇਹਨੂੰ ਲਾਂਚ ਕਰਿਆ। ਬਹੁਤ ਹੀ ਇੰਪੋਰਟੈਂਟ ਮਿਸ਼ਨ ਹੈ, ਧਿਆਨ ਨਾਲ ਮੇਰੀ ਗੱਲ ਸੁਣਨੀ ਆ। ਡੌਕਿੰਗ ਸਮਝਦੇ ਹੋ? ਦੇਖੋ, ਇੱਕ ਕੀ ਹੈ ਕਿ ਤੁਸੀਂ ਸੈਟੇਲਾਈਟ ਲਾਂਚ ਕਰਤਾ, ਠੀਕ ਹੈ, ਉਹ ਲਾਂਚ ਹੋਇਆ ਤੇ ਉਹ ਜਾ ਕੇ ਉਹਨੇ ਚੱਕਰ ਕੱਟੇ, ਆਰਬਿਟ ਕੀਤਾ ਤੇ ਆਪਣਾ ਕੰਮ ਕਰਕੇ ਖਤਮ ਹੋ ਗਿਆ। ਕਈ ਵਾਰੀ ਸੈਟਲਾਈਟ ਬਹੁਤ ਹੈਵੀ ਹੁੰਦੇ ਆ, ਇੱਕ ਵਾਰ 'ਚ ਨਹੀਂ ਜਾਂਦੇ। ਆਪਾਂ ਫਿਰ ਕੀ ਕਰਦੇ ਹਾਂ, ਡੌਕਿੰਗ ਕਰਦੇ ਹਾਂ। ਡੌਕਿੰਗ ਹੁੰਦਾ ਕਿ ਦੋ ਸੈਟਲਾਈਟਸ ਆਰਬਿਟ ਜਾ ਕੇ ਇਕੱਠੇ ਹੁੰਦੇ ਨੇ, ਜਿਹਨੂੰ ਬੋਲਦੇ ਨੇ ਡੌਕਿੰਗ ਪ੍ਰੋਸੈਸ। ਜਿਵੇਂ ਕਿ ਆਪਾਂ ਨੇ ਕੀ ਕਰਿਆ, 2025 ਦੀ ਗੱਲ ਹੈ, ਦੋ ਅਲੱਗ-ਅਲੱਗ ਛੋਟੇ-ਛੋਟੇ 220 ਕਿਲੋ ਦੇ ਦੋ ਸੈਟਲਾਈਟ ਲਾਂਚ ਕਰੇ। ਇੱਕ ਪਹਿਲਾਂ ਲਾਂਚ ਕਰਿਆ, ਠੀਕ ਹੈ, ਫਿਰ ਇੱਕ ਦੂਸਰਾ। ਇੱਕ ਦਾ ਨਾਮ ਰੱਖਤਾ ਚੇਜ਼ਰ, ਇੱਕ ਦਾ ਨਾਮ ਟਾਰਗੇਟ, ਠੀਕ ਹੈ। ਦੋ ਨੇ, ਦੋਹਾਂ ਲਾਂਚ ਕਰਿਆ, ਦੋਹੇ ਆਪਣਾ ਆਪਣਾ ਸੇਮ ਆਰਬਿਟ 'ਚ ਘੁੰਮ ਰਹੇ ਨੇ। ਫਿਰ ਜਦੋਂ ਉਹਨਾਂ ਨੂੰ ਨੇੜੇ ਲੈ ਕੇ ਆਉਣਾ ਸੀ, ਉਹਨਾਂ ਦੀ ਸਪੀਡ ਸਲੋ ਕਰੀ ਗਈ ਐਂਡ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਤਾ, ਜਿਹਨੂੰ ਬੋਲਦੇ ਨੇ ਡੌਕਿੰਗ। ਤੇ ਆਪਣੇ ਪਹਿਲੀ ਵਾਰ ਕਰੀਆ, ਜਿਸ ਐਕਸਪੈਰੀਮੈਂਟ ਦਾ ਨਾਮ ਕੀਆ ਸਪੇਡਐਕਸ। ਹੁਣ ਜਿੰਨਾ ਕੁ ਜੇ ਤੁਹਾਨੂੰ ਸਮਝ ਆਈ ਹੈ ਕਲਾਸ, ਤਾਂ ਸਮਝ ਗਏ ਹੋਵੋਗੇ ਕਿ ਕਿੰਨੀ ਇੰਪੋਰਟੈਂਟ ਹੈ ਇਹ ਚੀਜ਼। ਕੱਲ੍ਹ ਤੁਸੀਂ ਆਪਣਾ ਸਪੇਸ ਸਟੇਸ਼ਨ ਬਣਾਉਣਾ, ਸਪੇਸ ਸਟੇਸ਼ਨ ਦਾ ਜਿੰਨਾ ਵੀ ਸਮਾਨ ਹੋਊਗਾ ਇੱਕ ਵਾਰ 'ਚ ਜਾਣਾ ਨਹੀਂ, ਮਲਟੀਪਲ ਫਲਾਈਟਸ ਹੋਣਗੀਆਂ ਐਂਡ ਬਾਅਦ ਵਿੱਚ ਜੁਆਇਨ ਹੋਊਗਾ, ਹੈ ਨਾ। ਤਾਂ ਸਪੇਸ ਡੈਕਸ ਇੱਕ ਬਹੁਤ ਹੀ ਇੰਪੋਰਟੈਂਟ ਆਪਣਾ ਮਿਸ਼ਨ ਸੀਗਾ। ਦੇਖੋ ਇਹ ਧਿਆਨ ਨਾਲ, ਔਨ January 16, 2025 ISRO successfully completed India's first ever in-orbit space docking operation, very important, in-orbit space docking operation under SpaceX mission। ਆਪਾਂ ਚੌਥਾ ਨੇਸ਼ਨ ਬਣ ਚੁੱਕੇ ਹਾਂ after USA, Russia and China to achieve this, ਠੀਕ ਹੈ, ਠੀਕ ਹੈ। ਲਾਂਚ ਕਦੋਂ ਕਰਿਆ ਸੀ, 2024 ਦੇ ਵਿੱਚ, ਤੇ ਮਤਲਬ 30 ਦਸੰਬਰ ਨੂੰ। ਤੇ ਹੌਲੀ ਹੌਲੀ ਫਿਰ ਉਹ ਪਹੁੰਚੇ, ਫਿਰ ਹੌਲੀ ਹੌਲੀ ਸਲੋ ਹੋਏ, ਫਿਰ ਇਕੱਠੇ ਹੋਏ। ਕਿਸ ਦਿਨ ਡੌਕਿੰਗ ਹੋਈ, 16 ਜਨਵਰੀ ਨੂੰ, ਠੀਕ ਹੈ। ਪਰ ਚਲੋ ਇਹ ਡੇਟਸ ਇੰਪੋਰਟੈਂਟ ਨਹੀਂ ਹੈਗੀਆਂ। ਦੋ ਛੋਟੇ ਛੋਟੇ ਸੈਟਲਾਈਟ ਸੀਗੇ, ਠੀਕ ਹੈ, ਚੇਜ਼ਰ ਤੇ ਟਾਰਗੇਟ, ਨਾਮ ਯਾਦ ਰੱਖ ਲਿਓ। ਕੁਐਸਚਨ ਬਣ ਸਕਦਾ ਕਿ ਬਈ ਦੇयर ਵਾਜ਼ ਅ ਟਰਮ ਚੇਜ਼ਰ ਐਂਡ ਟਾਰਗੇਟ ਇਨ ਨਿਊਜ਼, ਇਹ ਕੀ ਆ, ਕੁਐਸਚਨ ਬਣ ਜੂਗਾ, ਹੈ ਨਾ। ਕਿੱਥੇ ਭੇਜਿਆ, ਲੋ ਅਰਥ ਆਰਬਿਟ ਦੇ ਵਿੱਚ ਭੇਜਿਆ, मतलब 15 मिनट होल्ड दैन 3 मिनट्स स्लो होया दैन कैप्चर। दिस इज नॉट दैट इंपॉर्टेंट, ये थोड़ा टैक्नीकल है, ये तुसीं छड्ड दिओ। अच्छा जी, तो अपना 4th नेशन बन चुके हैं, ये आपां नूं गल समझ आ गई। चलो हुण एक कॉन्सैप्ट आ POEM, PSLV ऑर्बिटल एक्सपेरिमेंटल मॉड्यूल। 5 मिनट मेरी गल ध्यान नाल सुननी है, बहुत ईजी कॉन्सैप्ट आ। PSLV किन्ने स्टेज ਦਾ, 4 ਸਟੇਜ ਦਾ। ਤੁਸੀਂ ਤੁਹਾਡੇ ਕੋਲੇ ਹਰ ਟੈਕਨੋਲੋਜੀਜ਼ ਨਹੀਂ ਹੈਗੀਆਂ ਕਿ ਤੁਸੀਂ ਉਹਨੂੰ ਵਾਪਸ ਲੈ ਕੇ ਆਓ। ਮਤਲਬ ਆਪਣੇ ਜਿਹੜੇ ਸੈਟਲਾਈਟਸ ਨੇ ਉਹ ਰੀਯੂਜ਼ੇਬਲ ਨਹੀਂ ਹੈਗੇ। ਆਪਣਾ ਕੀ ਹੁੰਦਾ ਕਿ ਸੈਟਲਾਈਟ ਲਾਂਚ ਕਰਤਾ, ਸਟੇਜ 1 ਇੱਕ ਪੁਆਇੰਟ ਤੇ ਪਹੁੰਚੀ, ਅੱਡ ਹੋ ਗਈ। ਫਿਰ ਸਟੇਜ 2 ਅੱਡ ਹੋ ਗਈ। ਫਿਰ ਮਿਸ਼ਨ ਲਾਂਚ ਕਰਤਾ, ਫਿਰ ਸਟੇਜ 3 ਅੱਡ ਹੋ ਗਈ, ਸਟੇਜ 4 ਅੱਡ ਹੋ ਗਈ। ਕਿਤੇ ਨਾ ਕਿਤੇ ਗਿਰ ਜਾਂਦੇ ਨੇ। ਆਪਾਂ ਨੇ ਕੀ ਸੋਚਿਆ, ਸਟੇਜ 1 ਤਾਂ ਆ ਜਾਂਦੀ ਹੈ ਵਾਪਸ, ਗਿਰ ਜਾਂਦੀ ਹੈ ਕਿਤੇ ਨਾ ਕਿਤੇ। ਸਟੇਜ 2, ਸਟੇਜ 3, ਜਿਹੜੀ ਸਟੇਜ 4 ਆ ਨਾ, ਆਖਰੀ ਸਟੇਜ ਆ, ਉਹ ਕਾਫੀ ਟਾਈਮ ਆਰਬਿਟ 'ਚ ਬਿਨਾਂ ਮਤਲਬ ਤੋਂ ਘੁੰਮਦੀ ਰਹਿੰਦੀ ਆ। ਬਿਕੋਜ਼ ਆਪਣੇ ਕੋਲੇ ਹਾਲੇ ਉਹਨੂੰ ਵਾਪਸ ਲੈ ਕੇ ਆਉਣ ਦੀਆਂ ਟੈਕਨੋਲੋਜੀਜ਼ ਨਹੀਂ ਹੈਗੀਆਂ। ਆਲਦੋ 25 ਸਾਲ ਪੀਰੀਅਡ ਆ ਜੋ UN ਦਾ, ਕਿ ਉਸ ਹਿਸਾਬ ਨਾਲ ਹੌਲੀ ਹੌਲੀ ਜਦੋਂ ਕੰਮ ਕਰਨਾ ਬੰਦ ਕਰ ਦਿੰਦੇ ਨਾ ਆਰਬਿਟਸ, ਉਹ ਹੌਲੀ ਹੌਲੀ ਉਹਦੀ ਸਪੀਡ ਘੱਟਦੀ ਜਾਂਦੀ ਆ। ਫਿਰ ਐਟਮੋਸਫੇਅਰ ਨੂੰ ਖਿੱਚ ਲੈਂਦਾ, ਉਹ ਧਰਤੀ ਗਿਰ ਜਾਂਦੇ ਨੇ, ਜਾਂ ਇੰਨੀ ਸਪੀਡ ਨਾਲ ਆਉਂਦੇ ਨੇ ਕਿ ਅੱਗ ਲੱਗ ਜਾਂਦੀ ਹੈ, ਖਤਮ ਹੋ ਜਾਂਦੇ ਨੇ। ਮੇਰੇ ਕਹਿਣ ਦਾ ਮਤਲਬ ਕੀ ਹੈ, ਜਿਹੜੇ ਆਪਣੇ ਕੋਲੇ ਲਾਂਚ ਵਹੀਕਲਸ ਨੇ PSLV, GSLV, ਜਿਹਦੀ ਆਪਾਂ ਗੱਲ ਕਰਕੇ ਆਏ ਹਾਂ,
ਉਹਦਾ ਕੀ ਕੇਸ ਹੈ ਕਿ ਉਹਦੇ ਵਿੱਚ ਆਪਣੇ ਕੋਲੇ ਟੈਕਨੋਲੋਜੀਜ਼ ਨਹੀਂ ਹੈਗੀਆਂ ਕਿ ਆਪਾਂ ਉਹਨਾਂ ਨੂੰ ਵਾਪਸ ਲੈ ਆਈਏ। NGL ਵੀ ਆਪਾਂ ਨਵਾਂ ਬਣਾਉਣ ਵਾਲੇ ਆ ਨਾ, ਉਹਦੇ 'ਚ ਆਪਣੀ ਫਰਸਟ ਸਟੇਜ ਆਪਾਂ ਨੇ ਰੀਯੂਜ਼ੇਬਲ ਬਣਾਉਣੀ ਆ ਕਿ ਵਾਪਸ ਆ ਜੇ। ਹੁਣ ਮੇਰਾ ਕੰਸਰਨ ਇਹ ਹੈ ਕਿ ਚਲੋ ਫਰਸਟ ਸੈਕਿੰਡ ਥਰਡ ਸਟੇਜ ਤਾਂ ਮੇਰੇ ਕੰਮ ਦੀ ਹੈ ਨਹੀਂ, ਫੋਰਥ ਸਟੇਜ ਤਾਂ ਬਿਨਾਂ ਮਤਲਬ ਤੋਂ ਉੱਥੇ ਘੁੰਮੀ ਜਾਂਦੀ ਆ। ਜਦ ਤੱਕ ਫੋਰਥ ਸਟੇਜ ਉੱਥੇ ਆ ਆਪਾਂ ਤੋਂ ਕੰਮ ਕਿਉਂ ਨਾ ਲੈ ਲਈਏ। ਜਿਹੜਾ ਕੁਛ ਆਪਾਂ ਪੇਲੋਡਸ ਮੇਨ ਸੈਟਲਾਈਟ 'ਤੇ ਲਾ ਕੇ ਤਾਂ ਭੇਜਦੇ ਹੀ ਹਾਂ, ਜਿਹੜਾ ਆਪਾਂ ਵੈਸੇ ਜਾ ਰਹੇ ਹਾਂ ਨਾਲ ਉਹਨਾਂ 'ਤੇ ਵੀ ਆਪਾਂ ਕੁਛ ਪੇਲੋਡਸ ਲਗਾ ਲੈਂਦੇ ਹਾਂ। that is PSLV orbital experimental module कि जब तक जो वे स्टेज फोर्थ स्टेज ऑर्बिट 'ਚ घूम रही है तद तक वो कुछ एक्सपेरीमेंट्स कर ले एंड वो अपन इस बार करवाया सी। SpaceX ਜਿਹੜਾ ਮਿਸ਼ਨ ਮੈਂ ਗੱਲ ਕਰਕੇ ਹਟੀਆਂ ਜਸਟ ਡੌਕਿੰਗ ਮਿਸ਼ਨ, ਉਹਨੂੰ ਲਾਂਚ ਕਰਿਆ ਕਿਹੜੇ ਲਾਂਚ ਵਹੀਕਲ ਨੇ? PSLV ਨੇ ਲਾਂਚ ਕਰਿਆ। ਇਹ SpaceX ਨੇ ਆਪਣਾ ਕੰਮ ਕੀਤਾ। ਜਿਹੜਾ ਉਹਦਾ ਫੋਰਥ ਸਟੇਜ ਸੀਗੀ ਉਹਦੇ ਵਿੱਚ ਆਪਾਂ ਨੇ ਕੁਝ ਹੋਰ ਐਕਸਟਰਾ पेलोड्स लगा के भेज दिते। ये सब तो इंपॉर्टेंट सीगा क्रॉप्स मिशन, वेरी वेरी इंपॉर्टेंट। पहली बार आपने स्पेस दे विच काउपी है ना, वो चिकपी जिहड़ी सब्जियां ने पल्सिस ने उन्होंने उगाया। क्रॉप्स मिशन विच वॉज द पार्ट ऑफ POEM4 अंडर द SpaceX मिशन। ये ध्यान च रखियो, ठीक है, इत्थे लिखा भी होएगा। सो PSLV ऑर्बिटल एक्सपेरीमेंटल मॉड्यूल POEM3 दे अंडर आपने प्लांट ग्रोथ ਨੂੰ ਸਟੱਡੀ ਕੀਤਾ, ਠੀਕ ਹੈ। ਨਾਮ ਕੀ ਆ? ਕੰਪੈਕਟ ਰਿਸਰਚ ਮੋਡਿਊਲ ਫॉर ऑर्बिटल प्लांट स्टडीज, ठीक है जी। ਐਂਡ ਆਪਾਂ ਨੇ ਇੱਥੇ ਕਾਉਪੀ ਸੀਡਸ, ਠੀਕ ਹੈ, ਚਨੇ ਨੂੰ ਉਗਾਉਣ ਦੀ ਕੋਸ਼ਿਸ਼ ਕੀਤੀ ਆ ਇਨ ਕੰਟਰੋਲਡ এনवायरमेंट ਐਂਡ ਪਹਿਲੀ ਵਾਰ ਇਹ ਹੋਇਆ। ਮਤਲਬ SpaceX ਮਿਸ਼ਨ ਕਿਹਨੇ ਲਾਂਚ ਕੀਤਾ? PSLV ਨੇ ਲਾਂਚ ਕਰਕੇ ਕੰਮ ਕਰ ਰਹੇ ਹੋ ਆਪਣਾ। 1 2 3 ਸਟੇਜਸ ਆਪਾਂ ਨੂੰ ਮਿਲੀਆਂ ਨਹੀਂ, ਫੋਰਥ ਸਟੇਜ ਉੱਥੀ ਸੀਗੀ, ਆਪਾਂ ਉਹਦੇ ਵੀ ਐਕਸਟਰਾ ਸਮਾਨ ਲਾ ਕੇ ਭੇਜਦਾ ਕਿ ਬਈ ਜਦ ਤੱਕ ਘੁੰਮੀ ਜਾਊਗਾ ਤਦ ਤੱਕ ਇਹ ਕੰਮ ਕਰ ਲਈ, ਠੀਕ ਹੈ। ਤਾਂ ਉੱਥੇ ਆਪਾਂ ਨੇ ਉਹਦੇ ਨਾਲ ਪੇਲੋਡ ਕਾਫੀ ਲਗਾਏ। ਸਭ ਤੋਂ ਇੰਪੋਰਟੈਂਟ ਕਿਹੜਾ ਹੈ? ਕ੍ਰੌਪਸ ਮਿਸ਼ਨ। ਕ੍ਰੌਪਸ ਲਗਾਤਾ ਜਿਹੜੇ ਪ੍ਰੋਪਰ ਇਨਵਾਇਰਮੈਂਟ ਦੇ ਵਿੱਚ ਉੱਥੇ ਆਪਾਂ ਨੇ ਬਹੁਤ ਹੀ ਤਕਰੀਬਨ 15-16 ਦਿਨਾਂ ਦੇ ਵਿੱਚ ਆਪਾਂ ਨੇ ਜਿਹੜੇ ਚਨੇ ਨੇ ਉਹ ਉਗਾ ਲਏ। ਨੀਚੇ ਟਾਈਮ ਲੱਗਦਾ ਨਾ, ਤਾਂ ਦੇਖੋ ਤੁਸੀਂ ਕਿੰਨਾ ਜਲਦੀ ਅਗਰ ਸਪੇਸ ਦੇ ਵਿੱਚ ਆਪਾਂ ਕੱਲ੍ਹ ਸਕਸੈਸਫੁਲ ਹੋ ਜਾਈਏ ਤਾਂ ਕਿਸ ਲੈਵਲ ਤੱਕ ਆਪਾਂ ਜਿਹੜੀ ਗਰੋਥ ਆ ਉਹਨੂੰ ਵਧਾ ਲਵਾਂਗੇ, ਠੀਕ ਹੈ। ਅੱਛਾ ਜੀ, ਸੋ ਇਹ ਇੱਥੇ ਤੱਕ ਆਪਾਂ ਅੱਜ ਖਤਮ ਕਰਦੇ ਹਾਂ। ਕੱਲ੍ਹ ਨੂੰ ਆਪਾਂ ਵੀਨਸ ਆਰਬਿਟਰ ਮਿਸ਼ਨ ਤੋਂ ਸ਼ੁਰੂ ਕਰਨਾ ਅਤੇ 2 ਦਿਨਾਂ ਦੇ ਵਿੱਚ SpaceX ਜਿਹੜਾ ਹੈਗਾ ਆ ਸਪੇਸ ਟੈਕਨੋਲੋਜੀ ਉਹ ਖਤਮ ਹੋ ਜਾਏਗਾ। ਬਾਕੀ ਡਿਫੈਂਸ ਹੋ ਗਿਆ, ਬਾਕੀ ਜਿਹੜੇ ਟੌਪਿਕਸ ਨੇ ਉਹਨਾਂ ਰਿਲੇਟਡ ਜਿਹੜੇ ਕਰੰਟ ਅਫੇਅਰਸ ਨੇ ਬਹੁਤ ਘੱਟ ਨੇ। ਇੱਕ ਜਿਹੜੀ ਰਿਕੁਐਸਟ ਹੋਈ ਹੈਗੀ ਆ PCS ਦੇ ਸਟੂਡੈਂਟਸ ਦੀ ਰਿਕੁਐਸਟ ਸੀਗੀ ਕਿ ਦੇ ਜਸਟ ਵਾਂਟ ਟੂ ਕੰਪਲੀਟ ਦੀ ਸਾਇੰਸ ਟੈਕਨੋਲੋਜੀ ਕਲਾਸਿਸ ਦ ਕਰੰਟ ਅਫੇਅਰਸ ਪਾਰਟ। सो आई विल वेट फॉर योर रिस्पॉन्स, ठीक है। आई जस्ट वॉन्ट टू पुट दीज एफर्ट्स। अगर आपको कोई फायदा हो रहा ये क्लास जो भी तुहाडे कोले पहुँचेगी अज या कल दे विच तुसी लैक्चर सुनोगे। लैक्चर सुनने तो बाद आई रियली नीड योर रिस्पॉन्स कि डू वी आर ओके विद द पैटर्न और वी वॉन्ट टू चेंज एनीथिंग। ਉਹਦੇ ਬਾਅਦ ਆਪਾਂ ਨੈਕਸਟ ਵੀਡੀਓ ਲੈ ਕੇ ਆਵਾਂਗੇ। ਜ਼ਿਆਦਾ ਕੰਪਲੀਕੇਟ ਨਹੀਂ ਕਰਾਂਗੇ, ਬਟ ਬਹੁਤ ਅਗਰ ਮੇਰੀਆਂ ਗੱਲਾਂ ਸੁਣੀਆਂ ਵੀ ਯਾਦ ਰਹਿ ਜਾਣਗੀਆਂ ਤਾਂ ਕਿਤੇ ਨਾ ਕਿਤੇ ਪੇਪਰ ਸੋਲਵ ਕਰਨ ਦੇ ਵਿੱਚ ਤੁਹਾਨੂੰ ਹੈਲਪ ਹੋ ਜਾਏਗੀ, ਠੀਕ ਹੈ। So I really hope that you will answer in the comment sections, then we'll continue further, right? Thank you so much for the day. We'll meet again. Thank you.